subscribe to our YouTube channel and press the bell icon for the latest updates. ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਮਨਦੀਪ ਕੌਰ ਟਾਂਗੜਾ। ਵੈਲਕਮ ਟੂ ਦ ਮਨਦੀਪ ਕੌਰ ਟਾਂਗੜਾ ਸ਼ੋ। ਅੱਜ ਸਾਡੇ ਨਾਲ ਮੌਜੂਦ ਨੇ ਪਦਮ ਸ਼੍ਰੀ ਡਾਕਟਰ ਹਰਮੋਹਿੰਦਰ ਸਿੰਘ ਬੇਦੀ। मेरा 111वां एपीसोड है तो मैं बहुत अच्छा फील कर रही, बड़ा ज़्यादा प्राउड फील कर रही हाँ कि साढ़े कोल अज स्पैशल गैसट ने। आई थिंक मेरे पूरे 111 एपीसोड दे विच फर्स्ट पद्म श्री साढ़े कोल अज गैसट ने डॉक्टर हरमोहिंदर सिंह बेदी। सर वेलकम टू द शो। थैंक यू सर। एक रिनॉन्ड ऑथर ने ਤੇ ਅਕੈਡਮਿਸ਼ੀਅਨ ਨੇ। ਹੀ ਇਜ਼ ਚਾਂਸਲਰ ਆਫ ਸੈਂਟਰਲ ਯੂਨੀਵਰਸਿਟੀ ਆਫ ਹਿਮਾਚਲ ਪ੍ਰਦੇਸ਼ ਧਰਮਸ਼ਾਲਾ ਤੇ ਹੋਰ ਵੀ ਬਹੁਤ ਲੰਬੀ ਚੌੜੀ ਇਹਨਾਂ ਦੀ ਪ੍ਰੋਫਾਈਲ ਆ। ਬਟ ਮੈਂ ਅੱਜ ਕਿਉਂਕਿ ਬਹੁਤ ਸਾਰੇ ਮੇਰੇ ਅੰਦਰ ਕੁਐਸਚਨ ਆ, ਸਟ੍ਰੇਟ ਟੂ ਦ ਕੁਐਸਚਨਸ ਤੇ ਜੇ ਮੈਂ ਆਵਾਂ ਤੇ ਸਰ ਨਾਰਮਲੀ ਇੰਟਰਵਿਊ ਜਿਹੜੀ ਹੁੰਦੀ ਹੈ ਉਹ ਸ਼ੁਰੂ ਹੁੰਦੀ ਹੈ ਕਿ ਤੁਹਾਡਾ ਬਚਪਨ ਕਿਵੇਂ ਦਾ ਸੀ, ਤੁਸੀਂ ਕਿੱਥੇ ਸੀ। ਪਰ ਮੈਂ ਜਿਹੜੀ ਇੰਟਰਵਿਊ ਉਹ ਲਾਸਟ ਕੁਐਸਚਨ ਤੋਂ ਸ਼ੁਰੂ ਕਰਨਾ ਚਾਹਨੀ ਕਿ ਹੁਣ ਇਹ ਜਿਹੜਾ ਰੀਸੈਂਟ ਪਦਮ ਸ਼੍ਰੀ ਤੁਹਾਨੂੰ ਮਿਲਿਆ ਤੇ किस तरह का तुहाडा एक्सपीरियंस रहा, उत्थे किस तरह का एक्सपीरियंस रहा? मैडम दो तीन अनुभव मेरे रहे कि जिस वेले पद्म श्री दी घोषणा हुई 26 जनवरी ਨੂੰ ਤੇ ਇੱਕ ਬੜਾ ਦਿਲਚਸਪ ਗੱਲ 25 ਜਨਵਰੀ ਦੀ ਹੈ ਕਿ ਜਿਸ ਵੇਲੇ ਪਦਮ ਸ਼੍ਰੀ ਦੀ ਸੂਚੀ ਅੰਤਿਮ ਰੂਪ ਦਿੱਤਾ ਗਿਆ ਤੇ ਹੋਮ ਮਿਨਿਸਟਰੀ ਦੇ ਕੋਲ ਉਹ ਪਦਮ ਸ਼੍ਰੀ ਅਵਾਰਡ ਦੀ ਸੂਚੀ ਪਹੁੰਚੀ ਤਾਂ ਜਿਹੜੇ ਚੀਫ ਸੈਕਟਰੀ ਸਨ ਹੋਮ ਮਿਨਿਸਟਰੀ ਦੇ, ਉਹਨਾਂ ਨੇ ਜਿਸ ਵੇਲੇ ਮੇਰਾ ਨਾਮ ਪੜ੍ਹਿਆ ਤੇ ਉਹਨਾਂ ਨੂੰ ਲੱਗਾ ਕਿ ਮੈਂ ਇਸ ਸ਼ਖਸ ਨੂੰ ਪਹਿਲਾਂ ਵੀ ਕਿਤੇ ਸੁਣਿਆ ਹੋਇਆ ਹੈ। ਉਹਨਾਂ ਨੇ ਆਪਣੇ ਸਟਾਫ ਨੂੰ ਕਿਹਾ ਕਿ ਇਹਨਾਂ ਦੇ ਨਾਲ ਗੱਲ ਕਰਾਓ। ਉਹ ਸੂਚੀ ਦੇ ਵਿੱਚ ਕੋਈ ਫੋਨ ਨੰਬਰ ਨਹੀਂ ਸੀ, ਕੋਈ ਐਡਰੈਸ ਨਹੀਂ ਸੀ। ਉਹਨਾਂ ਨੇ ਮੇਰਾ ਫੋਨ ਨੰਬਰ ਮੇਰੀਆਂ ਇਨਕਮ ਟੈਕਸ ਦੀਆਂ ਰਿਟਰਨਾਂ ਤੋਂ ਲੱਭਿਆ ਔਰ ਜਿਸ ਵੇਲੇ ਉਹ ਇਨਕਮ ਟੈਕਸ ਦੀਆਂ ਰਿਟਰਨਾਂ ਦੇਖੀਆਂ ਗਈਆਂ ਉਹਦੇ ਉੱਤੇ ਸੀਏ ਦਾ ਨੰਬਰ ਸੀ ਜਿਹੜਾ ਇਨਕਮ ਟੈਕਸ ਰਿਟਰਨ ਭਰਦਾ ਸੀ। ਉਹ ਥੋੜ੍ਹਾ ਜਿਹਾ ਘਬਰਾਇਆ ਕਿ ਹੋਮ ਮਿਨਿਸਟਰੀ ਦਾ ਚੀਫ ਸੈਕਟਰੀ, ਉਹਨੇ ਜਦੋਂ ਕਿਹਾ ਕਿ ਚੀਫ ਸੈਕਟਰੀ ਸਾਹਿਬ ਨਾਲ ਗੱਲ ਕਰੋ, ਉਹਨਾਂ ਨੇ ਕਿਹਾ ਜੀ ਕਿ ਮੈਂ ਤਾਂ ਇੱਕ ਮਾਮੂਲੀ ਸੀਏ ਆ, ਮੈਂ ਉਹਨਾਂ ਦੀ ਨਾ ਰਿਟਰਨ ਭਰਨਾ, ਉਹ ਤਾਂ ਸੈਲਰੀ ਪੀਪਲ ਹੈਗੇ ਨੇ। ਉਹ ਕਹਿੰਦੇ ਨਹੀਂ ਨਹੀਂ ਇਹ ਗੱਲ ਨਹੀਂ ਹੈਗੀ, ਉਹਨਾਂ ਦਾ ਨੰਬਰ ਚਾਹੀਦਾ। ਮੈਨੂੰ ਉਹਨਾਂ ਤੋਂ ਇਹ ਸੂਚਨਾ ਮਿਲੀ ਕਿ ਪਦਮ ਸ਼੍ਰੀ ਅਵਾਰਡ ਗੌਰਮੈਂਟ ਨੇ ਅਨਾਉਂਸ ਕੀਤਾ ਹੈ ਤੇ ਥੋੜ੍ਹੀ ਦੇਰ ਬਾਅਦ ਮੈਂ ਉਸ ਨੰਬਰ ਤੇ ਚੀਫ ਸੈਕਟਰੀ ਸਾਹਿਬ ਨਾਲ ਗੱਲ ਕੀਤੀ। ਉਹਨਾਂ ਨੇ ਬੜੇ ਪਿਆਰ ਤੇ ਮੁਹੱਬਤ ਨਾਲ ਕਿਹਾ ਕਿ ਮੈਨੂੰ ਬੜੀ ਖੁਸ਼ੀ ਹੈ, ਮੈਂ ਤੁਹਾਡੇ 2-3 ਲੈਕਚਰ ਪਹਿਲਾਂ ਵੀ ਅਟੈਂਡ ਕੀਤੇ ਨੇ, ਮੁਬਾਰਕ ਲਵੋ। ਇੱਕ ਇਹ ਅਨੁਭਵ ਮੇਰੇ ਅੰਦਰ ਇੱਕ ਚੇਤਨਾ ਜਾਗਦੀ ਹੈ ਨਾ ਕਿ ਕੀ ਕੀਤੇ ਗਏ ਕੰਮ ਦਾ ਇਸ ਤਰ੍ਹਾਂ ਵੀ ਮੁੱਲ ਪੈ ਸਕਦਾ ਹੈ। ਔਰ ਦੂਸਰਾ, ਜਿਸ ਵੇਲੇ 28 ਮਾਰਚ ਨੂੰ ਰਾਸ਼ਟਰਪਤੀ ਭਵਨ ਦੇ ਵਿੱਚ ਸਮਾਰੋਹ ਹੋਇਆ ਤੇ ਦੇਸ਼ ਭਰ ਦੇ ਜਿਹੜੇ ਪਦਮ ਸ਼੍ਰੀ ਅਵਾਰਡ ਲੈਣ ਆਏ, ਮੈਂ ਜਿਸ ਵੇਲੇ ਉਹਨਾਂ ਦੇ ਅਨੁਭਵ ਦੇਖੇ, ਉਹਨਾਂ ਦੇ ਕਾਰਜ ਦੇਖੇ ਤਾਂ ਮੈਨੂੰ ਇੱਕ ਗੱਲ ਦਾ ਅਹਿਸਾਸ ਹੋਇਆ ਕਿ ਹੁਣ ਸਰਕਾਰ ਉਹਨਾਂ ਖਿੱਤਿਆਂ ਦੇ ਲੋਕਾਂ ਦੀ ਵੀ ਪਹਿਚਾਣ ਕਰ ਰਹੀ ਹੈ ਜਿਨ੍ਹਾਂ ਦਾ ਜ਼ਿਕਰ ਕਦੀ ਵੀ ਨਾ ਤਾਂ ਸੁਨਹਿਰੀ ਪਰਦੇ 'ਤੇ ਹੋਇਆ, ਨਾ ਜ਼ਿਕਰ ਕਦੀ ਅਖਬਾਰ ਵਿੱਚ ਹੋਇਆ ਤੇ ਨਾ ਦੂਰਦਰਸ਼ਨ 'ਤੇ ਹੋਇਆ। ਉਹਨਾਂ ਦੀਆਂ ਪ੍ਰਾਪਤੀਆਂ, ਉਹਨਾਂ ਦੇ ਕੀਤੇ ਸਮਾਜ ਦੇ ਪ੍ਰਤੀ ਕਾਰਜ ਨੂੰ ਇਸ ਢੰਗ ਦੇ ਨਾਲ ਵਡਿਆਇਆ ਗਿਆ ਕਿ ਰਾਸ਼ਟਰਪਤੀ ਭਵਨ ਵਿੱਚ ਜਾ ਕੇ ਇਹ ਗੱਲ ਮਹਿਸੂਸ ਹੋਈ ਕਿ ਜੇ ਕੋਈ ਵਿਅਕਤੀ ਅੱਜ ਦੇ ਦੌਰ ਦੇ ਵਿੱਚ ਕੋਈ ਆਪਣੀ ਘਾਲਣਾ ਘਾਲਦਾ ਹੈ, ਕੋਈ ਆਪਣਾ ਸਮਾਂ ਆਪਣੀ ਰੁਚੀ ਦੇ ਨਾਲ ਆਪਣੇ ਵਿਸ਼ੇ 'ਤੇ ਬਿਤਾਉਂਦਾ ਹੈ, ਤਾਂ ਫਿਰ ਜਿਸ ਤਰ੍ਹਾਂ ਦਾ ਲੋਕਤੰਤਰ ਔਰ ਜਿਸ ਤਰ੍ਹਾਂ ਦੀਆਂ ਲੋਕਤੰਤਰ ਦੀਆਂ ਰਵਾਇਤਾਂ ਸਾਡੀ ਮੌਜੂਦਾ ਸਰਕਾਰ ਕਾਇਮ ਕਰ ਰਹੀ ਹੈ, ਉਹ ਕੋਈ ਮਾਮੂਲੀ ਰਵਾਇਤਾਂ ਨਹੀਂ। ਮੈਨੂੰ ਲੱਗਦਾ ਹੈ ਕਿ ਆਉਣ ਵਾਲਾ ਜਿਹੜਾ ਬਾਰ-ਬਾਰ ਕਿਹਾ ਜਾਂਦਾ ਹੈ ਕਿ ਇੱਕ ਨਵਾਂ ਭਾਰਤ ਉੱਭਰ ਕੇ ਸਾਹਮਣੇ ਆ ਰਿਹਾ ਹੈ ਤੇ ਇੱਦਾਂ ਦੇ ਜਿਹੜੇ ਕਾਰਜ ਸਰਕਾਰ ਵੱਲੋਂ ਕੀਤੇ ਜਾਂਦੇ ਨੇ ਉਹ ਸੱਚਮੁੱਚ ਇੱਕ ਨਵੇਂ ਢੰਗ ਦੇ
ਲਈ ਸਾਡੇ ਲਈ ਪ੍ਰੇਰਨਾ ਦੇ ਸਰੋਤ ਬਣਦੇ ਨੇ। ਬਹੁਤ ਹੀ ਵਧੀਆ। ਪਤਾ ਤੁਹਾਨੂੰ ਮਿਲ ਕੇ ਨਾ ਮੇਰੇ ਮਨ 'ਚ ਅਲੱਗ ਤਰ੍ਹਾਂ ਦੇ ਕੁਐਸਚਨ ਆ ਰਹੇ ਜਿਹੜੇ ਮੇਰੇ ਜ਼ਿਹਨ 'ਚ ਕਦੀ ਹੁੰਦੇ ਸੀ। ਨਾਰਮਲੀ ਹਰ ਕੋਈ ਆਪਣੀ ਮਾਤ ਭਾਸ਼ਾ 'ਚ ਡੀਪ ਜਾਂਦਾ ਵਾ, ਬਟ ਤੁਸੀਂ ਆਬਵੀਅਸਲੀ ਸਾਡੀ ਕੰਟਰੀ ਦੀ ਭਾਸ਼ਾ ਹਿੰਦੀ ਆ, ਬਟ ਫਿਰ ਵੀ ਹਿੰਦੀ 'ਚ ਇੰਨੀ ਮੁਹਾਰਤ ਤੁਸੀਂ ਹਾਸਲ ਕੀਤੀ, ਪਰ ਖੁਦ ਦੀ ਜਿਹੜੀ ਭਾਸ਼ਾ ਜਿਵੇਂ ਸਾਡੀ ਪੰਜਾਬੀ ਆ, ਕਿਉਂਕਿ ਤੁਸੀਂ ਦੋਨੋਂ ਲੈਂਗੁਏਜ ਨੂੰ ਬਹੁਤ ਅੱਛੀ ਤਰ੍ਹਾਂ ਜਾਣਦੇ ਹੋ, ਤੁਹਾਨੂੰ ਕੀ ਲੱਗਦਾ ਹੈ ਕਿ ਕੋਈ ਹੋਰ ਭਾਸ਼ਾ ਸਿੱਖਣ ਲਈ ਸਾਨੂੰ ਪਹਿਲਾਂ ਆਪਣੀ ਭਾਸ਼ਾ ਦੀ ਕਿੰਨੀ ਮੁਹਾਰਤ ਦੀ ਲੋੜ ਹੈ? ਕਿਉਂਕਿ ਕਈ ਲੋਕ ਕਹਿੰਦੇ ਮੈਂ ਫ੍ਰੈਂਚ ਸਿੱਖਣੀ, ਮੈਂ ਇੰਗਲਿਸ਼ ਸਿੱਖਣੀ, ਪਰ ਉਹਨੂੰ ਪੰਜਾਬੀ ਵੀ ਨਹੀਂ ਆਉਂਦੀ। ਗੱਲ ਤੁਸੀਂ ਬੜਾ ਠੀਕ ਮੁੱਦੇ ਤੇ ਸ਼ੁਰੂ ਕੀਤੀ ਹੈ। ਸਾਡੀ ਮਾਂ ਬੋਲੀ ਪੰਜਾਬੀ ਹੈ। ਭਾਰਤੀ ਸੰਵਿਧਾਨ ਦੇ ਵਿੱਚ ਜਿਹੜੀਆਂ 24 ਭਾਰਤੀ ਭਾਸ਼ਾਵਾਂ ਨੇ ਉਹਨਾਂ ਨੂੰ ਰਾਸ਼ਟਰੀ ਭਾਸ਼ਾ ਦੀ ਕਿਹਾ ਗਿਆ ਹੈ। ਭਾਰਤੀ ਸੰਵਿਧਾਨ ਦੇ ਵਿੱਚ ਇਹ ਨਹੀਂ ਕਿ ਹਿੰਦੀ ਰਾਸ਼ਟਰ ਭਾਸ਼ਾ ਹੈ। ਭਾਰਤੀ ਸੰਵਿਧਾਨ ਦੇ ਵਿੱਚ ਇਹ ਦਰਜ ਹੈ ਕਿ ਅਸਮੀਆ, ਡੋਗਰੀ, ਕਸ਼ਮੀਰੀ, ਕੋਂਕਣੀ, ਹਿੰਦੀ, ਪੰਜਾਬੀ, ਸੰਸਕ੍ਰਿਤ, ਉਰਦੂ, ਮਰਾਠੀ ਇਹ ਸਾਰੀਆਂ ਰਾਸ਼ਟਰ ਭਾਸ਼ਾਵਾਂ ਨੇ। ਇੱਕ ਤਾਂ ਸਾਨੂੰ ਇਹ ਗੱਲ ਬੜੀ ਸਮਝਣ ਦੀ ਲੋੜ ਹੈ ਕਿ ਭਾਰਤੀ ਭਾਸ਼ਾਵਾਂ ਇਸ ਦੇਸ਼ ਦੀਆਂ ਰਾਸ਼ਟਰ ਭਾਸ਼ਾਵਾਂ ਨੇ। ਮਾਂ ਬੋਲੀ ਦਾ ਬੜਾ ਮਹੱਤਵ ਹੈ। ਮੈਂ ਹੁਣੇ ਤੁਹਾਡੇ ਨਾਲ ਗੱਲ ਕਰ ਰਿਹਾ ਸੀ ਕਿ ਸਭ ਤੋਂ ਔਖਾ ਕਾਰਜ ਮਾਂ ਬੋਲੀ ਨੂੰ ਸਿੱਖਣਾ, ਮਾਂ ਬੋਲੀ ਨੂੰ ਚੰਗੇ ਢੰਗ ਨਾਲ ਬੋਲਣਾ, ਮਾਂ ਬੋਲੀ ਦੀਆਂ ਪਰੰਪਰਾਵਾਂ, ਰਵਾਇਤਾਂ, ਉਹਦੇ ਸਾਹਿਤ ਦੀ ਜਾਣਕਾਰੀ ਪ੍ਰਾਪਤ ਕਰਨੀ। ਮੈਂ ਜਿਸਲੇ ਹੋਸ਼ ਸੰਭਾਲੀ ਤਾਂ ਪਿਤਾ ਜੀ ਰੇਲਵੇ ਵਿੱਚ ਸਟੇਸ਼ਨ ਮਾਸਟਰ ਸਨ। ਅਲੱਗ-ਅਲੱਗ ਜਗ੍ਹਾ ਤੇ ਜਾਣ ਦਾ ਮੌਕਾ ਮਿਲਿਆ ਤੇ 8ਵੀਂ ਜਮਾਤ ਦੇ ਵਿੱਚ ਮੇਰਾ ਰੁਝਾਨ ਹਿੰਦੀ ਭਾਸ਼ਾ ਵੱਲ ਹੋਇਆ। ਮੈਂ ਹਿੰਦੀ ਜ਼ਬਾਨ 'ਚ ਕਵਿਤਾ ਲਿਖਣੀ ਸ਼ੁਰੂ ਕੀਤੀ। ਜਲੰਧਰੋਂ ਨਿਕਲਦੀਆਂ ਅਖਬਾਰਾਂ ਦੇ ਵਿੱਚ, ਬੱਚਿਆਂ ਦੇ ਕਾਲਮ ਦੇ ਵਿੱਚ ਉਹ ਕਵਿਤਾਵਾਂ ਛਪਣੀਆਂ ਸ਼ੁਰੂ ਹੋਈਆਂ। ਤੇ ਉਸ ਤੋਂ ਬਾਅਦ ਜਿਸਲੇ ਮੈਂ ਉਚੇਰੀ ਵਿੱਦਿਆ ਪ੍ਰਾਪਤ ਕੀਤੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ, ਤਾਂ ਮੈਨੂੰ ਇਹ ਲੱਗਾ ਕਿ ਜਿਹੜੀਆਂ ਹਿੰਦੀ ਦੀਆਂ ਪਰੰਪਰਾਵਾਂ ਨੇ ਤੇ ਜਿਹੜੀਆਂ ਪੰਜਾਬੀ ਦੀਆਂ ਪਰੰਪਰਾਵਾਂ ਨੇ, ਇਹ ਤਾਂ ਬੜੀਆਂ ਸਮਾਂਤਰ ਇੱਕ ਭਾਸ਼ਾ ਦੀ ਦੁਨੀਆ ਪੈਦਾ ਕਰ ਰਹੀਆਂ ਨੇ। ਮੈਂ ਕੋਸ਼ਿਸ਼ ਕੀਤੀ ਕਿ ਹਿੰਦੀ ਤੇ ਪੰਜਾਬੀ ਦੇ ਵਿੱਚ ਇੱਕ ਪੁਲ ਉਸਾਰਿਆ ਜਾਵੇ। ਮੈਂ ਪੰਜਾਬ ਦੇ ਹਿੰਦੀ ਸਾਹਿਤ ਨੂੰ ਪੜ੍ਹਨਾ ਸ਼ੁਰੂ ਕੀਤਾ। ਮੇਰੇ ਸਾਹਮਣੇ ਸ੍ਰੀ ਗੁਰੂ ਗ੍ਰੰਥ ਸਾਹਿਬ ਸੀ। 1604 'ਚ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਨੇ ਗੁਰੂ ਗ੍ਰੰਥ ਸਾਹਿਬ ਦਾ ਸੰਪਾਦਨ ਕੀਤਾ ਤੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਭਾਰਤੀ ਭਾਸ਼ਾਵਾਂ ਦੇ 6 ਗੁਰੂ ਸਾਹਿਬਾਨ ਨੇ, 30 ਜਿਹੜੇ ਦੂਜੇ ਬਾਣੀਕਾਰ ਨੇ ਉਹ ਅਲੱਗ-ਅਲੱਗ ਭਾਰਤੀ ਭਾਸ਼ਾਵਾਂ ਦੇ ਨੇ। ਨਾਮਦੇਵ ਜੀ ਮਰਾਠੀ ਦੇ ਬਾਣੀਕਾਰ ਨੇ, ਸ਼ੇਖ ਫਰੀਦ ਜੀ ਫਾਰਸੀ ਦੇ ਬਾਣੀਕਾਰ ਨੇ, ਕਬੀਰ ਸਾਹਿਬ ਹਿੰਦੀ, ਬ੍ਰਜ, ਅਵਧੀ, ਸਾਧੂਕੜੀ ਭਾਸ਼ਾ ਦੇ ਬਾਣੀਕਾਰ ਨੇ। ਔਰ ਸਭ ਤੋਂ ਵੱਡੀ ਗੱਲ ਮੈਡਮ ਇਹ ਕਿ ਸੰਸਕ੍ਰਿਤ ਦੇ ਇੱਕ ਬਹੁਤ ਵੱਡੇ ਲੇਖਕ ਨੇ ਜੈਦੇਵ, ਉਹ 10ਵੀਂ ਸਦੀ ਦੇ ਲੇਖਕ ਨੇ। ਉਹਨਾਂ ਨੇ ਗੀਤ ਗੋਬਿੰਦ ਸੰਸਕ੍ਰਿਤ 'ਚ ਲਿਖਿਆ, ਪਰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜੈਦੇਵ ਜੀ ਦੀ ਬਾਣੀ ਵੀ ਹੈ। ਮੈਂ ਇਹ ਜਿਹੜਾ ਇੱਕ ਭਾਰਤੀ ਭਾਸ਼ਾਵਾਂ ਦਾ ਜਿਹੜਾ ਪਹਿਲਾ ਸੰਵਾਦ ਹੈ, ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਸ਼ੁਰੂ ਹੁੰਦਾ ਹੈ। ਭਾਰਤੀ ਭਾਸ਼ਾਵਾਂ ਨੂੰ ਉਹਦੀ ਬਣਦੀ ਜਿਹੜੀ ਅਹਿਮੀਅਤ ਹੈ ਉਹ ਸਾਡੇ ਗੁਰੂ ਅਰਜਨ ਦੇਵ ਜੀ ਦਿੰਦੇ ਨੇ। ਔਰ ਸੰਪਾਦਨ ਕਿੱਥੇ ਹੁੰਦਾ? ਅੰਮ੍ਰਿਤਸਰ ਦੀ ਪਵਿੱਤਰ ਧਰਤੀ ਤੇ। ਇਹ ਜਿਹੜਾ ਇੱਕ ਮੇਰੇ ਸਾਹਮਣੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਇੱਕ ਬੜਾ ਵੱਡਾ ਇੱਕ ਦ੍ਰਿਸ਼ ਸੀ। ਮੈਨੂੰ ਲੱਗਾ ਕਿ ਹਿੰਦੀ ਜ਼ਬਾਨ ਤੇ ਪੰਜਾਬੀ ਜ਼ਬਾਨ ਦੇ ਰਿਸ਼ਤਿਆਂ ਨੂੰ ਸਮਝਣ ਦੀ ਲੋੜ ਹੈ। ਮੈਂ ਇਹਨਾਂ ਰਿਸ਼ਤਿਆਂ ਦੇ ਉੱਤੇ ਕੰਮ ਕਰਨਾ ਸ਼ੁਰੂ ਕੀਤਾ। ਗੁਰੂ ਨਾਨਕ ਦੇਵ ਯੂਨੀਵਰਸਿਟੀ ਮੈਂ ਲਗਭਗ 40 ਸਾਲ ਮੈਂ ਹਿੰਦੀ ਪੜ੍ਹਾਈ। ਉੱਥੇ ਡੀਨ ਰਿਹਾ, ਉੱਥੇ ਅਲੱਗ-ਅਲੱਗ ਚੇਅਰਾਂ ਦਾ ਮੈਂ ਚੇਅਰਮੈਨ ਰਿਹਾ ਤੇ ਮੈਂ 40 ਵਿਦਿਆਰਥੀਆਂ ਨੂੰ ਪੰਜਾਬ ਦੇ ਹਿੰਦੀ ਸਾਹਿਤ ਦੇ ਉੱਤੇ PhD ਦਾ ਖੋਜ ਕਾਰਜ ਕਰਵਾਇਆ। ਮੈਂ ਗੁਰੂ ਗੋਬਿੰਦ ਸਿੰਘ ਦੇ ਵਿਦਿਆ ਦਰਬਾਰ ਤੇ ਕੰਮ ਕੀਤਾ। ਗੁਰੂ ਗੋਬਿੰਦ ਸਿੰਘ ਜੀ ਖੁਦ ਬ੍ਰਜ ਹਿੰਦੀ ਦੇ ਬਹੁਤ ਵੱਡੇ ਗੁਰੂ ਕਵੀ ਸਨ। ਉਹਨਾਂ ਦਾ ਪੂਰਾ ਸਾਹਿਤ ਪੜ੍ਹ ਕੇ ਤੁਸੀਂ ਦੇਖੋ। ਮੈਂ ਇੱਕ ਗੱਲ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਦਾ। ਗੁਰੂ ਗੋਬਿੰਦ ਸਿੰਘ ਜੀ ਦੀ ਇੱਕ ਰਚਨਾ ਹੈ ਵਿਚਿੱਤਰ ਨਾਟਕ। ਵਿਚਿੱਤਰ ਨਾਟਕ ਹਿੰਦੀ ਦੀ
ਪਹਿਲੀ ਆਤਮ ਕਥਾ ਹੈ ਆਟੋਬਾਇਓਗ੍ਰਾਫੀ। ਮੈਂ ਇਹੋ ਜਿਹੇ ਤੱਥ ਕੱਢ ਕੇ ਬਾਹਰ ਰੱਖੇ। ਗੁਰੂ ਗੋਬਿੰਦ ਸਿੰਘ ਜੀ ਦੀ ਇੱਕ ਰਚਨਾ ਸੀ, ਨਿਤਨੇਮ ਦੀ ਬਾਣੀ ਦਾ ਉਹ ਹਿੱਸਾ ਹੈ ਜਾਪ ਸਾਹਿਬ। ਜਾਪ ਸਾਹਿਬ ਤੁਸੀਂ ਪੜ੍ਹ ਕੇ ਦੇਖੋ, 7 ਭਾਸ਼ਾਵਾਂ ਨੂੰ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਨੇ ਜਾਪ ਸਾਹਿਬ ਦੀ ਰਚਨਾ ਕੀਤੀ। ਜਾਪ ਸਾਹਿਬ ਦੀ ਭਾਸ਼ਾ ਕੀ ਹੈ? ਪੰਜਾਬੀ, ਸੰਸਕ੍ਰਿਤ, ਅਰਬੀ, ਫਾਰਸੀ, ਹਿੰਦੀ, ਖੜੀ ਬੋਲੀ, ਇਹ 7 ਭਾਸ਼ਾਵਾਂ ਨੂੰ 199 ਛੰਦਾਂ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਏਡਾ ਜ਼ਬਰਦਸਤ ਭਾਰਤੀ ਭਾਸ਼ਾਵਾਂ ਦਾ ਇੱਕ ਪ੍ਰਯੋਗ ਕੀਤਾ ਕਿ ਅੱਜ ਪੂਰਾ ਭਾਰਤੀ ਸਾਹਿਤ ਦੇ ਵਿਦਵਾਨ ਨਤਮਸਤਕ ਹੁੰਦੇ ਨੇ ਕਿ ਪੰਜਾਬ ਭਾਰਤੀ ਭਾਸ਼ਾਵਾਂ ਦਾ ਇੱਕ ਉਦਗਮ ਸਥਲ ਹੈ। ਉੱਥੇ ਜ਼ਬਾਨਾਂ ਪੈਦਾ ਹੁੰਦੀਆਂ ਨੇ। ਔਰ ਇੱਕ ਗੱਲ ਹੋਰ ਦੇਖੋ ਤੁਸੀਂ ਕਿ ਅਕਸਰ ਅਸੀਂ ਕਹਿੰਦੇ ਆ ਕਿ ਜਿਹੜੀ ਸੰਸਕ੍ਰਿਤ ਜ਼ਬਾਨ ਹੈ ਉਹਦੇ ਚੋਂ ਭਾਰਤੀ ਭਾਸ਼ਾਵਾਂ ਨਿਕਲੀਆਂ। 24 ਭਾਰਤੀ ਭਾਸ਼ਾਵਾਂ ਨੇ, ਲਗਭਗ 18 ਭਾਰਤੀ ਭਾਸ਼ਾਵਾਂ ਸਿੱਧੇ ਰੂਪ ਵਿੱਚ ਸੰਸਕ੍ਰਿਤ ਤੋਂ ਨਿਕਲੀਆਂ ਤੇ ਸੰਸਕ੍ਰਿਤ ਪੰਜਾਬ ਚੋਂ ਨਿਕਲੀ, ਪੰਜਾਬ 'ਚ ਪੈਦਾ ਹੋਈ। ਦੁਨੀਆ ਦਾ ਸਭ ਤੋਂ ਪੁਰਾਤਨ ਜਿਹੜਾ ਗ੍ਰੰਥ ਹੈ ਰਿਗਵੇਦ, ਉਹ ਪੰਜਾਬ ਦੀ ਧਰਤੀ ਤੇ ਲਿਖਿਆ ਗਿਆ। ਮੈਡਮ ਤੁਹਾਡੇ ਨਾਲ ਬਿਆਸ ਦਰਿਆ ਵਹਿੰਦਾ ਹੈ। ਇਸ ਦਰਿਆ ਦੇ ਕੰਢੇ, ਵਿਪਾਸ਼ਾ ਦੇ ਕੰਢੇ ਰਿਸ਼ੀਆਂ ਨੇ ਰਿਗਵੇਦ ਦੀ ਰਚਨਾ ਕੀਤੀ। ਤਾਂ ਇਹ ਇੱਕ ਰਿਸ਼ਤੇ ਤੁਸੀਂ ਦੇਖੋ ਕਿ ਸੰਸਕ੍ਰਿਤ ਦਾ ਜਿਹਨੇ ਪਹਿਲਾ ਵਿਆਕਰਨ ਲਿਖਿਆ ਉਹਦਾ ਨਾਮ ਸੀ ਪਾਣਨੀ। ਪਾਣਨੀ ਪੇਸ਼ਾਵਰ ਦਾ ਰਹਿਣ ਵਾਲਾ ਸੀ ਤੇ ਪੇਸ਼ਾਵਰ ਪੰਜਾਬ ਦਾ ਹਿੱਸਾ ਸੀ। ਸ਼੍ਰੀਮਦ ਭਗਵਦ ਗੀਤਾ ਸੰਸਕ੍ਰਿਤ ਦੇ ਵਿੱਚ ਲਿਖੀ ਗਈ ਤੇ ਕਦੀ ਪੰਜਾਬ ਦੀਆਂ ਹਵਾਵਾਂ ਵਿੱਚ ਸ਼੍ਰੀਮਦ ਭਗਵਦ ਗੀਤਾ ਦੇ ਸ਼ਲੋਕ ਗੂੰਜੇ ਸਨ। ਸ਼੍ਰੀ ਕ੍ਰਿਸ਼ਨ ਨੇ ਕੁਰਕਸ਼ੇਤਰ ਦੀ ਧਰਤੀ ਤੇ ਅਰਜਨ ਨੂੰ ਇਹ ਅਮਰ ਸੰਦੇਸ਼ ਦਿੱਤਾ ਸੀ। ਇਹ ਜਿਹੜੀ ਇੱਕ ਬੜੀ ਵੱਡੀ ਵਿਰਾਸਤ ਸੀ, ਇਸ ਵਿਰਾਸਤ ਨੇ ਮੈਨੂੰ ਖਿੱਚਿਆ ਤੇ ਫਿਰ ਮੈਂ ਪੰਜਾਬ ਦੇ ਹਿੰਦੀ ਸਾਹਿਤ ਦਾ ਇਤਿਹਾਸ ਲਿਖਿਆ। ਪੰਜਾਬ ਦੇ ਹਿੰਦੀ ਸਾਹਿਤ ਦਾ ਇਤਿਹਾਸ ਨੇ ਪੰਜਾਬ ਦੇ ਹਿੰਦੀ ਸਾਹਿਤ ਦੀ ਇੱਕ ਰਾਸ਼ਟਰੀ ਪਹਿਚਾਣ ਬਣਾਈ। ਪੰਜਾਬ ਦੇ ਹਿੰਦੀ ਸਾਹਿਤ ਦੇ ਇਤਿਹਾਸ ਜਿਸ ਵੇਲੇ ਛਪਿਆ ਤਾਂ ਪੰਜਾਬ ਸਰਕਾਰ ਨੇ ਮੈਨੂੰ ਸ਼੍ਰੋਮਣੀ ਹਿੰਦੀ ਸਾਹਿਤਕਾਰ ਦਾ ਪੁਰਸਕਾਰ ਦਿੱਤਾ। ਫਿਰ ਮੈਂ ਪੰਡਿਤ ਸ਼ਰਧਾ ਰਾਮ ਫਿਲੌਰ ਦੇ ਰਹਿਣ ਵਾਲੇ ਸੀ। ਉਹਨਾਂ ਨੇ ਆਰਤੀ ਲਿਖੀ ਓਮ ਜੈ ਜਗਦੀਸ਼ ਹਰੇ। ਉਹਨਾਂ ਨੇ ਹਿੰਦੀ ਦਾ ਪਹਿਲਾ ਨਾਵਲ ਲਿਖਿਆ ਭਾਗਯਵਤੀ। ਹਿੰਦੀ ਸਾਹਿਤ ਦੇ ਇਤਿਹਾਸ ਵਿੱਚ ਨਾ ਤੇ ਕਿਤੇ ਆਰਤੀ ਦਾ ਜ਼ਿਕਰ ਸੀ, ਨਾ ਕਿਤੇ ਭਾਗਯਵਤੀ ਦਾ ਜ਼ਿਕਰ ਸੀ। ਮੈਂ ਜਿਸਲੇ ਇਹ ਖੋਜ ਕਾਰਜ ਕੀਤਾ, ਪੰਡਿਤ ਸ਼ਰਧਾ ਰਾਮ ਫਿਲੌਰੀ ਤੇ 3 ਕਿਤਾਬਾਂ ਲਿਖੀਆਂ। ਪੂਰੇ ਹਿੰਦੀ ਜਗਤ ਦੇ ਵਿੱਚ ਹਿੰਦੀ ਸਾਹਿਤ ਦਾ ਇਤਿਹਾਸ ਬਦਲ ਗਿਆ। ਉਹਨਾਂ ਨੇ ਬਾਅਦ ਵਿੱਚ ਦਰਜ ਕੀਤਾ ਕਿ ਹਿੰਦੀ ਦਾ ਪਹਿਲਾ ਜਿਹੜਾ ਉਪਨਿਆਸਕਾਰ ਨਾਵਲਿਸਟ ਹੈ ਉਹ ਪੰਡਿਤ ਸ਼ਰਧਾ ਰਾਮ ਫਿਲੌਰੀ ਹੈ। ਉਹਨਾਂ ਨੇ ਦਰਜ ਕੀਤਾ ਕਿ ਜਿਸ ਆਰਤੀ ਦੇ ਨਾਲ ਅੱਜ ਪੂਰਾ ਭਾਰਤ ਜਾਗਦਾ ਹੈ, ਓਮ ਜੈ ਜਗਦੀਸ਼ ਹਰੇ, ਜਿਸ ਆਰਤੀ ਦੇ ਨਾਲ ਪੂਰਾ ਹਿੰਦੁਸਤਾਨ ਸੰਧਿਆ ਵੇਲੇ ਆਰਤੀ ਕਰਦਾ ਹੈ, ਉਸ ਆਰਤੀ ਦਾ ਲਿਖਣ ਵਾਲਾ ਵਿਅਕਤੀ ਪੰਜਾਬੀ ਸੀ, ਲੁਧਿਆਣੇ ਦੇ ਕੋਲ ਫਿਲੌਰ ਦਾ ਰਹਿਣ ਵਾਲਾ ਸੀ। ਇਸ ਖੋਜ ਕਾਰਜ ਨੇ ਤੇ ਮੈਨੂੰ ਕੇਂਦਰ ਸਰਕਾਰ ਨੇ, ਉਹ ਵੀ ਰਾਸ਼ਟਰਪਤੀ ਵੱਲੋਂ, ਹਿੰਦੀ ਸੇਵੀ ਪੁਰਸਕਾਰ ਮਿਲਿਆ। ਤੇ ਹੁਣ ਮੈਂ ਲਗਭਗ 50 ਦੇ ਕਰੀਬ ਮੇਰੀਆਂ ਹਿੰਦੀ 'ਚ ਕਿਤਾਬਾਂ ਨੇ, ਪੰਜਾਬੀ 'ਚ ਕਿਤਾਬਾਂ ਨੇ, ਅੰਗਰੇਜ਼ੀ ਵਿੱਚ ਕਿਤਾਬਾਂ ਨੇ। ਇਹ ਸਾਰੇ ਖੋਜ ਕਾਰਜ ਨੂੰ, ਇਹਨਾਂ ਸਾਰੇ ਮੇਰੇ ਕੀਤੇ ਗਏ ਯਤਨਾਂ ਨੂੰ ਭਾਰਤ ਸਰਕਾਰ ਨੇ ਪਦਮ ਸ਼੍ਰੀ ਪੁਰਸਕਾਰ ਦੇ ਕੇ ਮੇਰੀ ਮਿਹਨਤ ਤੇ ਮੇਰੇ ਲਈ ਇੱਕ ਪ੍ਰੇਰਣਾ, ਇੱਕ ਵੰਗਾਰ ਵੀ ਉਹਨਾਂ ਨੇ ਮੇਰੇ ਅੱਗੇ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਮੈਂ ਪੰਜਾਬੀ ਤੇ ਪੰਜਾਬੀਅਤ ਦੇ ਜਿਹੜੇ ਇਹ ਮੁੱਲ ਨੇ, ਸੰਕਲਪ ਨੇ, ਇਹਨਾਂ ਨੂੰ ਦੇਸ਼ ਦੀ ਵਿਰਾਸਤ ਦਾ ਹਿੱਸਾ ਬਣਾਉਣਾ ਹੈ। ਬਹੁਤ ਹੀ ਵਧੀਆ। ਮੈਂ ਤੇ ਬਿਲਕੁਲ ਖੋ ਜਾਣੀ ਤੁਹਾਡੇ ਆਨਸਰ ਦੇ ਵਿੱਚ। ਇੱਕ ਚੀਜ਼ ਜਿਹੜੀ ਮੈਂ ਪੁੱਛਣਾ ਚਾਹਨੀ ਕਿ ਤੁਸੀਂ ਆਪਣੀ ਜਿਹੜੀ ਚੋਣ ਕਿੱਦਾਂ ਕੀਤੀ ਕਿ ਮੈਂ ਇਹ ਵਾਲੇ ਏਰੀਆ ਨੂੰ ਪੜਾਂਗਾ, ਠੀਕ ਆ, ਤੇ ਤੁਹਾਡਾ ਜਿਹੜਾ ਸਟਾਈਲ ਆਫ ਰੀਡਿੰਗ ਰਾਈਟਿੰਗ ਕੀ ਰਿਹਾ? ਮਤਲਬ ਤੁਹਾਡਾ ਕੁਝ ਕਿਸੇ ਇੱਕ ਸੋਚ ਵੱਲ ਤੁਸੀਂ ਵੱਧ ਰਹੇ ਹੋਵੋਗੇ। ਜਦੋਂ ਅਸੀਂ ਜੋ ਮਰਜ਼ੀ ਕਰਦੇ ਤੇ ਅਸੀਂ ਕਿਤੇ ਵੀ ਨਹੀਂ ਪਹੁੰਚਦੇ, ਕਈ ਵਾਰ ਇਦਾਂ ਹੋ ਜਾਂਦਾ, ਬਟ ਤੁਹਾਡਾ ਸਟਾਈਲ ਕੀ ਰਿਹਾ ਪੜ੍ਹਨ ਦਾ, ਲਿਖਣ ਦਾ ਤੇ ਚੋਣ ਕਰਨ ਦਾ ਕਿ ਮੈਂ ਕੀ ਪੜ੍ਹਨਾ? ਮੈਡਮ ਜੀ, ਇੱਕ ਤਾਂ ਨਾ ਮੇਰੇ ਫਾਦਰ
ਉਰਦੂ ਜ਼ਬਾਨ ਦੇ ਬੜੇ ਮਾਹਿਰ ਸਨ। ਉਹ ਬਹੁਤ ਵਧੀਆ ਉਰਦੂ ਲਿਖਦੇ ਸਨ, ਜਾਣਦੇ ਸਨ। ਤੇ ਘਰ ਦੇ ਵਿੱਚ ਉਹਨਾਂ ਨੇ ਕਦੀ ਕੋਈ ਅਖਬਾਰ ਜਾਂ ਕਿਸੇ ਮੈਗਜ਼ੀਨ ਦੇ ਵਿੱਚ ਕੋਈ ਗਜ਼ਲ, ਨਜ਼ਮ, ਕਵਿਤਾ ਜੇ ਛਪੀ ਹੋਣੀ ਤਾਂ ਉਹਨਾਂ ਨੇ ਬੜੀ ਉੱਚੀ ਆਵਾਜ਼ ਦੇ ਵਿੱਚ ਪੜ੍ਹ ਕੇ ਸਾਨੂੰ ਸੁਣਾਉਣੀ। ਬਚਪਨ 'ਚ ਮੇਰੇ ਉੱਤੇ ਇਹ ਪ੍ਰਭਾਵ ਪਏ। ਘਰ ਦੇ ਵਿੱਚ ਉਸ ਵੇਲੇ ਪ੍ਰੀਤ ਲੜੀ ਮੈਗਜ਼ੀਨ ਆਉਂਦਾ ਸੀ, ਗੁਰਬਖਸ਼ ਸਿੰਘ ਹੋਰਾਂ ਦਾ, ਪ੍ਰੀਤ ਨਗਰ ਤੋਂ ਛਪਦਾ ਸੀ। ਮੈਂ ਲਗਭਗ 30 ਵਰੇ ਪ੍ਰੀਤ ਲੜੀ ਮੈਗਜ਼ੀਨ ਪੜ੍ਹਿਆ। ਮੈਂ ਲਗਭਗ 25 ਵਰੇ ਆਰਸੀ ਇੱਕ ਮੈਗਜ਼ੀਨ ਪੰਜਾਬੀ ਦਾ ਸੀ, ਉਹ ਪੜ੍ਹਿਆ। ਅੰਮ੍ਰਿਤਾ ਪ੍ਰੀਤਮ ਨਾਗਮਣੀ ਮੈਗਜ਼ੀਨ ਕੱਢਦੀ ਸੀ। ਪਹਿਲੇ ਅੰਕ ਤੋਂ ਲੈ ਕੇ ਅੰਮ੍ਰਿਤਾ ਜੀ ਵੱਲੋਂ ਜਿਹੜਾ ਲਾਸਟ ਅੰਕ ਦਾ ਸੰਪਾਦਨ ਕੀਤਾ, ਉਹਦੀ ਫਾਈਲ ਅੱਜ ਵੀ ਮੇਰੇ ਕੋਲ ਘਰ ਪਈ ਹੈ। ਮੇਰੀ ਜਿਹੜੀ ਪਿੱਠ ਭੂਮੀ ਸੀ ਨਾ, ਉਹ ਪੰਜਾਬੀ ਜ਼ਬਾਨ ਦੀਆਂ ਬਿਹਤਰੀਨ ਜਿਹੜੀਆਂ ਕਿਤਾਬਾਂ ਸਨ ਉਹਨਾਂ ਦੇ ਨਾਲ ਤਿਆਰ ਹੋਈ। ਮੈਂ ਪੂਰਾ ਗੁਰਜਾਲ ਸਿੰਘ ਪੜ੍ਹਿਆ, ਮੈਂ ਪੂਰੀ ਅੰਮ੍ਰਿਤਾ ਪ੍ਰੀਤਮ ਦਾ ਸਾਰਾ ਸਾਹਿਤ ਪੜ੍ਹਿਆ, ਗੁਰਬਖਸ਼ ਸਿੰਘ ਪ੍ਰੀਤ ਲੜੀ ਦਾ ਸਾਰਾ ਸਾਹਿਤ ਪੜ੍ਹਿਆ। ਤੇ ਜਿੰਨਾ ਵੀ ਸਮਕਾਲੀ ਪੰਜਾਬੀ ਸਾਹਿਤ ਸੀ, ਚਾਹੇ ਉਹ ਕਹਾਣੀਆਂ ਸਨ, ਨਾਵਲ ਸਨ, ਨਜ਼ਮਾਂ ਸਨ, ਕਵਿਤਾਵਾਂ ਸਨ, ਤੇ ਮੈਂ ਨਾਲ ਨਾਲ ਉਹ ਪੜ੍ਹਦਾ ਗਿਆ ਤੇ ਨਾਲ ਨਾਲ ਮੇਰਾ ਲੇਖਨ ਹਿੰਦੀ ਤੇ ਪੰਜਾਬੀ ਦੇ ਵਿੱਚ ਮੈਂ ਵੀ ਲਿਖਦਾ ਗਿਆ। ਕਦੀ ਪੜ੍ਹਦਾ ਸੀ ਨਾਗਮਣੀ, ਫਿਰ ਨਾਗਮਣੀ 'ਚ ਕਵਿਤਾਵਾਂ ਛਪੀਆਂ। ਕਦੀ ਪੜ੍ਹਦਾ ਸੀ ਆਰਸੀ, ਫਿਰ ਆਰਸੀ ਵਿੱਚ ਕਵਿਤਾਵਾਂ ਛਪੀਆਂ। ਇਹ ਜਿਹੜਾ ਇੱਕ ਪ੍ਰੇਰਨਾ ਦਾ ਇੱਕ ਮੇਰੇ ਅੰਦਰ ਉਮਾਹ ਸੀ। ਔਰ ਜਿਸ ਵੇਲੇ ਮੈਂ ਗੁਰੂ ਨਾਨਕ ਦੇਵ ਯੂਨੀਵਰਸਿਟੀ 'ਚ ਆਇਆ, 1974 'ਚ ਲੈਕਚਰਰ ਹੋਇਆ, ਤੇ ਮੈਂ ਦੇਖਿਆ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿੱਚ ਪੰਜਾਬੀ ਦੇ ਬਹੁਤ ਵੱਡੇ ਵੱਡੇ ਸਾਹਿਤਕਾਰ ਨੇ। ਮੈਂ ਉਹਨਾਂ ਦੀ ਸੰਗਤ ਮਾਨੀ। ਹਿੰਦੀ ਦੇ ਬਹੁਤ ਵੱਡੇ ਆਲੋਚਕ ਡਾਕਟਰ ਰਮੇਸ਼ ਕੁੰਤਲ ਮੇਘ ਉੱਥੇ ਹਿੰਦੀ ਦੇ ਹੈੱਡ ਸਨ, ਮੈਂ ਉਹਨਾਂ ਦੀ ਸੰਗਤ ਮਾਨੀ। ਮੈਂ ਹਿੰਦੀ ਸਾਹਿਤ ਦੀਆਂ ਸਾਰੀਆਂ ਉਲਝਣਾਂ, ਹਿੰਦੀ ਸਾਹਿਤ ਦਾ ਸਾਰਾ ਇੱਕ ਅੰਦਰਲਾ ਇਤਿਹਾਸ ਡਾਕਟਰ ਮੇਘ ਦੀ ਸੰਗਤ ਵਿੱਚੋਂ ਮੈਂ ਸਿੱਖਿਆ। ਤੇ ਮੈਨੂੰ ਡਾਕਟਰ ਮੇਘ ਨੇ ਕਿਹਾ ਕਿ ਤੂੰ ਇੱਕ ਕੰਮ ਕਰ, ਤੂੰ ਪੰਜਾਬੀ ਦੀ ਵੀ MA ਹੈ, ਹਿੰਦੀ ਦੀ ਵੀ MA ਹੈ, PhD ਵੀ ਤੂੰ ਕੀਤੀ ਹੋਈ ਹੈ, ਤੂੰ ਪੰਜਾਬ ਦੇ ਹਿੰਦੀ ਸਾਹਿਤ 'ਤੇ ਕੰਮ ਕਰ। ਮੈਨੂੰ ਪਹਿਲਾਂ ਇਹ ਗੱਲ ਸਮਝ ਨਹੀਂ ਸੀ ਆਉਂਦੀ, ਪਰ ਜਿਸ ਵੇਲੇ ਮੈਂ ਗੁਰਬਾਣੀ ਬਾਰੇ, ਗੁਰੂ ਗੋਬਿੰਦ ਸਿੰਘ ਜੀ ਦੇ ਵਿਦਿਆ ਦਰਬਾਰ ਬਾਰੇ, ਭਾਈ ਗੁਰਦਾਸ ਦੇ ਕਵਿਤ ਸੋਈਆਂ ਬਾਰੇ, ਤੇ ਜਿਹੜਾ ਗੁਰਮੁਖੀ ਲਿਪੀ ਦੇ ਵਿੱਚ ਹਿੰਦੀ ਸਾਹਿਤ ਸੀ, ਮੈਂ ਜਿਸ ਵੇਲੇ ਉਹਦੇ 'ਤੇ ਆਪਣਾ ਕੰਮ ਕੀਤਾ ਤਾਂ ਮੈਨੂੰ ਪੂਰੇ ਹਿੰਦੁਸਤਾਨ ਦੇ ਵੱਡੇ ਵੱਡੇ ਜਿਹੜੇ ਹਿੰਦੀ ਦੇ ਯੂਨੀਵਰਸਿਟੀਆਂ ਸਨ, ਚਾਹੇ ਬਨਾਰਸ ਸੀ, ਚਾਹੇ ਇਲਾਹਾਬਾਦ ਸੀ, ਚਾਹੇ ਉਜੈਨ ਸੀ, ਉੱਥੋਂ ਦੇ ਹਿੰਦੀ ਦੇ ਮੁਖੀਆਂ ਨੇ ਮੈਨੂੰ ਬਾਰ-ਬਾਰ ਚਿੱਠੀਆਂ ਲਿਖੀਆਂ ਕਿ ਸਾਨੂੰ ਤੇ ਪਹਿਲੀ ਵਾਰੀ ਪਤਾ ਲੱਗਾ ਹੈ ਕਿ ਪੰਜਾਬ ਦੇ ਵਿੱਚ ਇੰਨਾ ਵਧੀਆ ਹਿੰਦੀ ਸਾਹਿਤ ਲਿਖਿਆ ਗਿਆ ਹੈ। ਮੇਰੇ ਲਈ ਇੱਕ ਪ੍ਰੇਰਨਾ ਬਣੀ। ਮੈਂ ਪੰਜਾਬ ਦੇ ਹਿੰਦੀ ਸਾਹਿਤ ਦਾ ਇਤਿਹਾਸ ਲਿਖਿਆ। ਭਾਈ ਗੁਰਦਾਸ ਜੀ ਦੇ ਕਵਿਤ ਸਵਈਏ ਦੇਵਨਾਗਰੀ ਲਿਪੀ ਵਿੱਚ, ਕਿਉਂਕਿ ਉਹ ਬ੍ਰਜ ਵਿੱਚ ਉਹਨਾਂ ਨੇ ਲਿਖੇ ਸਨ, ਮੈਂ ਉਹਨਾਂ ਦਾ ਸੰਪਾਦਨ ਕੀਤਾ। ਪੰਡਿਤ ਸ਼ਰਧਾ ਰਾਮ ਫਲੋਰੀ ਦੀ ਮੈਂ ਹੁਣੇ ਗੱਲ ਕੀਤੀ। ਮੈਂ ਪੰਜਾਬ ਦੇ ਜਿੰਨੇ ਪੰਜਾਬ ਦੇ ਵਿੱਚ ਦਰਬਾਰ ਸਨ, ਪਟਿਆਲੇ ਦਾ ਦਰਬਾਰ ਸੀ, ਕਪੂਰਥਲੇ ਦਾ ਦਰਬਾਰ ਸੀ, ਇੱਥੇ ਅਨੇਕ ਹੱਥ ਲਿਖਤ ਖਰੜੇ ਪਏ ਸਨ। ਮੈਂ ਆਪਣੇ ਵਿਦਿਆਰਥੀਆਂ ਨੂੰ ਤੇ ਖੁਦ ਅਸੀਂ ਗੁਰਮੁਖੀ ਲਿਪੀ ਵਿੱਚ ਜਿਹੜਾ ਹਿੰਦੀ ਸਾਹਿਤ ਹੈ ਉਹ ਸੰਪਾਦਨ ਵੀ ਕੀਤਾ, ਉਹਨੂੰ ਪ੍ਰਕਾਸ਼ਿਤ ਵੀ ਕੀਤਾ। ਤੇ ਪੰਜਾਬ ਸਰਕਾਰ ਦੇ ਭਾਸ਼ਾ ਵਿਭਾਗ ਨੇ, ਮੈਂ ਜਿਸਲੇ ਇਹ ਸਾਰਾ ਕਾਰਜ ਕੀਤਾ ਤਾਂ ਉਹਨਾਂ ਨੇ ਮੈਨੂੰ ਸ਼੍ਰੋਮਣੀ ਹਿੰਦੀ ਸਾਹਿਤਕਾਰ ਦੇ ਨਾਲ ਨਿਵਾਜਿਆ। ਇਹ ਮੇਰੇ ਲਗਾਤਾਰ ਅੱਜ ਵੀ ਮੈਂ ਲਗਾਤਾਰ ਪੜ੍ਹਦਾ। ਕਦੀ ਵੀ ਕੋਈ ਦਿਨ ਅਜਿਹਾ ਨਹੀਂ ਗਿਆ ਕਿ ਮੈਂ ਬੈਠ ਕੇ 3-4 ਘੰਟੇ ਨਾ ਪੜ੍ਹਿਆ ਹੋਵੇ। ਕੋਈ ਵੀ ਦਿਨ ਵਾਹਿਗੁਰੂ ਦੀ ਕਿਰਪਾ ਦੇ ਨਾਲ ਇੱਦਾਂ ਦਾ ਨਹੀਂ ਗਿਆ ਕਿ ਮੈਂ ਕੋਈ ਨਜ਼ਮ, ਕੋਈ ਲੇਖ ਅਖਬਾਰ ਵਾਸਤੇ, ਪੱਤਰਿਕਾ ਵਾਸਤੇ ਜਾਂ ਆਪਣੀ ਕਿਤਾਬ ਦੀ ਤਿਆਰੀ ਵਿੱਚ ਨਾ ਕੀਤਾ ਹੋਵੇ। ਮੈਂ ਤੁਸੀਂ ਕਹਿ ਕੇ ਇਹ ਜਿਹੜੀ ਪੜ੍ਹਨ ਦੀ ਲਗਨ, ਮੈਂ ਹੁਣੇ ਵਾਰਿਸ ਸ਼ਾਹ ਦੀ ਹੀਰ ਦਾ ਹਿੰਦੀ ਵਿੱਚ ਲਿਪਿਅੰਤਰਨ ਕੀਤਾ। ਲਗਭਗ 400 ਪੰਨੇ ਮੈਂ ਦੇਵਨਾਗਰੀ ਲਿਪੀ ਦੇ ਵਿੱਚ ਅੱਜ ਕੱਲ੍ਹ ਮੈਂ ਉਹਦੀ ਭੂਮਿਕਾ ਲਿਖ ਰਿਹਾ, ਕਿਉਂਕਿ ਬਾਰ-ਬਾਰ ਜਿਹੜੇ ਭਾਰਤੀ ਸਾਹਿਤ ਦੇ ਗਿਆਤਾ ਨੇ ਉਹ ਬਾਰ-ਬਾਰ ਹੀਰ ਵਾਰਿਸ ਦਾ ਜ਼ਿਕਰ ਕਰਦੇ ਨੇ। ਔਰ ਮੈਨੂੰ ਬਹੁਤ ਸਾਰੇ ਲੋਕਾਂ ਨੇ ਕਿਹਾ
ਕਿ ਹੀਰ ਵਾਰੇ ਸ਼ਾਹ ਦਾ ਅਨੁਵਾਦ ਨਹੀਂ ਚਾਹੀਦਾ, ਉਹ ਦੇਵਨਾਗਰੀ ਲਿਪੀ ਦੇ ਵਿੱਚ ਲਿਪਿਅੰਤਰਨ ਤੁਸੀਂ ਕਰੋ ਤਾਂ ਕਿ ਭਾਰਤੀ ਸਾਹਿਤ ਦੇ ਵਿਦਿਆਰਥੀ ਤੇ ਵਿਦਵਾਨ ਹੀਰ ਵਾਰਿਸ ਤੋਂ ਜਾਣੂ ਹੋ ਸਕਣ। ਇਹ ਮੈਂ ਸਾਰਾ ਖੋਜ ਕਾਰਜ ਤਿਆਰ ਕਰਕੇ ਰੱਖਿਆ ਹੋਇਆ ਹੈ। ਗੁਰੂ ਤੇਗ ਬਹਾਦਰ ਸਾਹਿਬ ਤੇ ਇੱਕ ਖੰਡ ਕਾਵ ਲਿਖਿਆ, ਨਵਮ ਗੁਰੂ ਕੋ ਨਮਨ, ਭਾਰਤ ਸਰਕਾਰ ਉਹਨੂੰ ਛਾਪ ਰਹੀ ਹੈ। ਤੇ ਇਹ ਜਿਹੜਾ ਅਧਿਅਨ ਦੇ ਨਾਲ ਅਧਿਆਪਨ ਵੀ ਜੁੜਿਆ ਰਿਹਾ, ਨਾਲ ਪ੍ਰਕਾਸ਼ਨ ਵੀ ਜੁੜਿਆ ਰਿਹਾ। ਇਹ ਸਾਰੀਆਂ ਚੀਜ਼ਾਂ ਨੇ ਮੈਨੂੰ ਲਗਾਤਾਰ ਹਿੰਦੀ ਪੰਜਾਬੀ ਦੇ ਸਾਹਿਤ ਦੇ ਪ੍ਰਤੀ ਜਗਾ ਕੇ ਰੱਖਿਆ। ਮੈਂ ਜਾਗਦਾ ਰਿਹਾ। ਅੱਜ ਵੀ ਮੇਰੇ ਘਰ ਵਿੱਚ 10,000 ਤੋਂ ਉੱਪਰ ਕਿਤਾਬਾਂ ਨੇ। ਅੱਜ ਵੀ ਮੇਰੀ ਕਲੋਨੀ ਦੇ ਵਿੱਚ ਸਭ ਤੋਂ ਜ਼ਿਆਦਾ ਡਾਕ ਮੇਰੇ ਘਰ ਆਉਂਦੀ ਹੈ। ਉਹਦੇ ਵਿੱਚ ਦੁਨੀਆ ਭਰ ਦੇ ਮੈਗਜ਼ੀਨ, ਦੁਨੀਆ ਭਰ ਦੀਆਂ ਕਿਤਾਬਾਂ ਮੈਨੂੰ ਮੇਰੇ ਸਹਿਯੋਗੀ ਭੇਜਦੇ ਨੇ। ਇਹ ਇੱਕ ਵਾਹਿਗੁਰੂ ਦੀ ਕਿਰਪਾ ਹੈ ਕਿ ਮੈਂ ਲਿਖਣ ਦੀ ਤੇ ਪੜ੍ਹਨ ਦਾ ਆਸ਼ੀਰਵਾਦ ਮੈਨੂੰ ਹਮੇਸ਼ਾ ਵਾਹਿਗੁਰੂ ਵੱਲੋਂ ਪ੍ਰਾਪਤ ਹੋਇਆ ਹੈ। ਬਹੁਤ ਹੀ ਵਧੀਆ ਸਰ। ਇੱਕ ਗੱਲ ਮੈਂ ਪੁੱਛਣੀ ਹੋਰ ਕਿ ਜਦੋਂ ਨਾ ਅਸੀਂ ਅਲੱਗ-ਅਲੱਗ ਭਾਸ਼ਾ ਸਿੱਖਦੇ ਹਾਂ ਤੇ ਉਹਦਾ ਵਿਚਲਾ ਤਾਲਮੇਲ ਕੀ ਹੁੰਦਾ? ਮਤਲਬ ਜਿਵੇਂ ਹੁਣ ਸਾਨੂੰ ਤੇ ਪੰਜਾਬੀ ਹਿੰਦੀ ਆਉਂਦੀ ਆ, ਜਦੋਂ ਅਸੀਂ ਵੱਖ-ਵੱਖ ਭਾਸ਼ਾ ਸਿੱਖ ਲੈਂਦੇ ਆ ਤੇ ਉਹਦਾ ਅੰਦਰ ਦਾ ਤਾਲਮੇਲ ਕੀ ਹੁੰਦਾ? ਤੁਹਾਨੂੰ ਕੀ ਲੱਗਦਾ ਕਿ ਉਹਨਾਂ ਸਾਡੀ ਕਿੱਦਾਂ ਦੀ ਲਰਨਿੰਗ ਵੱਧਦੀ ਹੈ? ਜਿੱਦਾਂ ਹੁਣ ਅਰਬੀ ਭਾਸ਼ਾ ਹੈ ਜਾਂ ਉਰਦੂ ਭਾਸ਼ਾ ਹੈ ਕਿ ਉਹਨਾਂ ਦਾ ਸਾਹਿਤ ਵੱਖਰਾ ਹੁੰਦਾ, ਉਹਨਾਂ 'ਚ ਚੀਜ਼ਾਂ ਵੱਖਰੀਆਂ ਹੁੰਦੀਆਂ ਤੇ ਨਵੀਂ ਸੋਚ ਨਿਕਲ ਕੇ ਆਉਂਦੀ ਹੈ। ਠੀਕ ਤੁਹਾਡੀ ਜਿਗਿਆਸਾ ਹੈ। ਭਾਰਤੀ ਭਾਸ਼ਾਵਾਂ ਦਾ ਜਿਹੜੀ ਅੰਦਰਲੀ ਦੁਨੀਆ ਹੈ ਨਾ, ਉਹ ਇੱਕ ਹੈ। ਜਿਵੇਂ ਫੁੱਲ ਅਲੱਗ-ਅਲੱਗ ਨੇ, ਸੁਗੰਧ ਇੱਕ ਹੈ। ਇਸੇ ਤਰ੍ਹਾਂ ਲਿਪੀਆਂ ਅਲੱਗ-ਅਲੱਗ ਨੇ, ਉਹਨਾਂ ਦਾ ਜਿਹੜਾ ਵਿਚਾਰ ਤੱਤ ਹੈ ਉਹ ਉਹਨਾਂ ਦੀ ਆਪਣੀ ਸੰਸਕ੍ਰਿਤੀ ਦੇ ਨਾਲ ਜੁੜ ਕੇ ਉਹਨਾਂ ਭਾਸ਼ਾਵਾਂ ਦਾ ਹਿੱਸਾ ਬਣਿਆ ਹੈ। ਪਰ ਇੱਕ ਗੱਲ ਦੇਖੋ ਤੁਸੀਂ, ਇਹ ਬੜੀ ਤਕਨੀਕੀ ਗੱਲ ਹੈ ਕਿ ਜਿਹੜਾ ਭਾਰਤੀ ਭਾਸ਼ਾਵਾਂ ਦਾ ਕਾਵਿ ਸ਼ਾਸਤਰ ਹੈ, ਕਾਵਿ ਸ਼ਾਸਤਰ ਦਾ ਮਤਲਬ ਜਿਹੜੇ ਨਿਯਮ ਨੇ ਗਦ ਲਿਖਣ ਦੇ, ਕਵਿਤਾ ਲਿਖਣ ਦੇ, ਨਿਬੰਧ ਲਿਖਣ ਦੇ ਜਾਂ ਹੋਰ ਜਿਹੜੀਆਂ ਸਾਹਿਤ ਦੀਆਂ ਵੰਨਗੀਆਂ ਨੇ, ਉਹਨਾਂ ਦੇ ਪਿੱਛੇ ਜਿਹੜਾ ਵਿਆਕਰਨ, ਜਿਹੜਾ ਭਾਸ਼ਾ ਵਿਗਿਆਨ, ਜਿਹੜਾ ਕਾਵਿ ਸ਼ਾਸਤਰ ਕੰਮ ਕਰ ਰਿਹਾ ਹੈ ਨਾ, ਉਹ ਇੱਕੋ ਹੀ ਹੈ। ਉਹ ਸੰਸਕ੍ਰਿਤ ਦੀ ਪਰੰਪਰਾ, ਮਰਾਠੀ ਵਾਲੇ ਵੀ ਸੰਸਕ੍ਰਿਤ ਦੇ ਕਾਵਿ ਸ਼ਾਸਤਰ ਨੂੰ ਮੰਨਦੇ ਨੇ, ਪੰਜਾਬੀ ਵਾਲੇ ਵੀ ਮੰਨਦੇ ਨੇ, ਉੜੀਆ ਵਾਲੇ ਵੀ ਮੰਨਦੇ ਨੇ, ਕੋਂਕਣੀ ਵਾਲੇ ਵੀ ਮੰਨਦੇ ਨੇ। ਇੱਕ ਤਾਂ ਭਾਰਤੀ ਭਾਸ਼ਾਵਾਂ ਨੂੰ ਕਾਵਿ ਸ਼ਾਸਤਰ ਜੋੜਦਾ ਹੈ। ਪਰ ਤੁਹਾਡਾ ਸਵਾਲ ਹੋਰ ਵੀ ਦਿਲਚਸਪ ਹੈ ਕਿ ਇੱਕ ਵਿਅਕਤੀ ਜਿਹੜੇ ਬਹੁਤ ਸਾਰੀਆਂ ਭਾਸ਼ਾਵਾਂ ਸਿੱਖ ਲੈਂਦਾ ਹੈ ਜਾਂ ਬੋਲਣ ਦੀ ਕੋਸ਼ਿਸ਼ ਕਰਦਾ ਹੈ ਜਾਂ ਲਿਖਣ ਦੀ ਕੋਸ਼ਿਸ਼ ਕਰਦਾ ਹੈ, ਤੇ ਉਹਦੇ ਅੰਦਰਲੀ ਦੁਨੀਆ ਕਿਸ ਤਰ੍ਹਾਂ ਦੇ ਪ੍ਰਭਾਵ ਕਬੂਲ ਕਰਦੀ ਹੈ? ਇਹ ਬੜਾ ਮਨੋਵਿਗਿਆਨਕ ਪ੍ਰਸ਼ਨ ਹੈ। ਮੈਂ ਪੰਜਾਬ ਦੇ ਸੰਦਰਭ ਵਿੱਚ ਗੱਲ ਸਪਸ਼ਟ ਕਰਨੀ ਚਾਹਾਂਗਾ। ਪੰਜਾਬੀਆਂ ਨੂੰ ਇੱਕ ਨਾ ਵਰਦਾਨ ਮਿਲਿਆ ਹੋਇਆ ਹੈ। ਉਹ 4-5 ਜ਼ਬਾਨਾਂ ਸਹਿਜ ਸਿੱਖ ਲੈਂਦੇ ਨੇ, ਬੋਲ ਲੈਂਦੇ ਨੇ, ਲਿਖ ਲੈਂਦੇ ਨੇ, ਮੁਹਾਰਤ ਹਾਸਲ ਕਰ ਲੈਂਦੇ ਨੇ ਤੇ ਆਪਣਾ ਨਾਂ ਉਹਨਾਂ ਭਾਸ਼ਾਵਾਂ ਦੇ ਵਿੱਚ ਚਮਕਾ ਸਕਦੇ ਨੇ। ਹੁਣ ਤੁਸੀਂ ਖੁਦ ਅੰਗਰੇਜ਼ੀ ਦੇ ਇਹਨੇ ਗਿਆਤਾ ਜੇ, ਖੁਸ਼ਵੰਤ ਸਿੰਘ ਪੰਜਾਬੀ ਪਰ ਅੰਗਰੇਜ਼ੀ ਦਾ ਬਹੁਤ ਵੱਡਾ ਲੇਖਕ। ਇੱਕ ਹਿੰਦੀ ਦੇ ਲੇਖਕ ਨੇ ਅੱਗੇ, ਬਹੁਤ ਵੱਡੇ ਲੇਖਕ ਨੇ। ਉਹਨਾਂ ਨੇ ਹਿੰਦੀ ਨਾਵਲ, ਹਿੰਦੀ ਕਵਿਤਾ, ਹਿੰਦੀ ਨਿਬੰਧ, ਉਹਨਾਂ ਤੋਂ ਬਿਨਾਂ ਇਨਕੰਪਲੀਟ ਹੈ ਹਿੰਦੀ ਸਾਹਿਤ ਦਾ। ਮੇਰੀ ਇੱਕ ਵਾਰੀ ਅਗੇ ਜੀ ਨਾਲ ਗੱਲ ਹੋਈ, ਮੈਂ ਹਿੰਦੀ 'ਚ ਗੱਲ ਕੀਤੀ। ਬਹੁਤ ਵੱਡਾ ਲੇਖਕ, ਅਸੀਂ ਤਾਂ ਉਹਨਾਂ ਨਾਲ ਗੱਲ ਕਰਨ ਤੋਂ ਡਰਦੇ ਸੀ। ਇੱਕ ਮੀਟਿੰਗ 'ਚ ਮੈਨੂੰ ਸਵਾਬ ਬਣਿਆ, ਮੈਂ ਹਿੰਦੀ ਬੋਲੀ। ਮੈਨੂੰ ਕਹਿੰਦੇ ਬਾਅਦ ਵਿੱਚ ਮੈਂ ਤੇਰੇ ਨਾਲ ਪੰਜਾਬੀ 'ਚ ਗੱਲ ਕਰਾਂਗਾ। ਮੈਂ ਹੈਰਾਨ ਰਹਿ ਗਿਆ। ਉਹ ਕਹਿੰਦੇ ਮੈਂ ਘਰ 'ਚ ਕਦੀ ਹਿੰਦੀ ਨਹੀਂ ਬੋਲੀ, ਮੇਰੀ ਮਾਂ ਬੋਲੀ ਪੰਜਾਬੀ ਹੈ। ਭਾਵੇਂ ਮੈਂ ਅੰਗਰੇਜ਼ੀ, ਸੰਸਕ੍ਰਿਤ, ਹਿੰਦੀ ਬਹੁਤ ਸਾਰੇ ਦੁਨੀਆ ਦੇ ਯੂਨੀਵਰਸਿਟੀਆਂ 'ਚ ਉਹਨਾਂ ਨੇ ਪੜ੍ਹਾਇਆ ਸੀ। ਕਹਿੰਦੇ ਮੈਂ ਜਾਣਨਾ, ਪਰ ਕਹਿੰਦੇ ਮੇਰੇ ਅੰਦਰ ਪੰਜਾਬੀ ਦਾ ਵਿਆਕਰਨ, ਪੰਜਾਬੀ ਦੀ ਸੰਵੇਦਨਾ ਵਸੀ ਹੋਈ ਹੈ। ਇੱਕ ਮੈਡਮ ਹੋਰ ਬੜਾ ਦਿਲਚਸਪ ਕਿੱਸਾ ਹੈ। ਸਾਡੀ ਯੂਨੀਵਰਸਿਟੀ ਨੇ ਇੱਕ ਵਾਰੀ ਫਿਲਮ ਦੇ ਬਹੁਤ ਵੱਡੇ ਐਕਟਰ ਨੇ ਦਿਲੀਪ ਕੁਮਾਰ ਨੂੰ ਬੁਲਾਇਆ, ਉਹਨਾਂ ਨੂੰ ਆਨਰਰੀ ਡੀਲਿਟ ਦੀ ਡਿਗਰੀ ਦਿੱਤੀ।
ਮੇਰੀ ਯੂਨੀਵਰਸਿਟੀ ਨੇ ਡਿਊਟੀ ਲਗਾਈ ਕਿ ਦਲੀਪ ਕੁਮਾਰ ਨੂੰ ਦਰਬਾਰ ਸਾਹਿਬ ਲੈ ਕੇ ਜਾਣਾ ਤੇ ਬਾਅਦ ਵਿੱਚ ਉਹਨਾਂ ਨੂੰ 에ਅਰਪੋਰਟ ਤੇ ਛੱਡਣਾ। ਉਹ ਜਿਸ ਵੇਲੇ ਉਹ ਕਨਵੋਕੇਸ਼ਨ ਖਤਮ ਹੋ ਗਈ, वो ठहरे हुए सर गेस्ट हाउस। मैं गया, मैंने कहा जी मैंने आपके साथ जाना है दरबार साहब। दलीप कुमार मैनू कहने लगा सरदार जी मैं तुहाडे नाल मत्था टेकन जाना है दरबार साहब। मैं हैरान रह गया। कहते मैं पठान हाँ, मेरी माँ बोली पंजाबी है और कहते मैं तुहाडे नालों वधिया पंजाबी जानना। मैनू उन्होंने एक किस्सा सुनाया। कहते जिस वे फिल्म की शूटिंग होंगी है तो कोई बड़ा औखा सीन होंदा है, कहते मैं उस दिन दिना रोक। कहते मैं घर आके ना पंजाबी दे विच बोल के उस सीन का अभ्यास करना। कहते दूजे दिन जिसले मैं स्टेज ते जाना तो कहते फिर मैं उर्दू ते हिंदी दे विच उस सीन नूं बड़े चंगे ढंग नाल फिल्माना। ये माँ बोली की जबान की ताकत है। भाषावां जिन्नियां सिखियां जान थोड़ियां ने, भाषा हमेशा जोड़दियां ने। असी जे जिन्नियां जबानां जानांगे साडे वास्ते एक बड़ा वरदान है। हुण देखो तुसी, मैं तुहाडे नाल गल कर रहा सी कि हिंदुस्तान दे विच नवीं सिक्ख्या नीति लागू हो रही है। उस कमेटी का मैं भी मैंबर सी ते बार बार साडे सामने सवाल ये आउंदा सी कि भारतीय भाषावां दे विच विश्व के ज्ञान नूं, भारत की परंपरा नूं किस तरह माँ बोलियां दे राही प्रचारित किया जाए, बच्चों नूं किवें जोड़िया जाए। तो अज ये कोई वंगार नहीं। अज तुसी देखो कि अपनियां भाषावां नाल जुड़े तुहानूं बेहतरीन जिहड़े विद्वान ने, लेखक ने, वो मिलणगे ते उन्हां दीयां किताबां दा अनुवाद अज एशिया के देशों में हो रहा है। हिंदी का, पंजाबी का, गुरदियाल सिंह का एक नावल है मड़ी का दीवा, हुणे जर्मनी च उनका अनुवाद होया है। हुणे उन्होंने चीनी भाषा के विच उनका अनुवाद किया है। ये जिहड़ी एक प्रक्रिया है ना भाषावां नूं नेड़े लियाउण दी, ये व्यक्ति की अंदरली दुनिया का भी विस्तार करती है। जिहड़ी गल तुसीं पूछी है, साढ़े बहुत सारे कोने खुलते हैं। एक रूसी लेखक है रसूल हमजा तोज, उन्हें लिखा है, कहता जे किसी को कोई अभिशाप देना होवे ना तो कहता मैं तो इहो ही अभिशाप देवांगा, जा तेनू तेरी माँ बोली भुल जावे। ये ताकत है माँ बोली की, बाकी जबाना की। जिन्नियां भाषावां असी सीख सकीए साढ़े ज्ञान का विस्तार होवेगा ते ज्ञान का जिहड़ा सूरज है वो साडे अंदर इन्ना चानण फैलाएगा कि असी बाहरी जिहड़ा एक हनेरा है उन्होंने भी चीर के रख देवांगे। जी आपां किताबां दी गल करिए ते 50 प्लस किताबां दी क्या कि लिख चुके हो तुसी ते किहदे अराउंड रहियां तुहाडीआं बुक्स, किन्नियां सी बुक लिख चुके हैं, किन्ना एडिटिंग वर्क कर चुके हैं? मेरे जिहड़ा किताबां दा मुख सरोकार सी ना वो पंजाब नाल जुड़िया होया। मैं जो पहला जिक्र कर चुका, मैं बहुत सारा इहो जिहा साहित्य एडिट किया कि जिहड़ा हिंदी का सी ते बाहर दे दुनिया नूं, भारत नूं उहदे बारे पता नहीं सी। बहुत सारे इहो जिहे लेखक जिन्हां ने अपने वेले बहुत वड्डियां पुलांघां पुट्टियां सन पर उन्हां दा जिक्र होणों हट गया सी। मैं उन्हां नूं लाइट च लैके आउण दी कोशिश की। मैं हुणे जिन्हां किताबां इस तो इलावा तुसीं देखो मैं पंजाब दा समकाली हिंदी साहित्य, पंजाब दा मध्यकालीन हिंदी साहित्य, पंजाब दा उत्तर मध्यकालीन साहित्य, पंजाब दा आदकालीन साहित्य, ये चीज़ां मैं दुनिया के सामने रखी। तो फिर गुरु गोबिंद सिंह के विद्या दरबार के 52 कवियों का जिक्र किया और उहदे नाल नाल जिहड़ा आधुनिक साहित्य रचिया जा रहा है पंजाब दे विच, उन्हां लेखकां दा, लेखिकावां दा, उन्हां कवियां का जिक्र किया। तो उन्हां दीयां जिहड़ियां किताबां
ਕਈ ਲੋਕਾਂ ਮੈਂ ਇੱਕ ਬੜੀ ਦਿਲਚਸਪ ਗੱਲ ਹੈ, ਇੱਕ ਬਹੁਤ ਵੱਡੇ ਹਿੰਦੀ ਦੇ ਕਵੀ ਨੇ, ਉਹਨਾਂ ਨੇ ਬਹੁਤ ਸਾਰੀਆਂ ਇੱਦਾਂ ਦੀਆਂ ਚੀਜ਼ਾਂ ਲਿਖੀਆਂ ਲੋਕਾਂ ਨੂੰ ਜ਼ਬਾਨੀ ਯਾਦ ਸਨ। ਉਹਨਾਂ ਨੂੰ ਕਹਿੰਦੇ ਸਨ ਵੀ ਇਹ ਨਾ ਬਨਾਰਸ ਦਾ ਰਹਿਣ ਵਾਲਾ ਹੈ। ਮੈਂ ਜਿਸਲੇ ਉਹਨਾਂ ਦੀਆਂ ਕੁਝ ਰਚਨਾਵਾਂ ਪੜ੍ਹੀਆਂ ਤੇ ਮੈਨੂੰ ਲੱਗਾ ਕਿ ਜਿਸ ਤਰ੍ਹਾਂ ਦੀ ਇਹ ਭਾਸ਼ਾ ਪ੍ਰਯੋਗ ਕਰ ਰਿਹਾ ਹੈ, ਇਹ ਬਨਾਰਸ ਦਾ ਨਹੀਂ ਹੋ ਸਕਦਾ। ਮੈਂ ਉਹਨਾਂ ਦੀਆਂ ਰਚਨਾਵਾਂ ਪੜ੍ਹਦਿਆਂ ਮੈਨੂੰ ਇੱਕ ਤੱਥ ਲੱਭਾ ਕਿ ਇਹ ਵਿਅਕਤੀ ਪੰਜਾਬ ਦਾ ਰਹਿਣ ਵਾਲਾ ਸੀ। ਟਾਂਡੇ ਦੇ ਕੋਲ ਉਹਦਾ ਪਿੰਡ ਸੀ, ਔਰ ਇੱਕ ਵਾਰੀ ਮੈਂ ਅਖਬਾਰ 'ਚ ਖਬਰ ਪੜ੍ਹੀ ਕਿ ਟਾਂਡੇ ਦਾ ਉਹ ਜਿਹੜਾ ਪਿੰਡ ਸੀ, ਉਸ ਪਿੰਡ ਉਸ ਕਵੀ ਦੇ ਨਾਂ ਦੇ ਉੱਤੇ ਕਬੱਡੀ ਮੈਚ ਕਰਵਾਉਂਦੇ ਸਨ। ਮੈਂ ਬੜਾ ਹੈਰਾਨ ਹੋਇਆ। ਮੈਂ ਉਸ ਪਿੰਡ ਗਿਆ, ਝੀਂਗੜ ਕਲਾਂ ਉਸ ਪਿੰਡ ਦਾ ਨਾਂ ਸੀ। ਮੈਂ ਜਦੋਂ ਪਤਾ ਕੀਤਾ, ਉਹ ਕਹਿੰਦੇ ਜੀ ਇਹ ਤਾਂ ਪੰਡਤ ਜੀ ਸਾਡੇ ਪਿੰਡ ਦੇ ਰਹਿਣ ਵਾਲੇ ਨੇ ਤੇ ਇਹ ਉਦਾਸੀ ਸਾਧੂ ਸਨ ਤੇ ਦਰਬਾਰ ਸਾਹਿਬ ਦੇ ਕੋਲ ਰਹਿੰਦੇ ਸਨ, ਤੇ ਜਿਹੜੇ ਬਨਾਰਸ ਵਾਲੇ ਸਾਧੂ ਆਉਂਦੇ ਸਨ ਉਹਨਾਂ ਦੇ ਨਾਲ ਰਲ ਕੇ ਇਹ ਬਨਾਰਸ ਜਾਂਦੇ ਸਨ, ਤੇ ਉਹਨਾਂ ਦਾ ਜਿਹੜਾ ਕਲਾਮ ਸੀ ਉਹ ਸਾਰਾ ਬਨਾਰਸ ਵਿੱਚ ਛਪਿਆ। ਤੇ ਗਿਰਧਰ ਕਵੀ ਰਾਏ ਉਸ ਕਵੀ ਦਾ ਨਾਮ ਸੀ। ਮੈਂ ਗਿਰਧਰ ਕਵੀ ਰਾਏ ਦੀ ਸਾਰੀ ਰਚਨਾ ਦਾ ਸੰਪਾਦਨ ਕੀਤਾ, 50 ਪੰਨਿਆਂ ਦੀ ਭੂਮਿਕਾ ਲਿਖੀ ਕਿ ਗਿਰਧਰ ਕਵੀ ਰਾਏ ਪੰਜਾਬੀ ਹੈ, ਪੰਜਾਬ ਦਾ ਰਹਿਣ ਵਾਲਾ ਹੈ, ਟਾਂਡੇ ਦੇ ਕੋਲ ਉਹਦਾ ਪਿੰਡ ਝੀਂਗੜ ਕਲਾਂ ਹੈ। ਮੈਂ ਝੀਂਗੜ ਕਲਾਂ ਦੀ ਫੋਟੋ ਛਾਪੀ ਆਪਣੀ ਅਖਬਾਰ ਦੇ, ਆਪਣੇ ਉਸ ਕਿਤਾਬ ਦੇ ਉੱਪਰ। ਤਾਂ ਹਿੰਦੀ ਸਾਹਿਤ ਦੇ ਵੱਡੇ ਵੱਡੇ ਆਲੋਚਕ ਉਹਨਾਂ ਨੇ ਮੈਨੂੰ ਲਿਖਿਆ ਕਿ ਤੁਹਾਡੀ ਗੱਲ ਠੀਕ ਹੈ, ਇਹ ਜਿੱਦਾਂ ਦੀ ਭਾਸ਼ਾ ਪ੍ਰਯੋਗ ਕਰ ਰਿਹਾ ਉਹ ਭਾਸ਼ਾ ਹਿੰਦੀ, ਪੰਜਾਬੀ ਤੇ ਉਰਦੂ ਦਾ ਸੁਮੇਲ ਹੈ, ਔਰ ਇੱਦਾਂ ਦਾ ਸੁਮੇਲ ਪੰਜਾਬੀ ਕਵੀ ਹੀ ਕਰ ਸਕਦੇ ਨੇ। ਤੇ ਹਿੰਦੀ ਸਾਹਿਤ ਦੇ ਇਤਿਹਾਸ ਦੇ ਵਿੱਚ ਉਸ ਕਵੀ ਗਿਰਧਰ ਕਵੀ ਰਾਏ ਬਾਰੇ ਇੱਕ ਰਾਏ ਬਦਲ ਗਈ। ਲੋਕਾਂ ਨੇ ਦੁਬਾਰਾ ਸੋਚਣਾ ਸ਼ੁਰੂ ਕੀਤਾ ਤੇ ਉਹਨਾਂ ਦੀ ਜਿਹੜੀ ਰਚਨਾ ਪਾਠ ਪੁਸਤਕਾਂ ਵਿੱਚ ਛਪਦੀ ਸੀ, ਉਹਦੇ ਵਿੱਚ ਦਰਜ ਹੋ ਗਿਆ ਕਿ ਗਿਰਧਰ ਕਵੀ ਰਾਏ ਪੰਜਾਬ ਦਾ ਰਹਿਣ ਵਾਲਾ ਹੈ। ਇਹ ਜਿਹੜੀ ਖੋਜ ਹੈ ਇਹ ਪ੍ਰੋਫੈਸਰ ਹਰਮਿੰਦਰ ਸਿੰਘ ਬੇਦੀ ਨੇ ਕੀਤੀ ਹੈ। ਇਹ ਮੇਰੇ ਸਾਰਾ ਖੋਜ ਦਾ, ਲਿਖਣ ਦਾ, ਔਰ ਇਸੇ ਕਰਕੇ ਮੈਨੂੰ ਜਿਹੜੀ ਰਾਸ਼ਟਰੀ ਪੱਧਰ 'ਤੇ ਪਹਿਚਾਣ ਬਣੀ, ਉਹਦੇ 'ਤੇ ਅਕਸਰ ਲੋਕੀ ਕਹਿੰਦੇ ਨੇ ਕਿ ਪੰਜਾਬ ਦੇ ਹਿੰਦੀ ਸਾਹਿਤ ਦੀ ਰਾਸ਼ਟਰੀ ਪਹਿਚਾਣ ਤੁਸੀਂ ਬਣਾਈ। ਮੈਂ ਨਹੀਂ ਜਾਣਦਾ ਕਿ ਮੈਂ ਕਿੰਨੀ ਕੁ ਬਣਾਈ, ਪਰ ਲੋਕਾਂ ਤੱਕ ਇਹ ਸੰਦੇਸ਼ ਜ਼ਰੂਰ ਪਹੁੰਚਿਆ ਕਿ ਜਿਹੜਾ ਪੰਜਾਬ ਦਾ ਹਿੰਦੀ ਸਾਹਿਤ ਹੈ, ਜੇ ਉਸ ਸਾਹਿਤ ਦੇ ਮੁੱਢਲੇ ਜਾਂ ਪੁਰਾਣੇ ਜਾਂ ਆਧੁਨਿਕ ਕੋਈ ਸੰਦਰਭ ਦੇਖਣੇ ਨੇ ਤਾਂ ਉਹ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿੱਚ ਜਿਹੜਾ ਖੋਜ ਕਾਰਜ ਮੈਂ ਕਰਵਾਇਆ ਹੈ ਉਸ ਤੋਂ ਉਹ ਗੱਲਾਂ ਪ੍ਰਾਪਤ ਹੋ ਸਕਦੀਆਂ ਨੇ। ਇਸ ਲਈ ਮੇਰੇ ਅਧਿਆਪਨ ਦਾ ਪੰਜਾਬ ਦੇ ਨਾਲ, ਔਰ ਮੈਨੂੰ ਇਹ ਲੱਗਾ ਕਿ ਮੈਂ ਜ਼ਿੰਦਗੀ ਸ਼ਾਇਦ ਸਾਰਥਕ ਵੀ ਤਾਂ ਹੀ ਹੋਇਆ ਕਿ ਮੈਂ ਪੰਜਾਬੀਅਤ, ਪੰਜਾਬ ਤੇ ਪੰਜਾਬ ਦੇ ਹਿੰਦੀ ਸਾਹਿਤ ਦੇ ਪ੍ਰਤੀ ਆਪਣੇ ਅੰਦਰ ਇੱਕ ਅਲਖ ਜਗਾ ਕੇ ਰੱਖੀ। ਤੁਸੀਂ ਤੱਥ ਬੜੇ ਕੱਢੇ। ਮੈਂ ਵੀ ਇੰਟਰਵਿਊ 'ਚ ਇੱਕ ਜਿਹੜਾ ਤੱਥ ਕੱਢਿਆ ਉਹ ਵੀ ਮੈਂ ਦੱਸਦੀ ਹਾਂ। ਇਸ ਤੋਂ ਪਹਿਲਾਂ ਮੈਂ ਆਪਣੀ ਆਡੀਅנס ਨੂੰ ਇਹ ਵੀ ਦੱਸਣਾ ਚਾਹੁੰਦੀ ਕਿ ਮੈਂ ਸਰ ਨੂੰ ਇੰਟਰਵਿਊ ਤੋਂ ਪਹਿਲਾਂ ਸਵਾਲ ਕੀਤਾ ਕਿ ਪੰਜਾਬੀ 'ਚ ਇੰਟਰਵਿਊ ਕਰੀਏ ਕਿ ਹਿੰਦੀ 'ਚ, ਕਿਉਂਕਿ ਇੱਕ ਤੇ ਮੇਰਾ ਪੇਜ ਵੀ ਸਾਰੇ ਹਿੰਦੀ ਵਿੱਚ, ਮਤਲਬ ਪੂਰਾ ਇੰਡੀਆ ਸੁਣਦਾ ਪੇਜ, ਪਲੱਸ ਸਰ ਹੈਗੇ ਪਦਮ ਸ਼੍ਰੀ ਤੇ ਪੂਰਾ ਭਾਰਤ ਹੀ ਉਹਨਾਂ ਨੂੰ ਸੁਣਨਾ ਚਾਹੇਗਾ। ਤੇ ਫਿਰ ਵੀ ਸਰ ਨੇ ਮੈਨੂੰ ਕਿਹਾ ਕਿ ਪੰਜਾਬੀ 'ਚ ਕਰਨੀ ਆ। ਜੋ ਤੁਸੀਂ ਹੁਣ ਆਪਣੇ ਆਨਸਰ ਵਿੱਚ ਵੀ ਮੈਨੂੰ ਦੱਸ ਰਹੇ ਜੇ, ਆਪਣੇ ਜਵਾਬ 'ਚ ਜੋ ਦੱਸ ਰਹੇ ਜੇ, ਇੱਕ ਛੋਟੀ ਜਿਹੀ ਲਾਈਨ ਵਿੱਚ ਵੀ ਉਹ ਗੱਲ ਝਲਕਦੀ ਆ ਕਿ ਪੰਜਾਬੀ ਪਹਿਲਾਂ। ਤੇ ਜੇ ਮੈਂ ਤੱਥ ਕੱਢਣ ਦੀ ਗੱਲ ਕਰਾਂ ਜਾਂ ਟੈਕਨੀਕਲ ਗੱਲ ਕਰਾਂ ਤੇ ਮੈਨੂੰ ਲੱਗਦਾ ਕਿ ਮੈਂ ਹੁਣ ਅਸਲ ਤੁਹਾਨੂੰ ਸਮਝ ਪਾਈ ਆ। ਤੁਹਾਡੀ ਪ੍ਰੋਫਾਈਲ 'ਚ ਵੀ ਸਭ ਤੋਂ ਉੱਪਰ ਲਿਖਿਆ ਕਿ ਤੁਸੀਂ ਹਿੰਦੀ ਆਥਰ ਹੋ, ਪਰ ਪੰਜਾਬੀ ਨੂੰ ਕਨਵਰਟ ਕਰਨ ਲਈ ਇੱਕ ਮਾਹਿਰ ਹਿੰਦੀ ਆਥਰ ਦੀ ਕਿੰਨੀ ਜ਼ਰੂਰਤ ਸੀ। ਤੇ ਜਦੋਂ ਲੋਕੀ ਸਾਰੇ ਕਹਿੰਦੇ ਕਿ ਮਾਂ ਬੋਲੀ ਨੂੰ ਪ੍ਰੈਫਰੈਂਸ ਦਿਓ, ਤੁਸੀਂ ਹਿੰਦੀ 'ਚ ਕਿਉਂ ਲਿਖਿਆ, ਤੁਸੀਂ ਹਿੰਦੀ ਦੇ ਕੋਈ ਪ੍ਰੋਫੈਸਰ ਬਣੇ, ਪਰ ਅੱਜ ਦੇਖੋ ਕਿ ਇਹਦੇ ਵਿੱਚ ਵੀ ਕਿੰਨੀ ਇੱਕ ਅੱਖਾਂ ਖੋਲਣ ਵਾਲੀ ਗੱਲ ਆ ਕਿ ਆਪਣੀ ਭਾਸ਼ਾ 'ਚ ਅਸੀਂ ਮੁਹਾਰਤ ਤੇ ਹਾਸਲ ਕਰਨੀ, ਪਰ ਦੂਸਰੀ ਭਾਸ਼ਾ ਵਿੱਚ ਵੀ ਦੁਨੀਆ ਤੱਕ ਆਪਣੀ ਚੀਜ਼ ਲੈ ਕੇ ਜਾਣਾ ਕਿ ਪੰਜਾਬ ਵਿੱਚ ਅਸੀਂ ਕੀਤਾ ਕੀ, ਸਾਡੇ ਗੁਰੂਆਂ ਨੇ ਕੀ ਕੀਤਾ, ਜਿੰਨੇ ਵੀ ਅਚੀਵਰ ਸੀ ਉਹਨਾਂ ਨੇ ਕੀ ਕੀਤਾ,
ਜੇ ਸਾਨੂੰ ਕੋਈ ਹੋਰ ਭਾਸ਼ਾ ਨਹੀਂ ਆਉਂਦੀ ਹੋਏਗੀ ਤੇ ਅਸੀਂ ਉਹਨੂੰ ਕਿੱਦਾਂ ਦੁਨੀਆ ਤੱਕ ਪਹੁੰਚਾਵਾਂਗੇ। ਜਦੋਂ ਤੁਸੀਂ ਜਰਮਨੀ ਦੀ ਗੱਲ ਕਰ ਰਹੇ ਹੋ, ਹਿੰਦੀ ਦੀ ਗੱਲ ਕਰ ਰਹੇ ਹੋ, ਜੈਸੇ ਕਿਸੇ ਵੀ ਭਾਸ਼ਾ ਦੀ ਗੱਲ ਕਰ ਰਹੇ, ਸੋ ਇਹ ਮੈਂ ਸਿੱਖਿਆ ਜੀ ਹੁਣ ਤੱਕ। ਜਿਹੜਾ ਤੁਹਾਡਾ ਲਿਟਰੇਚਰ ਦਾ ਸਫ਼ਰ ਤੇ ਹੈ ਨਾ ਚੱਲਦਾ ਪਿਆ। ਅਦਰਵਾਈਜ਼ ਜੇ ਆਪਾਂ ਟਰੈਵਲ ਦੀ ਗੱਲ ਕਰੀਏ, ਫਿਰ ਤੁਹਾਨੂੰ ਕਿੱਥੇ ਜਾਣ ਦਾ ਮੌਕਾ ਮਿਲਿਆ, ਕਿਹੜੀਆਂ ਤੁਹਾਡੇ ਯਾਦਗਾਰੀ ਪਲ ਬਣ ਕੇ ਰਹਿ ਗਏ ਜਾਂ ਪਲ ਜਾਂ ਮੂਮੈਂਟਸ? ਕਿਉਂਕਿ ਜਦੋਂ ਆਪਾਂ ਇੱਕ ਅੱਛਾ ਕਾਰਜ ਕਰ ਰਹੇ ਹਾਂ, ਕਿਸੇ ਵਿੱਚ ਮੁਹਾਰਤ ਹਾਸਲ ਕਰ ਲੈਂਦੇ ਹਾਂ ਜਾਂ ਅਸੀਂ ਕਿਸੇ ਸਟੇਜ ਤੇ ਪਹੁੰਚਦੇ, ਸਾਨੂੰ ਮੌਕਾ ਮਿਲਦਾ ਕਿ ਅਸੀਂ ਹਿਮਾਚਲ ਜਾ ਰਹੇ ਹਾਂ, ਅਸੀਂ ਸਾਊਥ ਵਿੱਚ ਜਾ ਰਹੇ ਹਾਂ, ਅਸੀਂ ਡਿਫਰੈਂਟ ਇਵੈਂਟ 'ਚ ਪਾਰਟਿਸਿਪੇਟ ਕਰ ਰਹੇ ਹਾਂ, ਤੇ ਜਿਹੜਾ ਟਰੈਵਲ ਰਿਹਾ ਜਾਂ ਅਲੱਗ-ਅਲੱਗ ਜਗ੍ਹਾ ਤੇ ਤੁਹਾਨੂੰ ਜਾਣ ਦਾ ਮੌਕਾ ਮਿਲਿਆ, ਉਹਦੇ ਤੋਂ ਕੀ ਲਰਨਿੰਗ ਐਡ ਹੋਈ ਤੁਹਾਡੀ ਲਾਈਫ ਦੇ ਵਿੱਚ? ਕਿ ਹਿੰਦੀ ਬਹੁਤ ਵੱਡੀ ਭਾਸ਼ਾ ਹੈ। ਅੱਜ ਦੁਨੀਆ ਦੇ ਵਿੱਚ 70 ਕਰੋੜ ਲੋਕ ਜਾਂ ਤਾਂ ਹਿੰਦੀ ਜਾਣਦੇ ਨੇ, ਜਾਂ ਹਿੰਦੀ ਬੋਲਦੇ ਨੇ, ਜਾਂ ਹਿੰਦੀ ਸਮਝਦੇ ਨੇ, ਜਾਂ ਹਿੰਦੀ ਲਿਖ ਲੈਂਦੇ ਨੇ, ਪੜ੍ਹ ਲੈਂਦੇ ਨੇ। 70 ਕਰੋੜ ਲੋਕਾਂ ਦੀ ਭਾਸ਼ਾ ਦਾ ਨਾਮ ਹਿੰਦੀ ਹੈ। ਹਿੰਦੀ ਦੇ ਨਾਲ ਇੱਕ ਰਿਸ਼ਤਾ ਜੁੜਨ ਕਰਕੇ, ਹਿੰਦੀ ਵਿੱਚ ਲਿਖਣ ਕਰਕੇ, ਔਰ ਉਹ ਵੀ ਫਿਰ ਉਹੀ ਗੱਲ ਕਿ ਪੰਜਾਬ ਦੇ ਬਾਰੇ ਲਿਖਣ ਕਰਕੇ, ਹਿੰਦੀ ਭਾਸ਼ਾ ਦੇ ਰਾਹੀਂ ਮੈਂ ਇੱਕ ਪਹਿਚਾਨ ਪੰਜਾਬ ਦੀ ਬਣਾਈ। ਮੈਂ ਪੰਜਾਬ ਦੇ ਭਗਤੀ ਸਾਹਿਤ ਨੂੰ ਹਿੰਦੀ ਸਾਹਿਤ ਦੇ ਸਾਹਮਣੇ ਰੱਖਿਆ। ਲੋਕਾਂ ਨੇ ਇਹ ਮਹਿਸੂਸ ਕੀਤਾ ਕਿ ਜਿਹੜਾ ਭਗਤੀ ਅੰਦੋਲਨ ਦੀ ਅਸੀਂ ਗੱਲ ਕਰਨੇ ਆ, ਉਹਦੀ ਜੇ ਕੋਈ ਸੇਕਰੇਟ ਟੈਕਸਟ ਹੈ ਤਾਂ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਹੈ। ਮੇਰੇ ਇਹ ਸਾਰੇ ਕਾਰਜ ਨੇ ਲੋਕਾਂ ਦੇ ਵਿੱਚ ਗੁਰਮਤਿ ਦਰਸ਼ਨ ਦੇ ਪ੍ਰਤੀ, ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪ੍ਰਤੀ, ਦਸਮ ਪਿਤਾ ਦੀ ਬਾਣੀ ਦੇ ਪ੍ਰਤੀ ਇੱਕ ਜਗਿਆਸਾ ਪੈਦਾ ਕੀਤੀ। ਉਹਨਾਂ ਨੇ ਬਾਰ-ਬਾਰ ਹਿੰਦੀ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਅਧਿਐਨ ਕਰਨਾ ਸ਼ੁਰੂ ਕੀਤਾ। ਦਸਮ ਪਿਤਾ ਦੇ ਕਵਿਤ ਸਵਈਏ ਪੜ੍ਹਨੇ ਸ਼ੁਰੂ ਕੀਤੇ, ਵਿਚਿੱਤਰ ਨਾਟਕ ਪੜ੍ਹਿਆ, ਜਾਪ ਸਾਹਿਬ ਪੜ੍ਹਿਆ। ਇਸ ਕਾਰਜ ਨੇ ਮੈਨੂੰ ਬਾਹਰ ਜਾਣ ਦੇ ਬੜੇ ਮੌਕੇ ਦਿੱਤੇ। ਮੈਂ ਜਿਸ ਲਈ ਆਪਣਾ ਖੋਜ ਕਾਰਜ ਸ਼ੁਰੂ ਕੀਤਾ ਤਾਂ ਮੈਨੂੰ ਪਾਕਿਸਤਾਨ ਸਰਕਾਰ ਨੇ 3 ਵਾਰੀ ਬੁਲਾਇਆ ਕਿ ਉੱਥੇ ਲਾਹੌਰ ਦੀ ਇੱਕ ਪਬਲਿਕ ਲਾਇਬ੍ਰੇਰੀ ਹੈ। ਮਹਾਰਾਜਾ ਰਣਜੀਤ ਸਿੰਘ ਨੇ ਆਪਣਾ ਸਾਰਾ ਜਿਹੜਾ ਖਜ਼ਾਨਾ ਸੀ ਕਿਤਾਬਾਂ ਦਾ, ਉਹ ਉਹਨਾਂ ਨੇ ਲਾਹੌਰ ਪਬਲਿਕ ਲਾਇਬ੍ਰੇਰੀ ਨੂੰ ਦੇ ਦਿੱਤਾ। ਉੱਥੇ ਹਿੰਦੀ, ਪੰਜਾਬੀ, ਉਰਦੂ, ਅਰਬੀ, ਫਾਰਸੀ ਦੇ ਹਜ਼ਾਰਾਂ ਹੱਥ ਖੜ੍ਹੇ ਪਏ ਨੇ। ਮੈਂ 3 ਵਾਰੀ ਪਾਕਿਸਤਾਨ ਵਿਜ਼ਿਟ ਕੀਤਾ ਤੇ ਮੈਂ ਉੱਥੇ ਹਿੰਦੀ ਦੇ ਸਾਹਿਤ ਦੀਆਂ ਕਈ ਸੂਚਨਾਵਾਂ ਇਕੱਠੀਆਂ ਕੀਤੀਆਂ। ਔਰ ਪੰਜਾਬ ਯੂਨੀਵਰਸਿਟੀ ਲਾਹੌਰ ਨੇ ਮੇਰੇ ਉਸ ਕਾਰਜ ਦੇ ਪ੍ਰਤੀ ਉਹ ਇੰਨੇ ਸੰਵੇਦਨਸ਼ੀਲ ਹੋਏ ਕਿ ਮੈਨੂੰ ਉਹਨਾਂ ਨੇ 2 ਵਾਰੀ ਆਪਣੇ ਉੱਥੇ ਭਾਸ਼ਣ ਵਾਸਤੇ ਬੁਲਾਇਆ। ਇੱਕ ਗੱਲ ਮੈਂ ਮੈਡਮ ਹੋਰ ਸਾਂਝੀ ਕਰਨੀ ਚਾਹੁੰਦਾ। ਪੰਜਾਬ ਦੀ ਸਭ ਤੋਂ ਪੁਰਾਣੀ ਯੂਨੀਵਰਸਿਟੀ ਸੀ ਟੈਕਸਲਾ। ਇਸਲਾਮਾਬਾਦ ਦੇ ਕੋਲ ਉਸ ਯੂਨੀਵਰਸਿਟੀ ਦਾ ਪੂਰਾ ਢਾਂਚਾ ਨਿਕਲ ਆਇਆ ਹੈ। ਉਹਦੀਆਂ ਦੀਵਾਰਾਂ, ਉਹਦੇ ਕਲਾਸਰੂਮ, ਉਹਦਾ ਵਿਹੜਾ, ਉਹ ਪੂਰੇ ਦਾ ਪੂਰਾ ਢਾਂਚਾ ਨਿਕਲਿਆ। ਔਰ ਸਭ ਤੋਂ ਵੱਡੀ ਗੱਲ ਹੈ ਕਿ ਉਹਦਾ ਸਿਲੇਬਸ ਵੀ ਨਿਕਲ ਆਇਆ। ਸਿਲੇਬਸ ਦੇ ਵਿੱਚ 4 ਟੈਕਸਟ ਇਹੋ ਜਿਹੀਆਂ ਪੜ੍ਹਾਈਆਂ ਜਾਂਦੀਆਂ ਸਨ ਜਿਹੜੀਆਂ ਪੰਜਾਬ ਦੇ ਵਿੱਚ ਜਿਨ੍ਹਾਂ ਦਾ ਸੰਪਾਦਨ ਹੋਇਆ। ਸ਼੍ਰੀਮਦ ਭਗਵਤ ਗੀਤਾ ਪੜ੍ਹਾਈ ਜਾਂਦੀ ਸੀ, ਧੰਮਪਦ ਬੁੱਧ ਧਰਮ ਦਾ ਗ੍ਰੰਥ ਪੜ੍ਹਾਇਆ ਜਾਂਦਾ ਸੀ, ਰਿਗਵੇਦ ਪੜ੍ਹਾਇਆ ਜਾਂਦਾ ਸੀ, ਤੇ ਆਦਿ ਰਾਮਾਇਣ ਵਾਲਮੀਕੀ ਜੀ ਦਾ ਲਵ ਕੁਸ਼ ਕਾਂਡ ਜਿਹੜਾ ਅੰਮ੍ਰਿਤਸਰ ਦੇ ਕੋਲ ਰਾਮ ਤੀਰਥ 'ਤੇ ਲਿਖਿਆ ਗਿਆ। ਮੈਂ ਜਿਸ ਵੇਲੇ ਉੱਥੇ ਗਿਆ ਤੇ ਮੈਂ ਉਹ ਸਿਲੇਬਸ ਦੇਖਿਆ, ਔਰ ਉਸ ਸਿਲੇਬਸ ਦੇ ਉੱਪਰ ਮੈਂ ਲਾਹੌਰ ਯੂਨੀਵਰਸਿਟੀ 'ਚ ਲੈਕਚਰ ਦਿੱਤਾ ਕਿ ਇਹ ਪੰਜਾਬ ਦੀ ਵਿਰਾਸਤ ਹੈ। ਸਾਊਥ ਏਸ਼ੀਆ ਦੇ ਵਿਦਵਾਨ ਤਕਸ਼ਲਾ ਯੂਨੀਵਰਸਿਟੀ 'ਚ ਪੜ੍ਹਨ ਆਉਂਦੇ ਸਨ। 10 ਵਰ੍ਹੇ ਉੱਥੇ ਲਾਉਂਦੇ ਸਨ। ਪੜ੍ਹਾਉਂਦਾ ਕੌਣ ਸੀ? ਪਾਣਨੀ, ਜਿਹੜਾ ਸੰਸਕ੍ਰਿਤ ਦਾ ਪਹਿਲਾ ਵਿਆਕਰਨ ਆਚਾਰਿਆ ਸੀ। ਪੜ੍ਹਾਉਂਦਾ ਕੌਣ ਸੀ? ਜਿਨ੍ਹਾਂ ਨੇ ਚਾਣਕ, ਜਿਨ੍ਹਾਂ ਨੇ ਅਰਥ ਸ਼ਾਸਤਰ ਲਿਖਿਆ। ਔਰ ਇਹ ਸਾਰੇ ਦਾ ਸਾਰਾ ਕੁਝ ਪੰਜਾਬ ਦੇ ਵਿੱਚ ਵਾਪਰ ਰਿਹਾ ਸੀ, ਸੰਸਕ੍ਰਿਤ ਭਾਸ਼ਾ ਦੇ ਰਾਹੀਂ ਵਾਪਰ ਰਿਹਾ ਸੀ। ਤਾਂ ਮੈਂ ਇੱਥੇ ਆ ਕੇ ਵੀ ਇਸ ਚੀਜ਼ ਦੀ ਚਰਚਾ ਕੀਤੀ। ਔਰ ਬਾਅਦ ਦੇ ਵਿੱਚ ਜਿਹੜਾ ਸਾਊਥ ਏਸ਼ੀਆ
ਦੇ ਨਾਂ ਤੇ ਯੂਨੀਵਰਸਿਟੀ ਬਣੀ ਸਾਰਕ ਦੇਸ਼ਾਂ ਦੀ, ਹਾਂਜੀ ਮੈਂ ਵੀ ਉਸ ਕਮੇਟੀ 'ਚ ਸੀ। ਤੇ ਮੈਂ ਇੱਕ ਵਿਚਾਰ ਰੱਖਿਆ ਉਹਨਾਂ ਦੇ ਸਾਹਮਣੇ ਕਿ ਇਸ ਯੂਨੀਵਰਸਿਟੀ ਦਾ ਨਾਂ ਤਕਸ਼ਲਾ ਯੂਨੀਵਰਸਿਟੀ ਰੱਖਿਆ ਜਾਵੇ, ਔਰ ਮੈਂ ਉਹਨਾਂ ਟੈਕਸ ਦਾ ਜ਼ਿਕਰ ਕੀਤਾ ਔਰ ਲੋਕਾਂ ਨੇ ਇਸ ਆਈਡੀਆ ਨੂੰ ਬੜਾ ਪਸੰਦ ਕੀਤਾ। ਇਹ ਪਹਿਲਾ ਜਿਹੜਾ ਮੇਰਾ ਇੱਕ ਬੜੇ ਵੱਡੇ ਜਗਤ ਦੇ ਨਾਲ ਵਾਹ ਪਿਆ, ਉਹ ਤਕਸ਼ਲਾ ਯੂਨੀਵਰਸਿਟੀ ਦੀ ਉਸ ਜਿਹੜੀ ਗਰਿਮਾਮਈ ਜਿਹੜੀ ਉਹਦੀ ਇੱਕ ਪਰੰਪਰਾ ਸੀ, ਉਹਦੇ ਪ੍ਰਤੀ ਮੈਂ ਲੋਕਾਂ ਨੂੰ ਜਾਗਰੂਕ ਕੀਤਾ। ਉਸ ਤੋਂ ਬਾਅਦ ਕੈਨੇਡਾ ਜਾਣ ਦਾ ਮੌਕਾ ਮਿਲਿਆ, ਉਸ ਤੋਂ ਬਾਅਦ ਨਾਰਵੇ ਜਾਣ ਦਾ ਮੌਕਾ ਮਿਲਿਆ, ਡੈਨਮਾਰਕ ਜਾਣ ਦਾ ਮੌਕਾ ਮਿਲਿਆ, ਔਰ ਪਿੱਛੇ ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550 ਵਰ੍ਹੇਗੰਢ ਮਨਾਈ ਗਈ ਤਾਂ ਗਵਰਨਮੈਂਟ ਆਫ ਇੰਡੀਆ ਨੇ ਮੈਨੂੰ ਮਲੇਸ਼ੀਆ ਦੇ ਵਿੱਚ ਗੁਰਮਤਿ ਦਰਸ਼ਨ, ਗੁਰੂ ਨਾਨਕ ਦੇਵ, ਗੁਰੂ ਗ੍ਰੰਥ ਸਾਹਿਬ ਦੇ ਉੱਪਰ ਭਾਸ਼ਣ ਦੇਣ ਵਾਸਤੇ ਇੱਕ ਸਪੈਸ਼ਲ ਆਪਣਾ ਨੁਮਾਇੰਦਾ ਬਣਾ ਕੇ ਮੈਨੂੰ ਸਰਕਾਰ ਨੇ ਭੇਜਿਆ ਕਿ ਤੁਸੀਂ ਹਿੰਦੀ ਭਾਸ਼ਾ ਦੇ ਵਿੱਚ ਪੰਜਾਬੀ ਸਾਹਿਤ ਬਾਰੇ ਵੀ ਦੱਸੋ। ਤੁਸੀਂ ਹਿੰਦੀ ਭਾਸ਼ਾ ਦੇ ਵਿੱਚ, ਹਿੰਦੀ ਜ਼ਬਾਨ ਦੇ ਵਿੱਚ ਉਹਨਾਂ ਨੂੰ ਪੰਜਾਬ ਦੀ ਸੰਸਕ੍ਰਿਤ ਸਾਹਿਤ ਬਾਰੇ ਜਾਣਕਾਰੀ ਦਿਓ, ਤੇ ਗੁਰੂ ਸਾਹਿਬਾਨ ਬਾਰੇ ਜਿਹੜਾ ਸੰਸਕ੍ਰਿਤ ਵਿੱਚ ਵੀ ਸਾਹਿਤ ਲਿਖਿਆ ਗਿਆ ਹੈ, ਹਿੰਦੀ ਵਿੱਚ ਵੀ ਸਾਹਿਤ ਲਿਖਿਆ ਗਿਆ ਹੈ, ਉਹਦੇ ਬਾਰੇ ਵਿਦੇਸ਼ਾਂ ਵਿੱਚ ਜਾ ਕੇ ਭਾਰਤੀਆਂ ਦੇ ਵਿੱਚ ਚੇਤਨਾ ਜਗਾਓ। ਬਾਹਰ ਦੇ ਜਗਤ ਦੇ ਅੰਦਰ ਮੈਂ ਇਹ ਵੀ ਚੇਤਨਾ ਜਗਾਈ। ਤੇ ਹਿੰਦੁਸਤਾਨ ਦੀ ਕੋਈ ਐਸੀ ਯੂਨੀਵਰਸਿਟੀ ਨਹੀਂ ਕਿ ਜਿੱਥੇ ਮੈਨੂੰ ਮਾਣ ਸਤਿਕਾਰ ਨਾਲ ਪੰਜਾਬ ਦੇ ਹਿੰਦੀ ਤੇ ਪੰਜਾਬੀ ਸਾਹਿਤ ਬਾਰੇ ਭਾਸ਼ਣ ਦੇਣ ਵਾਸਤੇ ਨਾ ਬੁਲਾਇਆ ਜਾਂਦਾ ਹੋਵੇ। ਇੱਕ ਦੱਖਣ ਭਾਰਤ ਦੇ ਵਿੱਚ ਇੱਕ ਬੜੀ ਵੱਡਾ ਹਿੰਦੀ ਪ੍ਰਚਾਰ ਸਭਾ ਹੈ ਕੰਨਿਆ ਕੁਮਾਰੀ 'ਚ, ਮੈਂ ਉੱਥੇ ਗਿਆ, ਉਹਨਾਂ ਨੂੰ ਮੇਰੇ ਆਉਣ ਬਾਰੇ ਪਤਾ ਲੱਗਾ। ਦਕਸ਼ਣ ਦੇ ਵਿੱਚ ਜਿਹੜੀ ਹਿੰਦੀ ਪ੍ਰਚਾਰ ਸਭਾ ਹੈ ਉਹ ਮਹਾਤਮਾ ਗਾਂਧੀ ਨੇ ਸ਼ੁਰੂ ਕੀਤੀ ਸੀ। ਮੈਨੂੰ ਉਹਨਾਂ ਨੇ ਸੰਪਰਕ ਕੀਤਾ ਕਿ ਤੁਸੀਂ ਸਾਡੇ ਇੱਕ ਲੈਕਚਰ ਦਿਓ। ਮੈਂ ਕਿਹਾ ਮੇਰੀ ਤੇ ਅੱਜ ਫਲਾਈਟ ਹੈ। ਉਹ ਕਹਿੰਦੇ ਜੀ ਫਲਾਈਟ ਫੜਾਉਣਾ ਸਾਡਾ ਕੰਮ, ਤੁਸੀਂ ਆਓ। ਮੇਰੇ ਅੰਦਰ ਵੀ ਇੱਕ ਜਿਗਿਆਸਾ ਸੀ ਕਿ ਇੰਨੀ ਪੁਰਾਣੀ ਹਿੰਦੀ ਦੀ ਇਹ ਸੰਸਥਾ ਮੈਂ ਦੇਖਾਂ। ਉਹਨਾਂ ਨੇ ਕੋਈ 150 ਬੰਦਾ ਇਕੱਠਾ ਕੀਤਾ। ਜਿਸ ਲਈ ਮੈਂ ਉੱਥੇ ਗਿਆ ਤੇ ਮੈਨੂੰ ਉੱਥੋਂ ਦਾ ਜਿਹੜਾ ਪ੍ਰਧਾਨ ਸੀ ਉਹਨੇ ਇੱਕ ਬੇਨਤੀ ਕੀਤੀ, ਕਹਿੰਦਾ ਬੇਦੀ ਸਾਹਿਬ ਅਸੀਂ ਹਿੰਦੀ ਨਾਵਲ ਕੀ ਹੈ, ਹਿੰਦੀ ਕਵਿਤਾ ਕੀ ਹੈ, ਸਾਨੂੰ ਬੜਾ ਕੁਝ ਪਤਾ ਹੈ, ਤੁਸੀਂ ਸਾਨੂੰ ਹਿੰਦੀ ਦੇ ਵਿੱਚ ਪੰਜਾਬੀ ਨਾਵਲ ਬਾਰੇ, ਪੰਜਾਬੀ ਕਵਿਤਾ ਬਾਰੇ, ਪੰਜਾਬੀ ਸਾਹਿਤ ਦੀ ਜਾਣਕਾਰੀ ਦਿਓ। ਮੈਂ ਪੰਜਾਬੀ ਸਾਹਿਤ ਬਾਰੇ ਬਹੁਤ ਕੁਝ 2 ਘੰਟੇ ਉਹਨਾਂ ਦੇ ਸਵਾਲਾਂ ਦੇ ਜਵਾਬ ਦਿੱਤੇ, ਲੈਕਚਰ ਦਿੱਤਾ। ਮੈਨੂੰ ਮਲਿਆਲਮ ਭਾਸ਼ਾ ਨਹੀਂ ਸੀ ਆਉਂਦੀ। ਜਦੋਂ ਮੈਂ ਦੂਜੇ ਦਿਨ ਆਪਣੇ ਜਹਾਜ਼ 'ਚ ਜਾਣਾ ਸੀ ਤੇ ਘੱਟੋ ਘੱਟ 15 ਅਖਬਾਰਾਂ ਲੈ ਕੇ ਉਹ ਮੇਰੇ ਕੋਲ ਆਏ, ਕਹਿੰਦੇ ਡਾਕਟਰ ਸਾਹਿਬ ਇਹ ਤੁਹਾਨੂੰ ਜ਼ਬਾਨ ਨਹੀਂ ਆਉਂਦੀ ਪਰ ਪੰਜਾਬੀ ਸਾਹਿਤ ਦੇ ਬਾਰੇ ਪੂਰੇ ਦਾ ਪੂਰਾ ਇਹਨਾਂ ਅਖਬਾਰਾਂ ਨੇ ਛਾਪਿਆ ਹੈ। ਮੈਂ ਆਪਣੇ ਆਪ ਨੂੰ ਖੁਸ਼ਕਿਸਮਤ ਸਮਝਣਾ ਕਿ ਮੈਂ ਪੰਜਾਬੀ ਅਧਿਐਨ, ਪੰਜਾਬੀ ਸਾਹਿਤ ਦੀ ਜਿਹੜੀ ਵਾਹਿਗੁਰੂ ਨੇ ਕੋਈ ਮੈਨੂੰ ਚੇਤਨਾ ਦਿੱਤੀ ਹੈ, ਮੈਂ ਉਸ ਚੇਤਨਾ ਦਾ ਇਸ ਤਰ੍ਹਾਂ ਉਹਦਾ ਉਪਯੋਗ ਕਰ ਰਿਹਾ। ਮੈਂ ਤੇ ਤੁਹਾਡੀ ਇੰਟਰਵਿਊ ਕਰਦੇ ਕਰਦੇ ਜਿਹੜੀ ਮੈਨੂੰ ਕਲੈਰਿਟੀ ਆਈ ਆ, ਉਹ ਮੈਨੂੰ ਤੁਹਾਡੀ ਪ੍ਰੋਫਾਈਲ ਪੜ੍ਹ ਕੇ ਨਹੀਂ ਆਈ, ਉਹ ਮੈਨੂੰ ਅਖਬਾਰਾਂ ਪੜ੍ਹ ਕੇ ਵੀ ਨਹੀਂ ਆਈ ਕਿ ਐਕਚੁਅਲ ਦੇ ਵਿੱਚ ਤੁਸੀਂ ਉਹ ਚੀਜ਼ ਕੀਤੀ ਹੈ ਕਿ ਜਿਹਦਾ ਬੋਝ ਹਰ ਨਾਰਮਲ ਬੰਦੇ ਦੇ ਸਿਰ ਤੋਂ ਹਟ ਗਿਆ। ਤੁਹਾਨੂੰ ਪਤਾ ਜਦੋਂ ਮੈਂ ਆਪਣਾ ਸੋਸ਼ਲ ਮੀਡੀਆ ਤੇ ਕਈ ਵਾਰੀ ਹਿੰਦੀ 'ਚ ਲਿਖਦੀ ਹਾਂ ਤੇ ਲੋਕ ਬਹੁਤ ਸਾਰੇ ਥੱਲੇ ਲਿਖਦੇ ਆ ਕਿ ਪੰਜਾਬੀ 'ਚ ਲਿਖੋ, ਤੁਸੀਂ ਪੰਜਾਬੀ ਹੋ, ਤੁਸੀਂ ਪੰਜਾਬੀ 'ਚ ਲਿਖੋ, ਪਰ ਫੀਲਿੰਗ ਮੇਰੀ ਤੁਹਾਡੇ ਵਾਲੀ ਆ ਕਿ ਜੋ ਪੰਜਾਬ ਦਾ ਬੱਚਾ, ਪੰਜਾਬ ਦੀ ਇੱਕ ਕੁੜੀ ਜਾਂ ਪੰਜਾਬੀ ਦੇ ਵਿੱਚ ਜੋ ਹੀ ਸੋਚ ਰਹੇ ਆ, ਉਹ ਸਿਰਫ ਪੰਜਾਬ ਦੇ ਲੋਕ ਹੀ ਕਿਉਂ ਪੜਨ, ਉਹ ਸਾਰੀ ਦੁਨੀਆ ਪੜ੍ਹੇ ਕਿ ਅਸੀਂ ਪੰਜਾਬ ਦੇ ਵਿੱਚ ਕੀ ਕਰ ਰਹੇ ਸੀ ਤੇ ਕੀ ਕਰ ਰਹੇ ਹਾਂ ਤੇ ਕੀ ਕਰਨਾ ਚਾਹੁੰਦੇ ਹਾਂ। ਕਿਉਂਕਿ ਜਦੋਂ ਅਸੀਂ ਉਹਨਾਂ ਨੂੰ ਵੀ ਉਹਨਾਂ ਦੀ ਹਿੰਦੀ ਭਾਸ਼ਾ ਵਿੱਚ ਇਹ ਚੀਜ਼ ਦੱਸਾਂਗੇ, ਉਹਨਾਂ ਦੇ ਵੀ ਮਨ 'ਚ ਆਏਗਾ ਬੇਦੀ ਸਾਹਿਬ ਨੇ ਪੰਜਾਬੀ ਨੂੰ ਹਿੰਦੀ 'ਚ ਕੀਤਾ, ਚਲੋ ਮੈਂ ਗੁਜਰਾਤੀ ਨੂੰ ਹਿੰਦੀ 'ਚ ਕਰਾਂ, ਮੈਂ ਕੈਨੇਡਾ ਨੂੰ ਹਿੰਦੀ 'ਚ ਕਰਾਂ, ਮੈਂ ਆਪਣੀ ਭਾਸ਼ਾ ਨੂੰ ਹਿੰਦੀ 'ਚ ਕਰਾਂ ਤਾਂ ਕਿ ਅਸੀਂ ਸਾਰੇ ਇੱਕ ਪਲੇਟਫਾਰਮ ਤੇ ਆ ਸਕੀਏ। ਸੋ ਇਸ ਤਰ੍ਹਾਂ ਦਾ ਖਿਆਲ ਜਿਹੜਾ ਹੁੰਦਾ। ਸੋ ਇੱਕ ਮੇਰਾ ਇਹ ਸਵਾਲ ਆ ਕਿ ਇੱਕ ਤੇ ਬੰਦੇ ਦੀ ਬੈਕਗ੍ਰਾਉਂਡ ਹੀ ਅਕੈਡਮਿਕਸ ਹੁੰਦੀ ਆ,
ਠੀਕ ਆ, ਉਹ ਪ੍ਰੋਫੈਸਰ ਰਿਹਾ ਹੈ, ਟੀਚਰ ਆ ਯੂਨੀਵਰਸਿਟੀ 'ਚ, ਜਿਵੇਂ ਤੁਹਾਡੀ ਇੱਕ ਬੈਕਗ੍ਰਾਉਂਡ ਆ। ਪਰ ਕਈ ਲੋਕ ਮੇਰੇ ਵਰਗੇ ਵੀ ਹੁੰਦੇ ਨੇ, ਉਹਨਾਂ ਦਾ ਪ੍ਰੋਫੈਸ਼ਨ ਹੋ ਰਿਹਾ ਪਰ ਉਹਨਾਂ ਨੂੰ ਇੰਟਰਸਟ ਜਿਹੜਾ ਉਹ ਹੁੰਦਾ ਹੈ। ਕਈ ਜਣੇ ਡਾਕਟਰ ਆ, ਕਈਆਂ ਦਾ ਪ੍ਰੋਫੈਸ਼ਨ ਜਿਹੜਾ ਵਾ ਉਹ ਸਾਡੀ, ਕਿਉਂਕਿ ਜਿਹੜਾ ਲਿਖਣਾ ਤੇ ਪੜ੍ਹਨਾ ਵਾ ਉਹ ਸਾਡੀ ਅੰਦਰੋਂ ਆਉਂਦਾ ਸਾਡੇ, ਤੇ ਪਰ ਕਈ ਵਾਰੀ ਅਸੀਂ ਇੱਕ ਦੂਜੇ ਪ੍ਰੋਫੈਸ਼ਨ ਦੇ ਵਿੱਚ ਜਿਹੜਾ ਉਹ ਪੈ ਜਾਂਦੇ ਆ। ਸੋ ਇਹੋ ਜਿਹੇ ਲੋਕ ਆਪਣਾ ਇਹ ਜਿਹੜਾ ਸ਼ੌਂਕ ਆ, ਇਹ ਆਪਣੀ ਲਗਨ ਆ, ਉਹਨੂੰ ਕਿੱਦਾਂ ਅੱਗੇ ਲੈ ਕੇ ਜਾਣਾ? ਦੇਖੋ ਮੈਡਮ, ਅਸਲ ਗੱਲ ਤੇ ਇਹੋ ਹੀ ਹੈ ਕਿ ਪ੍ਰੋਫੈਸ਼ਨ ਤੋਂ ਥੋੜਾ ਜਿਹਾ ਪਿੱਛੇ ਹਟ ਕੇ ਜਦੋਂ ਅਸੀਂ ਕਲਾ ਦੇ ਨਾਲ, ਸਾਹਿਤ ਨਾਲ, ਸੰਗੀਤ ਨਾਲ, ਚਿੱਤਰਕਲਾ ਦੇ ਨਾਲ ਜੁੜਦੇ ਹਾਂ ਤਾਂ ਅਸੀਂ ਆਪਣੇ ਪ੍ਰੋਫੈਸ਼ਨ ਨੂੰ ਵੀ ਬਿਹਤਰ ਦ੍ਰਿਸ਼ਟੀ ਨਾਲ ਸਮਝਦੇ ਹਾਂ, ਦੇਖਦੇ ਹਾਂ, ਤੇ ਸਾਡਾ ਜਿਹੜਾ ਵਿਅਕਤੀਤਵ ਹੈ ਨਾ, ਉਹਦੇ ਵਿੱਚ ਹੀ ਉਹਦਾ ਬੜਾ ਵੱਡਾ ਯੋਗਦਾਨ ਹੁੰਦਾ ਹੈ। ਡਾਕਟਰ ਦਲਜੀਤ ਸਿੰਘ ਬਹੁਤ ਵੱਡੇ ਅੱਖਾਂ ਦੇ ਮਾਹਿਰ ਸਨ। ਉਹ ਐਡੀ ਖੂਬਸੂਰਤ ਪੰਜਾਬੀ ਦੇ ਵਿੱਚ ਨਿਬੰਧ, ਸਾਇੰਸ ਦੀ ਜਾਣਕਾਰੀ ਉਹਨਾਂ ਨੇ ਦਿੱਤੀ। ਬਹੁਤ ਸਾਰੇ ਇੱਦਾਂ ਦੇ ਵਿਦਵਾਨ ਨੇ ਕਿ ਜਿਨ੍ਹਾਂ ਦਾ ਸਾਹਿਤ ਦੇ ਨਾਲ ਸਿੱਧਾ ਵਾਰ ਨਹੀਂ, ਉਹ ਹੋਰ ਕਲਾਵਾਂ ਦੇ ਮਾਹਿਰ ਨੇ। ਸਰਦਾਰ ਸੋਭਾ ਸਿੰਘ ਕਿੱਡੇ ਵੱਡੇ ਚਿੱਤਰਕਾਰ, ਉਹਨਾਂ ਨੇ ਕਿਤਾਬ ਲਿਖੀ ਵਾਹਿਗੁਰੂ ਦੀ ਕਲਾ। ਮੈਂ ਪੜ੍ਹ ਕੇ ਦੰਗ ਰਹਿ ਗਿਆ ਕਿ ਇੱਕ ਚਿੱਤਰਕਾਰ ਐਡੀ ਵਧੀਆ ਖੂਬਸੂਰਤ ਪੰਜਾਬੀ ਦੇ ਵਿੱਚ ਆਪਣੇ ਅਧਿਆਤਮਿਕ ਅਨੁਭਵ ਸਾਨੂੰ ਦੱਸ ਸਕਦਾ ਹੈ। ਤੁਸੀਂ ਅੱਜ ਕੱਲ੍ਹ ਦੇਖੋ, ਹੁਣ ਨਾ ਕੋਈ ਵੀ ਜਿਹੜਾ ਖੇਤਰ ਹੈ ਨਾ, ਉਹ ਅਲੱਗ ਥਲੱਗ ਨਹੀਂ। ਈਵਨ ਸਾਹਿਤ ਦੇ ਵਿੱਚ, ਨਾਵਲ ਦੇ ਵਿੱਚ ਕਵਿਤਾ ਆ ਰਹੀ ਹੈ, ਕਵਿਤਾ ਦੇ ਵਿੱਚ ਨਿਬੰਧ ਆ ਰਿਹਾ ਹੈ, ਤੇ ਜੇ ਅਸੀਂ ਬਾਕੀ ਅਨੁਸ਼ਾਸਨ ਵੀ ਦੇਖੀਏ, ਚਾਹੇ ਇੰਜੀਨੀਅਰਿੰਗ ਦਾ ਹੈ, ਚਾਹੇ ਮੈਡੀਕਲ ਦਾ ਹੈ, ਚਾਹੇ ਸਪੇਸ ਦਾ ਹੈ, ਤੇ ਅਸੀਂ ਦੇਖਦੇ ਹਾਂ ਕਿ ਉਹ ਇੱਕ ਦੂਜੇ ਦੇ ਨਾਲ ਸਹਿਯੋਗ ਦੇ ਵਿੱਚ ਇੱਕ ਨਵੀਆਂ ਕਰਾਮਾਤਾਂ ਪੈਦਾ ਕਰ ਰਹੇ ਨੇ। ਤੁਸੀਂ ਦੁਨੀਆ ਦੇ ਵੱਡੇ ਵੱਡੇ ਸਾਇੰਸਦਾਨਾਂ ਨੂੰ ਪੜ੍ਹੋ। ਆਇਨਸਟਾਈਨ ਬਹੁਤ ਵਧੀਆ ਕਵੀ ਸੀ, ਨਿਊਟਨ ਬਹੁਤ ਵਧੀਆ ਕਵੀ ਸੀ। ਬਲਕਿ ਮੈਨੂੰ ਤਾਂ ਕਈ ਵਾਰੀ ਇਹ ਵੀ ਜਾਪਦਾ ਹੈ ਕਿ ਜਿਹੜੇ ਬੰਦੇ ਸਿੱਧੇ ਤੌਰ ਦੇ ਵਿੱਚ ਉਸ ਕਲਾ ਦੀ ਜਿਹੜੀ ਇੱਕ ਪ੍ਰੋਫੈਸ਼ਨਲ ਚੀਜ਼ ਉਹਦੇ ਨਾਲ ਨਹੀਂ ਜੁੜੇ, ਤੇ ਜਦੋਂ ਉਹ ਕੋਈ ਕਾਰਜ ਕਰਦੇ ਨੇ, ਉਹ ਜ਼ਿਆਦਾ ਮੌਲਕ ਹੁੰਦਾ ਹੈ, ਉਹ ਜ਼ਿਆਦਾ ਬਹੁਪੱਖੀ ਹੁੰਦਾ ਹੈ, ਉਹ ਜ਼ਿਆਦਾ ਦੁਨੀਆ ਦੇ ਅਨੁਭਵਾਂ ਨੂੰ ਆਪਣੇ ਵਿੱਚ ਸਮੇਟਦਾ ਹੋਇਆ ਸਾਨੂੰ ਨਜ਼ਰ ਆਉਂਦਾ ਹੈ। ਮੈਂ ਹੁਣੇ ਸਰਦਾਰ ਗੁਰਬਖਸ਼ ਸਿੰਘ ਦੇ ਪ੍ਰੀਤਲੜੀ ਦੀ ਗੱਲ ਕੀਤੀ। ਸਰਦਾਰ ਗੁਰਬਖਸ਼ ਸਿੰਘ ਪ੍ਰੀਤਲੜੀ ਇੰਜੀਨੀਅਰ ਸਨ। ਉਹਨਾਂ ਨੇ ਪੰਜਾਬੀ ਨਹੀਂ ਸੀ ਪੜ੍ਹੀ। ਅਮਰੀਕਾ ਤੋਂ ਜਦੋਂ ਵਾਪਸ ਆਏ ਤੇ ਉਹਨਾਂ ਨੇ ਮਹਿਸੂਸ ਕੀਤਾ ਕਿ ਪੰਜਾਬੀ ਦਾ ਕੋਈ ਚੰਗਾ ਰਸਾਲਾ ਹੋਣਾ ਚਾਹੀਦਾ ਹੈ। ਉਸ ਵੇਲੇ ਰੀਡਰ ਡਾਈਜੈਸਟ ਦੀ ਬੜੀ ਮੰਗ ਸੀ ਅਮਰੀਕਾ ਵਿੱਚ। ਉਹਨਾਂ ਨੇ ਆ ਕੇ ਤੇ ਮਹਿਸੂਸ ਕੀਤਾ ਕਿ ਮੈਂ ਇੱਦਾਂ ਦਾ ਮੈਗਜ਼ੀਨ ਪੰਜਾਬੀਆਂ ਨੂੰ ਦੇਣਾ ਹੈ, ਤੇ ਉਹਨਾਂ ਨੇ ਪ੍ਰੀਤਨਗਰ ਦੇ ਵਿੱਚ ਡੇਰਾ ਲਾ ਲਿਆ, ਜ਼ਮੀਨ ਖਰੀਦੀ, ਲੋਕਾਂ ਨੂੰ ਇਕੱਠਿਆ ਕੀਤਾ ਤੇ ਪ੍ਰੀਤਲੜੀ ਪੱਤਰਿਕਾ ਕੱਢਣੀ ਸ਼ੁਰੂ ਕੀਤੀ। ਸਿਹਤ ਬਾਰੇ ਛੋਟੇ ਛੋਟੇ ਲੇਖ ਲਿਖਣੇ ਸ਼ੁਰੂ ਕੀਤੇ, ਸਾਹਿਤ ਬਾਰੇ ਲਿਖਣਾ ਸ਼ੁਰੂ ਕੀਤਾ, ਖੇਡਾਂ ਬਾਰੇ ਲਿਖਣਾ ਸ਼ੁਰੂ ਕੀਤਾ, ਫਿਲਮਾਂ ਬਾਰੇ ਲਿਖਣਾ ਸ਼ੁਰੂ ਕੀਤਾ, ਗੁਰਮਤਿ ਬਾਰੇ ਲਿਖਣਾ ਸ਼ੁਰੂ ਕੀਤਾ, ਤੇ ਪੂਰੀ ਦੀ ਪੂਰੀ ਨੌਜਵਾਨ ਪੀੜ੍ਹੀ ਉਸ ਗਿਆਨ ਦੇ ਸਾਗਰ ਦੇ ਵਿੱਚ ਡੁਬਕੀਆਂ ਲਾਉਣ ਲੱਗ ਪਈ। ਗੁਰਬਖਸ਼ ਸਿੰਘ ਪ੍ਰੀਤਲੜੀ ਨੇ ਪੰਜਾਬੀ ਦੇ ਵਿੱਚ ਇੱਕ ਨਵੀਂ ਸ਼ੈਲੀ ਪੈਦਾ ਕੀਤੀ। ਲੋਕੀ ਗੁਰਬਖਸ਼ ਸਿੰਘ ਪ੍ਰੀਤਲੜੀ ਦਾ ਜਿਹੜਾ ਬੋਲਣ ਦਾ ਮੁਹਾਵਰਾ ਸੀ, ਜੀ ਕਰਕੇ ਬੁਲਾਉਣਾ, ਦੇਵੀ ਜੀ ਬੈਠੋ, ਲੋਕਾਂ ਦੇ ਮੁਖਾਰ ਬਿੰਦ ਤੋਂ ਮੈਂ ਜਦੋਂ ਸੁਣਦਾ ਸੀ ਤੇ ਮੈਨੂੰ ਲੱਗਦਾ ਸੀ ਕਿ ਇੱਕ ਇੰਜੀਨੀਅਰ ਨੇ ਸਾਹਿਤ ਦੀ ਦੁਨੀਆ ਦੇ ਵਿੱਚ ਉਹ ਕਾਰਜ ਕਰ ਵਿਖਾਇਆ ਜਿਹੜੇ ਸਾਹਿਤਕਾਰ ਨਹੀਂ ਕਰ ਸਕਦੇ। ਤੁਸੀਂ ਬਿਲਕੁਲ ਠੀਕ ਸੋਚਦੇ ਜੇ ਕਿ ਕੋਈ ਵੀ ਖੇਤਰ ਇਹੋ ਜਿਹਾ ਨਹੀਂ, ਔਰ ਖਾਸ ਕਰਕੇ ਫਿਰ ਸਾਹਿਤ ਤੇ ਆਵਾਮ ਦਾ ਹੈ। ਇੱਕ ਮੈਨੂੰ ਅੱਜ ਤੋਂ ਹੁਣ ਵੀ ਹੈ, ਅੱਜ ਤੋਂ 50 ਸਾਲ ਪਹਿਲਾਂ ਜਾਂ 40 ਸਾਲ ਪਹਿਲਾਂ ਲੋਕੀ ਆਪਣੀ ਜ਼ਿੰਦਗੀ ਦੇ ਫੈਸਲੇ ਸਾਹਿਤ ਪੜ੍ਹ ਕੇ ਕਰਦੇ ਸਨ। ਪਰਿਵਾਰ ਦੇ ਵਿੱਚ ਜਿਹੜਾ ਕੋਈ ਸੰਕਟ ਆਉਂਦਾ ਸੀ ਤਾਂ ਅੰਮ੍ਰਿਤਾ ਪ੍ਰੀਤਮ, ਗੁਰਬਖਸ਼ ਸਿੰਘ ਪ੍ਰੀਤਲੜੀ ਦੇ ਪਾਤਰ ਸਾਡੇ ਨਾਲ ਉੱਠ ਕੇ ਸੰਵਾਦ ਕਰਦੇ ਸਨ, ਤੇ ਅਸੀਂ ਆਪਣੀਆਂ ਜਿਹੜੀਆਂ ਸਮੱਸਿਆਵਾਂ ਦਾ ਸਮਾਧਾਨ ਉਹਦੇ ਵਿੱਚ ਢੂੰਡਦੇ ਸਾਂ। ਇਸ ਕਰਕੇ ਸਾਹਿਤ ਇਤਿਹਾਸਕਾਰਾਂ ਲਈ ਵੀ ਜ਼ਰੂਰੀ ਹੈ, ਵਿਗਿਆਨਕਾਂ ਲਈ ਵੀ ਜ਼ਰੂਰੀ ਹੈ, ਇੰਜੀਨੀਅਰਿੰਗ ਦੇ ਖੇਤਰ ਵਿੱਚ ਵੀ ਜ਼ਰੂਰੀ ਹੈ, ਤੇ ਔਸ਼ਧੀ ਵਿਗਿਆਨ ਦੇ ਨਾਲ ਜੁੜੇ ਡਾਕਟਰਾਂ ਵਾਸਤੇ ਵੀ ਜ਼ਰੂਰੀ ਹੈ।
ਤਾਂ ਹੀ ਅਸੀਂ ਆਪਣੇ ਹਿੰਦੁਸਤਾਨ ਦੀ ਪਰੰਪਰਾ ਨੂੰ, ਤੁਸੀਂ ਵੈਸੇ ਦੇਖੋ ਕਿ ਜਿੰਨਾ ਸਾਡਾ ਪੁਰਾਤਨ ਸਾਹਿਤ ਹੈ, ਚਾਹੇ ਉਹ ਮੈਡੀਕਲ ਦਾ ਸਾਹਿਤ ਹੈ, ਇਤਿਹਾਸ ਹੈ, ਇੰਜੀਨੀਅਰਿੰਗ ਦਾ ਸਾਹਿਤ ਹੈ, ਉਹ ਸਾਰੇ ਦਾ ਸਾਰਾ ਕਵਿਤਾ ਵਿੱਚ ਹੈ। ਤੁਸੀਂ ਪੂਰਾ ਮਹਾਭਾਰਤ ਦੇਖ ਲਓ, ਹੋਰ ਤੁਸੀਂ ਪੁਰਾਣ ਦੇਖ ਲਓ, ਹੋਰ ਚੀਜ਼ਾਂ ਦੇਖੋ। ਗਿਆਨ ਦੇ ਖੇਤਰ ਨੂੰ, ਕਵਿਤਾ ਦੇ ਰਾਹੀਂ ਦਰਸ਼ਨ ਨੂੰ ਸਾਡੇ ਭਾਰਤੀਆਂ ਨੇ ਦੁਨੀਆ ਦੇ ਸਾਹਮਣੇ ਰੱਖਿਆ। ਇਸ ਕਰਕੇ ਸਾਹਿਤ ਨਾਲ ਜੁੜਨ ਦਾ ਮਤਲਬ ਇਹ ਨਹੀਂ ਕਿ ਅਸੀਂ ਇਕੱਲੇ ਹੋ ਗਏ ਹਾਂ। ਸਾਡੇ ਨਾਲ ਗਿਆਨ ਵਿਗਿਆਨ ਵੀ ਚੱਲੇਗਾ, ਅੰਤਰਿਕਸ਼ਿਕ ਵਿਗਿਆਨ ਵੀ ਚੱਲੇਗਾ, ਤੇ ਅਸੀਂ ਆਪਣੀ ਜ਼ਿੰਦਗੀ ਦੇ ਪ੍ਰਤੀ ਹੋਰ ਸੁਹਿਰਦ ਹੋ ਕੇ ਆਪਣੇ ਬਾਰੇ, ਆਪਣੇ ਦੇਸ਼ ਬਾਰੇ ਤੇ ਵਿਸ਼ਵ ਬਾਰੇ ਚੇਤਨ ਹੋਵਾਂਗੇ। ਬਹੁਤ ਵਧੀਆ ਤੁਹਾਡੇ ਜਵਾਬ ਜਿਹੜੇ ਵਾਕਈ ਮਤਲਬ ਮੈਨੂੰ ਤਾਂ ਲੱਗਦਾ ਕਿ ਤੁਹਾਡੀ ਇੰਟਰਵਿਊ ਨਹੀਂ ਮੈਂ ਕੀਤੀ, ਮੈਂ ਆਪਣੇ ਸਵਾਲ ਪੁੱਛੇ ਜਿਹੜੇ ਮੇਰੇ ਜ਼ਿਹਨ 'ਚ ਵੱਲ-ਵੱਲੇ ਵੀ ਸੀ ਨਾ ਕਿ ਇਹਨਾਂ ਦੇ ਕੀ ਜਵਾਬ ਹੋਣਗੇ। ਮੇਰੇ ਵੀ ਕਈ ਵੱਲ-ਵੱਲੇ ਤੁਹਾਡੇ ਪ੍ਰਸ਼ਨਾਂ ਤੋਂ ਹੱਲ ਹੋਏ ਨੇ। ਹਾਂ ਬਿਲਕੁਲ। ਇੱਕ ਛੋਟਾ ਜਿਹਾ ਸਵਾਲ ਤੇ ਫਿਰ ਅਖੀਰਲਾ ਸਵਾਲ। ਛੋਟਾ ਸਵਾਲ ਇਹ ਹੈ ਕਿ ਜਿਵੇਂ ਕਿ ਮੈਂ ਇਸ ਟਾਈਮ ਬਹੁਤ ਹੈ ਨਾ, ਮੈਨੂੰ ਵੀ ਬੜਾ ਲੱਗਦਾ ਕਿ ਬੜੀ એનર્ਜੀ ਹੋਣੀ ਚਾਹੀਦੀ ਹੈ, ਬੜਾ ਕੰਮ ਕਰਨਾ, ਫੋਕਸ ਕਰਨਾ, ਤੇ ਕੁਝ ਚੀਜ਼ਾਂ ਜਿਹੜੀਆਂ ਮੈਂ ਨਹੀਂ ਕਰਦੀ। ਠੀਕ ਹੈ, ਬਹੁਤ ਜ਼ਿਆਦਾ ਸੋਣਾ ਨਹੀਂ, ਟੀਵੀ ਬਿਲਕੁਲ ਨਹੀਂ ਦੇਖਣਾ। ਮੈਂ ਤੁਹਾਡੇ ਤੋਂ ਜਾਣਨਾ ਚਾਹਨੀ ਕਿ ਪੜ੍ਹਨ ਲਈ ਜਾਂ ਆਪਣਾ ਲਕਸ਼ ਤੱਕ ਪਹੁੰਚਣ ਲਈ, ਜਿੱਥੇ ਤੁਸੀਂ ਅੱਜ ਇੰਨੀ ਰਿਸਪੈਕਟੇਬਲ ਹੈ ਨਾ, ਤੁਹਾਡੇ ਕੋਲ ਪਦਮ ਸ਼੍ਰੀ ਤੱਕ ਪਹੁੰਚਣ ਲਈ ਜ਼ਿੰਦਗੀ ਵਿੱਚ ਕੀਤਾ ਕੀ, ਇਹ ਤੇ ਫਿਰ ਵੀ ਅਸੀਂ ਫਿਗਰ ਆਊਟ ਕਰ ਲਾਂਗੇ ਤੇ ਆ ਕੀਤਾ ਕੀ ਤੁਸੀਂ ਨਹੀਂ ਕੀਤਾ, ਕਿਹੜੀ ਚੀਜ਼ ਨੂੰ ਤੁਸੀਂ ਆਪਣੇ ਤੋਂ ਦੂਰ ਰੱਖਿਆ ਤਾਂ ਕਿ ਤੁਸੀਂ ਫੋਕਸ ਨਾ ਲੂਜ਼ ਕਰੋ। ਮੈਨੂੰ ਵਾਹਿਗੁਰੂ ਵੱਲੋਂ ਸੰਗਤ ਬੜੀ ਵਧੀਆ ਮਿਲੀ। ਮੈਂ ਆਪਣੀ ਉਮਰ ਤੋਂ ਵੱਡੇ ਵਿਦਵਾਨਾਂ ਦੇ ਨਾਲ ਸੰਵਾਦ ਰਚਾਉਂਦਾ ਰਿਹਾ। ਇਹਨੇ ਮੇਰੇ ਅੱਗੇ ਇੱਕ ਬੜਾ ਵੱਡਾ ਜਿਹੜਾ ਮੈਨੂੰ ਲੱਗਦਾ ਸੀ ਜ਼ਿੰਦਗੀ ਦਾ ਉਦੇਸ਼, ਉਹਦੀ ਪ੍ਰਾਪਤੀ ਲਈ ਮੈਂ ਸੰਘਰਸ਼ ਕਰਦਾ ਰਿਹਾ। ਦੂਸਰਾ ਇਹ ਵੀ ਕਿਰਪਾ ਰਹੀ ਕਿ ਬਹੁਤ ਸਾਰੀਆਂ ਜਿਹੜੀਆਂ ਨੈਗੇਟਿਵ ਆਦਤਾਂ ਨੇ ਨਾ, ਜੇ ਮੈਂ ਥੋੜਾ ਜਿਹਾ ਸੰਕੋਚ ਨਾ ਵੀ ਕਰਾਵਾਂ, ਮੈਂ ਸ਼ਰਾਬ ਦੇ ਸੇਵਨ ਤੋਂ ਬੜਾ ਪਰਾਂ ਰਿਹਾ। ਮੈਨੂੰ ਲੋਕਾਂ ਨੇ ਬੜੇ ਇਦਾਂ ਦੀ ਗੱਲ ਕਰਨੀ, ਹਾਲਾਂਕਿ ਮੇਰੇ ਫਾਦਰ ਸਾਹਿਬ ਵੀ ਸ਼ੌਕੀਨ ਸਨ, ਪਰ ਉਹ ਹਮੇਸ਼ਾ ਮੈਨੂੰ ਇੱਕ ਗੱਲ ਕਹਿੰਦੇ ਸਨ, ਕਹਿੰਦੇ ਯਾਰ ਜੇ ਤੂੰ ਨਹੀਂ ਨਾ ਇਹ ਕੰਮ ਕਰਦਾ ਤੇ ਬਹੁਤ ਵਧੀਆ। ਇੱਕ ਸਮਾਜ ਦੇ ਵਿੱਚ, ਖਾਸ ਕਰਕੇ ਹਿੰਦੀ ਜਗਤ ਦੇ ਵਿੱਚ, ਇਹ ਇੱਕ ਬੜਾ ਪ੍ਰਭਾਵਸ਼ਾਲੀ ਮੇਰਾ ਪ੍ਰਭਾਵ ਰਿਹਾ, ਪਰ ਉਹਦੇ ਮੈਨੂੰ ਫਾਇਦੇ ਬੜੇ ਹੋਏ। ਆਪਣੇ ਖੋਜ ਕਾਰਜ ਦੇ ਵੇਲੇ ਵੀ, ਆਪਣੇ ਬਾਹਰ ਦੀ ਦੁਨੀਆ ਦੇ ਨਾਲ ਸੰਪਰਕ ਰੱਖਣ ਵਿੱਚ ਵੀ। ਹਿੰਦੀ ਦੇ ਵੱਡੇ ਵੱਡੇ ਆਲੋਚਕ ਤੇ ਉਹ ਜਿਸਲੇ ਮੇਰੇ ਘਰ ਵੀ ਆਉਂਦੇ ਸਨ, ਖਾਣਾ ਖਾਂਦੇ ਸਨ, ਤਾਂ ਉਹ ਪਹਿਲਾਂ ਹੀ ਮੈਨੂੰ ਕਹਿ ਦਿੰਦੇ ਸਨ ਕਿ ਬੇਦੀ ਜੀ ਦੂਸਰਾ ਕੋਈ ਕੰਮ ਹਮਨੇ ਨਹੀਂ ਕਰਨਾ ਕਿਉਂਕਿ ਆਪ ਨਹੀਂ ਕਰਦੇ। ਇਹ ਇੱਕ ਸੁੱਖ ਰਿਹਾ। ਤੁਸੀਂ ਇੱਕ ਬੜੀ ਵਧੀਆ ਗੱਲ ਕੀਤੀ ਕਿ ਵੀ ਮੈਂ ਟੀਵੀ ਨਹੀਂ ਦੇਖਦੀ, ਮੈਂ ਵੀ ਟੀਵੀ ਨਹੀਂ ਦੇਖਦਾ, ਲਗਭਗ ਨਹੀਂ ਦੇਖਦਾ, ਖਬਰਾਂ ਤੱਕ ਹੀ ਮੈਂ ਸੀਮਤ ਰਹਿਣਾ। ਪਿੱਛੇ ਜੇ ਅੱਜ ਤੋਂ ਕੋਈ 5-6 ਵਰੇ ਪਹਿਲਾਂ ਫੇਸਬੁੱਕ ਤੇ ਮੈਨੂੰ ਬੜਿਆਂ ਦੋਸਤਾਂ ਨੇ ਮਜਬੂਰ ਕੀਤਾ, ਮੈਂ ਇੱਕੋ ਫੇਸਬੁੱਕ ਤੇ ਦੇਖਣਾ ਸ਼ੁਰੂ ਕਰਤਾ। 3-4 ਮਹੀਨਿਆਂ 'ਚ ਮੈਨੂੰ ਲੱਗਾ ਕਿ ਮੇਰੀ ਤੇ ਪੜ੍ਹਨ ਲਿਖਣ ਦੀ ਆਦਤ ਹਟ ਗਈ ਹੈ। ਮੈਂ ਤੇ ਸਵੇਰੇ ਉੱਠਦਿਆਂ ਪਹਿਲਾਂ ਫੇਸਬੁੱਕ ਵੇਖਣਾ, ਮੈਂ ਇਮੀਡੀਏਟਲੀ ਇਸ ਤੋਂ ਵੀ ਪਰਾਂ ਹੋ ਗਿਆ। ਤੇ ਜਿਹੜੀ 5-6 ਮਹੀਨੇ ਮੇਰੀ ਰੀਡਿੰਗ ਦੀ ਹੈਬਿਟ ਹਟੀ ਸੀ, ਮੈਂ ਉਸੇ ਰਫ਼ਤਾਰ ਨਾਲ ਦੁਬਾਰਾ ਆਪਣੇ ਪੜ੍ਹਨ ਲਿਖਣ ਦੀ ਦੁਨੀਆ ਨਾਲ ਜੁੜ ਗਿਆ। ਠੀਕ ਹੈ, ਗਿਆਨ ਵਿਗਿਆਨ ਦੇ ਇਹ ਨਵੇਂ ਖੇਤਰ ਨੇ, ਇਹਨਾਂ ਕੋਲੋਂ ਜਾਣਕਾਰੀ ਲੈਣੀ ਚਾਹੀਦੀ ਹੈ, ਪਰ ਤੁਸੀਂ ਇੱਕ ਗੱਲ ਦੇਖੋ ਮੈਡਮ, ਤੁਸੀਂ ਤੇ ਬਹੁਤ ਵੱਡੇ ਇਸ ਖੇਤਰ ਨਾਲ ਜੁੜੇ ਹੋਏ ਜੇ, ਕਿ ਗਿਆਨ ਅੱਜ ਵੀ ਕਿਤਾਬਾਂ ਵਿੱਚ ਪਿਆ ਹੈ। ਇਨਫੋਰਮੇਸ਼ਨ ਤੁਹਾਡੇ ਇੰਟਰਨੈਟ ਤੇ ਪਈ ਹੈ ਜਾਂ ਗੂਗਲ ਤੇ ਪਈ ਹੈ, ਪਰ ਜੇ ਤੁਸੀਂ ਗਿਆਨ ਲੈਣਾ ਨਾ, ਤੇ ਜੇ ਤੁਹਾਡੀ ਸਮ੍ਰਿਤੀ ਦੇ ਵਿੱਚ ਚੀਜ਼ਾਂ ਨੇ ਵਸਣਾ ਹੈ, ਤੇ ਫਿਰ ਉਹ ਕਿਤਾਬ ਵਸੇਗੀ, ਫਿਰ ਕਿਤਾਬ ਦੇ ਪੰਨੇ ਵਸਣਗੇ, ਫਿਰ ਕਿਤਾਬ ਤੋਂ ਪੜ੍ਹੀਆਂ ਹੋਈਆਂ ਗੱਲਾਂ ਤੁਸੀਂ ਆਪਣੇ ਸੰਵਾਦ ਦਾ ਹਿੱਸਾ ਬਣਾਓਗੇ। ਇੰਟਰਨੈਟ, ਗੂਗਲ, ਦੂਜੀਆਂ ਚੀਜ਼ਾਂ ਤੋਂ ਬਹੁਤ ਸਾਰੀਆਂ ਇਨਫੋਰਮੇਸ਼ਨ ਮਿਲਣਗੀਆਂ, ਪਰ ਇੰਨੀਆਂ ਕੋਈ ਇਨਫੋਰਮੇਸ਼ਨ ਮਿਲ ਜਾਂਦੀਆਂ ਨੇ ਕਿ ਤੁਸੀਂ ਆਪਣੇ ਗਿਆਨ ਦੀ ਦੁਨੀਆ ਦੇ ਵਿੱਚ ਉਹਦਾ ਸਹੀ ਉਪਯੋਗ ਨਹੀਂ ਕਰ ਸਕਦੇ।
ਇਸ ਲਈ ਮੈਂ ਹਮੇਸ਼ਾ ਕੁਦਰਤ ਨੇ ਮੈਨੂੰ ਦੂਜਾ ਹੀ ਰਾਹ ਦਿੱਤਾ ਲਿਖਣ ਪੜ੍ਹਨ ਦਾ। ਪਰ ਉਹਦੇ ਨਾਲ ਨਾਲ ਮੈਂ ਇਹ ਜ਼ਰੂਰ ਮਹਿਸੂਸ ਕਰਨਾ ਕਿ ਸਾਡੀ ਨਵੀਂ ਪੀੜ੍ਹੀ ਇਹਨਾਂ ਚੀਜ਼ਾਂ ਦਾ ਇਸਤੇਮਾਲ ਕਰ ਰਹੀ ਹੈ। ਉਹਦੇ ਨਾਲ ਵਿਗਿਆਨ ਦੇ ਗਿਆਨ ਦੇ ਨਵੇਂ ਖੇਤਰ ਵੀ ਸਾਡੇ ਆ ਰਹੇ ਨੇ, ਕਿਉਂਕਿ ਦੁਨੀਆ ਦੀ ਰਫ਼ਤਾਰ ਨਾਲ ਜੇ ਅਸੀਂ ਕਦਮ ਮਿਲਾਉਣਾ ਹੈ ਤੇ ਇਹ ਚੀਜ਼ਾਂ ਵੀ ਜ਼ਰੂਰੀ ਹੈ। ਸੰਗਤ ਜਿਹੜੀ ਆ ਉਹ ਵਾਕਈ ਬੜੀ ਮੈਟਰ ਕਰਦੀ। ਮੈਂ ਵੀ ਹਮੇਸ਼ਾ ਇਸ ਚੀਜ਼ ਦਾ ਖਿਆਲ ਰੱਖਦੀ ਕਿ ਆਪਣਾ ਜਿਹੜਾ ਵਕਤ ਆ ਉਹ ਸਹੀ ਬੰਦੇ ਨਾਲ ਬਿਤਾ ਰਹੇ ਆ ਕਿ ਨਹੀਂ ਬਿਤਾ ਰਹੇ। ਸੋ ਅਖੀਰਲਾ ਸਵਾਲ ਮੇਰਾ, ਮੈਂ ਅੱਗੇ ਵੱਧ ਰਹੇ ਲੋਕਾਂ ਦੀ ਗੱਲ ਕਰ ਰਹੀ। ਮੈਂ ਨਾ ਹਮੇਸ਼ਾ ਆਪਣੇ ਲੇਖਾਂ ਵਿੱਚ ਵੀ ਯੂਜ਼ ਕਰਦੀ ਆ ਵਾਲਾ ਵਰਡ ਕਿ ਅੱਗੇ ਵੱਧ ਰਹੀਆਂ ਔਰਤਾਂ ਜਾਂ ਅੱਗੇ ਵੱਧ ਰਹੇ ਮਰਦ। ਇੱਕ ਤੇ ਆਪਾਂ ਜਦੋਂ ਔਰਤ ਮਰਦ ਕਹਿ ਰਹੇ ਆ ਜਾਂ ਆਮ ਆਪਾਂ ਸਾਰਿਆਂ ਦੀ ਗੱਲ ਕਰ ਰਹੇ ਆ, ਉਹ ਇੱਕ ਹੋ ਗਿਆ ਕਿ ਸਭ ਦੀ ਗੱਲ ਹੋ ਰਹੀ ਆ। ਬਟ ਉਹਨਾਂ ਵਿੱਚੋਂ ਕਈ 10% 5% ਇਹੋ ਜਿਹੇ ਲੋਕ ਹੁੰਦੇ ਜੋ ਕਿ ਸਪੀਡ ਨਾਲ ਅੱਗੇ ਵਧਣਾ ਚਾਹੁੰਦੇ, ਜਿਹੜੇ ਇਸ ਚੀਜ਼ ਨੂੰ ਰੈਡੀ ਆ ਕਿ ਦੁਨੀਆ 8 ਘੰਟੇ ਕੰਮ ਕਰਦੀ ਪਰ ਅਸੀਂ 16 ਕਰਾਂਗੇ। ਠੀਕ ਆ, ਉਹਨਾਂ ਚੋਂ ਮੈਂ ਵੀ ਆ ਕਿਤੇ ਨਾ ਕਿਤੇ। ਜੀ ਕਰਦਾ ਕਿ ਹੋਰ ਸਪੀਡ ਨਾਲ ਕੰਮ ਕਰੀਏ, ਮਿਹਨਤ ਕਰੀਏ, ਕਿਉਂਕਿ ਉਹਨਾਂ ਨੇ ਆਪਣੇ ਕੰਮ ਨੂੰ ਸ਼ੌਂਕ ਨਾਲ ਮੈਚ ਕਰ ਲਿਆ। ਕਈ ਲੋਕ ਇੰਨੀ ਮਿਹਨਤ ਨਹੀਂ ਕਰ ਪਾਉਂਦੇ ਕਿਉਂਕਿ ਉਹਨਾਂ ਦਾ ਸ਼ੌਂਕ ਵੱਖਰਾ ਤੇ ਕੰਮ ਵੱਖਰਾ, ਉਹ ਫਿਰ ਕੰਮ ਵੀ ਵੱਖਰਾ ਕਰ ਰਹੇ ਤੇ ਸ਼ੌਂਕ ਵੱਖਰਾ ਕਰ। ਪਰ ਸਾਡਾ ਅਸੀਂ 16 ਘੰਟੇ ਤਾਂ ਕੰਮ ਕਰ ਸਕਦੇ ਹਾਂ ਕਿਉਂਕਿ ਸਾਡਾ ਜਿਹੜਾ ਜੋ ਅਸੀਂ ਕਰਨਾ ਚਾਹੁੰਦੇ ਆ ਉਹ ਸਾਡੇ ਪ੍ਰੋਫੈਸ਼ਨ ਨਾਲ ਜਿਹੜੀ ਆ ਉਹ ਚੀਜ਼ ਜਿਹੜੀ ਆ ਉਹ ਜਿਹੜੀ ਮੈਚ ਕਰਦੀ ਹੈ। ਹੁਣ ਉਹ ਜ਼ਿੰਦਗੀ 'ਚ ਵਕਤ ਜ਼ਿਆਦਾ ਦੇਣਾ ਚਾਹੁੰਦੇ ਨੇ। ਠੀਕ ਹੈ, ਆਪਣੀ ਪਰਸਨਲ ਤੇ ਪ੍ਰੋਫੈਸ਼ਨਲ ਲਾਈਫ ਨੂੰ ਜਿਹੜਾ ਉਹਨੂੰ ਬੈਲੈਂਸ ਕਰਨਾ ਬਹੁਤ ਔਖਾ ਹੋ ਜਾਂਦਾ। ਕਈ ਵਾਰ ਕਈਆਂ ਨੂੰ ਲੱਗਦਾ ਕਿ ਮੇਰਾ ਜਿਹੜਾ ਇਹ ਪਰਸਨਲ ਜਿਹੜਾ ਮੇਰਾ ਕੋਈ ਰਿਸ਼ਤਾ ਵਾ ਜਾਂ ਪਰਸਨਲ ਮੇਰੀ ਫੈਮਿਲੀ ਆ, ਕਈਆਂ ਲਈ ਉਹੀ ਵਿਜ਼ਨ ਹੈ, ਜ਼ਿੰਦਗੀ ਦਾ ਵਿਜ਼ਨ ਹੈਗਾ ਕਿ ਮੇਰੀ ਵਾਈਫ ਆ ਜਾਂ ਮੇਰਾ ਹਸਬੈਂਡ ਆ ਜਾਂ ਮੇਰਾ ਬੇਟਾ ਵਾ ਜਾਂ ਬੇਟੀ ਆ, ਸਾਰਾ ਕੁਝ ਇਹਦੇ ਲਈ ਕਰ ਜਾਣਾ ਸੀ, ਹੈ ਨਾ। ਪਰ ਦੁਨੀਆ ਤੇ ਇਕੱਲੇ ਇਕੱਲੇ ਆਏ ਆ। ਰੱਬ ਸਾਨੂੰ ਇੱਕ ਵਿਜ਼ਨ ਦਿੰਦਾ ਮਾਈਂਡ ਦੇ ਵਿੱਚ ਕਿ ਤੁਸੀਂ ਆਹ ਕਰ ਸਕਦੇ ਹੋ। ਜਿਹੜਾ ਤੁਹਾਨੂੰ ਦਿਖ ਰਿਹਾ, ਜਿਹੜਾ ਮੈਨੂੰ ਦਿਖ ਰਿਹਾ, ਜਿਹੜਾ ਅੱਗੇ ਵਧ ਰਹੇ ਲੋਕ ਉਹਨਾਂ ਨੂੰ ਦਿਖ ਰਿਹਾ ਕਿ ਨਹੀਂ ਮੇਰੇ 'ਚ ਇਹ ਜਿਹੜੀ ਆਪਣੇ ਆਪ 'ਚ ਤਾਕਤ ਹੈਗੀ, ਮੈਨੂੰ ਉਹਦੇ ਸਾਹਮਣੇ ਪੈਸਾ ਵੀ ਨਹੀਂ ਦਿਖ ਰਿਹਾ, ਮੈਂ ਉੱਥੇ ਪਹੁੰਚਣਾ ਚਾਹੁੰਦਾ ਹਾਂ। ਸੋ ਜ਼ਿੰਦਗੀ 'ਚ ਕਿੰਨੇ ਸੈਕਰੀਫਾਈਸ ਹੋ ਜਾਂਦੇ ਆ, ਅਸੀਂ ਵਕਤ ਨਹੀਂ ਦੇ ਪਾਉਂਦੇ। ਠੀਕ ਆ, ਅਸੀਂ ਆਪਣਾ ਜ਼ਿਆਦਾ ਵਕਤ ਆਪਣੇ ਵਿਜ਼ਨ ਲਈ ਚੂਜ਼ ਕਰ ਲੈਂਦੇ, ਹਾਲਾਂਕਿ ਅਲਟੀਮੇਟਲੀ ਉਹ ਜਿਹੜਾ ਵਿਜ਼ਨ ਹੈ ਉਹ ਬੜਿਆਂ ਦਾ ਫਾਇਦਾ ਕਰਦਾ, ਲੱਖਾਂ ਲੋਕਾਂ ਦਾ ਫਾਇਦਾ ਕਰਦਾ। ਮਤਲਬ ਇਹ ਤੁਸੀਂ ਕਿੱਦਾਂ ਇਹ ਚੀਜ਼ ਨੂੰ ਬੈਲੈਂਸ ਕੀਤਾ ਤੁਸੀਂ? ਦੇਖੋ, ਮੈਂ ਜਿਹੜਾ ਮੇਰਾ ਅਨੁਭਵ ਹੈ ਨਾ, ਮੇਰੇ ਮਿਸਿਸ ਗਵਰਨਮੈਂਟ ਕਾਲਜ ਤੋਂ ਪ੍ਰਿੰਸੀਪਲ ਰਿਟਾਇਰ ਹੋਏ ਨੇ। ਮੈਂ ਘਰ ਦੇ ਵਿੱਚ ਉਨਾ ਹੀ ਕੰਮ ਦਾ ਹੱਥ ਉਹਨਾਂ ਨਾਲ ਵਡਾਉਣਾ। ਮੈਂ ਘਰ ਦੇ ਕੰਮਾਂ ਨੂੰ ਵੀ ਬੜੇ ਪਹਿਲ ਦੇ ਆਧਾਰ ਦੇ ਉੱਤੇ ਰੱਖ ਕੇ ਕਰਦਾ। ਔਰ ਜਿਸਲੇ ਮੈਨੂੰ ਕਦੀ ਇਹ ਲੱਗਦਾ ਸੀ ਨਾ ਕਿ ਅੱਜ ਜੇ ਮੈਂ ਬਾਹਰ ਕਿਸੇ ਕਾਲਜ 'ਚ ਲੈਕਚਰ ਦੇਣ ਜਾਣਾ ਹੈ ਤੇ ਉਹਦੇ ਨਾਲ ਮੇਰੇ ਘਰ ਦਾ ਜਿਹੜਾ ਬੈਲੈਂਸ ਅੱਜ ਵਿਗੜੇਗਾ, ਜਾਂ ਪਤਨੀ ਵੇਲੇ ਨਾਲ ਕਾਲਜ ਨਹੀਂ ਪਹੁੰਚੇਗੀ, ਬੱਚਿਆਂ ਨੂੰ ਜੇ ਮੈਂ ਸਕੂਲ ਨਹੀਂ ਪਹੁੰਚਣਗੇ, ਜਾਂ ਬੱਚੇ ਜਦੋਂ ਘਰ ਆਉਣਗੇ ਤੇ ਅਸੀਂ ਦੋਵੇਂ ਮੀਆਂ ਬੀਵੀ ਘਰ ਨਹੀਂ ਆਉਣਗੇ, ਮੈਂ ਇੱਕਦਮ ਇਹਨਾਂ ਗੱਲਾਂ ਤੋਂ ਮੁਕਤੀ ਪਾ ਲੈਂਦਾ ਸੀ। ਤੇ ਮੈਂ ਇਹ ਸੋਚਦਾ ਸੀ ਕਿ ਮੇਰਾ ਘਰ ਰਹਿਣਾ ਜ਼ਰੂਰੀ ਹੈ। ਮੈਂ ਤੁਹਾਨੂੰ ਇੱਕ ਘਟਨਾ ਸੁਣਾਉਂਦਾ। ਮੇਰੀ ਇੱਕ ਵਾਰੀ ਵਿਦੇਸ਼ ਵਿੱਚ ਹਿੰਦੀ ਪੜ੍ਹਾਉਣ ਵਾਸਤੇ ਸਿਲੈਕਸ਼ਨ ਹੋ ਗਈ। ਬੜੀ ਵੱਡੀ ਇੰਟਰਵਿਊ ਸੀ। ਮੈਂ ਉਸ ਇੰਟਰਵਿਊ ਵਿੱਚ ਚੁਣਿਆ ਗਿਆ। ਮੈਂ ਘਰ ਆ ਕੇ, ਉਦੋਂ ਮੇਰਾ ਬੇਟਾ 8ਵੀਂ 'ਚ ਪੜ੍ਹਦਾ ਸੀ, ਬੇਟੀ 10ਵੀਂ 'ਚ ਪੜ੍ਹਦੀ ਸੀ। ਮੈਨੂੰ ਮੇਰੇ ਵਾਈਸ ਚਾਂਸਲਰ ਨੇ ਕਿਹਾ ਵੀ ਕਮਾਲ ਹੋ ਗਈ, ਤੁਸੀਂ ਚੁਣੇ ਗਏ ਤੇ ਤੁਸੀਂ ਨਾ ਹੁਣ ਜਾਓ 3 ਸਾਲ ਵਾਸਤੇ। ਮੈਨੂੰ ਫੋਰਨ ਮਿਨਿਸਟਰੀ ਦੇ ਸੈਕਟਰੀ ਦਾ ਫੋਨ ਆਇਆ ਤੇ ਉਹਨਾਂ ਵੇਲੇ 'ਚ ਉਹਨਾਂ ਕਿਹਾ ਕਿ ਤੁਹਾਡੀ 75% ਸੈਲਰੀ ਜ਼ਿਆਦਾ ਹੋਏਗੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਨਾਲ, ਤੁਹਾਡਾ ਅੰਬੈਸੀ ਦੇ ਵਿੱਚ ਸਟੇਟਸ ਦੂਜੇ ਨੰਬਰ ਤੇ ਹੋਏਗਾ, ਤੇ ਤੁਸੀਂ ਇੰਡੀਅਨ ਕਲਚਰ ਤੇ ਇੰਡੀਅਨ ਭਾਸ਼ਾਵਾਂ ਦੇ ਉੱਤੇ ਪੜ੍ਹਾਉਣਾ ਹੈ, ਤੇ ਤੁਸੀਂ ਆਪਣਾ ਇੱਕ ਪਰਿਵਾਰ ਦਾ ਮੈਂਬਰ ਨਾਲ ਲੈ ਕੇ ਜਾ ਸਕਦੇ ਜੀ, ਤੇ ਸਾਲ ਬਾਅਦ ਤੁਸੀਂ ਘਰ ਤੁਹਾਨੂੰ 1 ਮਹੀਨੇ ਦੀ ਛੁੱਟੀ ਮਿਲਿਆ ਕਰੇਗੀ। ਮੈਂ ਜਿਹੜੇ ਘਰ ਆ ਕੇ ਟਰਮ ਕੰਡੀਸ਼ਨ ਦੱਸੀਆਂ ਤੇ ਮੇਰੀ ਪਤਨੀ ਬਹੁਤ ਖੁਸ਼ ਹੋਈ, ਕਹਿੰਦੀ ਇਹ ਬਹੁਤ ਵੱਡਾ ਮੌਕਾ ਹੈ, ਤੁਹਾਨੂੰ ਜਾਣਾ ਚਾਹੀਦਾ ਹੈ। ਵਾਈਸ ਚਾਂਸਲਰ ਨੇ ਬੜੀ ਪ੍ਰੇਰਨਾ ਦਿੱਤੀ। ਮੈਂ 1 ਮਹੀਨਾ ਸੋਚਦਾ ਰਿਹਾ। ਮੈਂ ਕਿਹਾ ਮੰਨ ਲਓ ਮੈਂ ਚਲੇ ਜਾਣਾ ਤੇ ਮਗਰੋਂ ਬੇਟੀ ਨੇ +2 'ਚ ਜਾਣਾ ਹੈ,
ਬੇਟੇ ਨੇ 10ਵੀਂ ਜਾਣਾ ਹੈ, ਅੱਗੋਂ ਇਹਨਾਂ ਦੇ ਵਿਸ਼ਾ ਚੁਣਨਾ ਹੈ, ਇਹਨਾਂ ਨੇ ਆਪਣੇ ਪ੍ਰੋਫੈਸ਼ਨ ਵਿੱਚ ਜਾਣਾ ਹੈ। ਤੇ ਜੇ ਮੈਂ ਚਲਾ ਗਿਆ 3 ਸਾਲ ਵਾਸਤੇ ਤੇ ਜੇ ਬੱਚੇ ਹੀ ਨਾ ਕੁਝ ਬਣੇ ਤੇ ਮੈਂ ਇਹੋ ਜਿਹੇ ਕੰਮ ਤੋਂ ਕੀ ਲੈਣਾ। ਮੈਂ ਆਪਣੇ ਵਾਈਸ ਚਾਂਸਲਰ ਨੂੰ ਕਿਹਾ, ਮੈਂ ਕਿਹਾ ਜੀ ਮੈਂ ਨਹੀਂ ਜਾਣਾ ਚਾਹੁੰਦਾ। ਉਹ ਕਹਿੰਦੇ ਕਿਉਂ? ਮੈਨੂੰ ਬੜੇ ਦੋਸਤਾਂ ਨੇ ਕਿਹਾ, ਮੈਨੂੰ ਆ ਕੇ ਉੱਥੋਂ ਦਾ ਐਂਬੈਸਡਰ ਮਿਲਿਆ, ਉਹਨੇ ਮੈਨੂੰ ਪੁੱਛਿਆ ਤੁਹਾਡੀਆਂ ਆਦਤਾਂ ਕੀ ਨੇ। ਮੈਂ ਕਿਹਾ ਜੀ ਮੈਂ ਮੀਟ ਨਹੀਂ ਖਾਂਦਾ। ਕਹਿੰਦਾ ਕਲੱਬ ਜਾਣ ਦਾ ਸ਼ੌਕ ਹੈ। ਮੈਂ ਕਿਹਾ ਜੀ ਬਿਲਕੁਲ ਨਹੀਂ। ਕਹਿੰਦੇ ਹੋਰ ਤੁਹਾਡੇ ਕੀ ਸ਼ੌਕ ਨੇ? ਮੈਂ ਦੱਸਿਆ। ਕਹਿੰਦਾ ਤੁਹਾਡੀਆਂ ਆਦਤਾਂ ਬਹੁਤ ਖਰਾਬ ਨੇ, ਚੰਗਾ ਤੁਸੀਂ ਨਾ ਹੀ ਆਓ। ਮੈਂ ਇਹ ਫੈਸਲਾ ਕੀਤਾ, ਮੈਂ ਨਹੀਂ ਗਿਆ। ਫੋਰਨ ਸੈਕਟਰੀ ਨੂੰ ਫੋਨ ਕੀਤਾ, ਮੈਂ ਕਿਹਾ ਮੈਂ ਮਹੀਨੇ ਵਾਸਤੇ ਕਿਤੇ ਜਾਣ ਨੂੰ ਤਿਆਰ ਹਾਂ। ਤੇ ਉਹਨਾਂ ਨੇ ਕਿਹਾ ਜੀ ਗੁਰੂ ਨਾਨਕ ਦੇਵ ਜੀ ਦੀ ਸ਼ਤਾਬਦੀ ਆ ਰਹੀ ਹੈ, ਤੁਹਾਨੂੰ 1 ਮਹੀਨੇ ਵਾਸਤੇ ਅਲੱਗ-ਅਲੱਗ ਦੇਸ਼ਾਂ 'ਚ ਭੇਜਾਂਗੇ, ਤੁਸੀਂ ਜਾਓ। ਮੈਂ ਨਾਰਵੇ ਵੀ ਗਿਆ, ਬਾਅਦ 'ਚ ਮਲੇਸ਼ੀਆ ਵੀ ਗਿਆ। ਪਰ ਮੈਂ ਹੁਣ ਅੱਜ ਤੁਸੀਂ ਇਹ ਸਵਾਲ ਪੁੱਛਿਆ, ਮੈਂ ਸੋਚਣਾ ਕਿ ਸਾਵਾਂ ਪੱਧਰਾ ਜੀਵਨ ਜੀਣ ਵਾਸਤੇ ਘਰ ਦਾ ਠੀਕ ਹੋਣਾ ਬਹੁਤ ਜ਼ਰੂਰੀ ਹੈ, ਬੱਚਿਆਂ ਦਾ ਠੀਕ ਹੋਣਾ ਬਹੁਤ ਜ਼ਰੂਰੀ ਹੈ, ਸਮਾਜ ਦੇ ਵਿੱਚ ਇਹ ਮੈਸੇਜ ਜਾਣਾ ਬਹੁਤ ਜ਼ਰੂਰੀ ਹੈ। ਵਿਦਵਾਨ ਨਾਲੋਂ ਇਨਸਾਨ ਹੋਣਾ ਮੈਨੂੰ ਲੱਗਦਾ ਬਿਹਤਰ ਹੈ। ਵਿਦਵਾਨ ਤੇ ਕੋਈ ਵੀ ਹੋ ਜਾਏਗਾ, 4 ਕਿਤਾਬਾਂ ਪੜ੍ਹੇਗਾ। ਇਹ ਜਿਹੜੀ ਇੱਕ ਨੈਤਿਕਤਾ ਹੈ ਨਾ, ਹੁਣ ਤੁਸੀਂ ਜਿਵੇਂ ਕਹਿ ਰਹੇ ਸੀਗੇ ਕਿ ਜੀ ਬਈ ਕਿਸ ਤਰ੍ਹਾਂ ਸਾਵਾਂ ਪੱਧਰਾ ਕੀਤਾ ਜਾਵੇ। ਠੀਕ ਹੈ, ਦਿਨ ਰਾਤ ਲੋਕੀ ਲੱਗੇ ਹੋਏ ਨੇ ਕਿ ਅਸੀਂ ਸਿਖਰ ਤੇ ਪਹੁੰਚ ਜਾਈਏ, ਪਰ ਸਿਖਰ ਤੇ ਪਹੁੰਚ ਕੇ ਵੀ ਚੈਨ ਨਹੀਂ। ਹਾਂ, ਪਰ ਜੇ ਤੁਸੀਂ ਹੌਲੀ ਹੌਲੀ ਜ਼ਿੰਦਗੀ ਦੇ ਅੰਮ੍ਰਿਤ ਦਾ ਪਾਨ ਕਰਦੇ ਜੇ ਤਾਂ ਮੈਨੂੰ ਲੱਗਦਾ ਹੈ ਕਿ ਤੁਹਾਡੀ ਜ਼ਿੰਦਗੀ ਸਾਵੀਂ ਪੱਧਰੀ ਹੋ ਜਾਵੇਗੀ। ਫਿਰ ਕਿੰਨਾ ਕੁ ਪੈਸਾ ਚਾਹੀਦਾ ਹੈ, ਕਿੰਨਾ ਕੁ ਸਾਨੂੰ ਸ਼ੋਹਰਤ ਚਾਹੀਦੀ ਹੈ, ਇਹਦੀਆਂ ਵੀ ਬੜੀਆਂ ਸੀਮਾਵਾਂ ਨੇ। ਇਹ ਸੀਮਾਵਾਂ ਨੂੰ ਜਾਣਨ ਦੀ ਲੋੜ ਹੈ। ਬਾਕੀ ਤਾਂ ਸਾਡੇ ਅੰਦਰ ਇੰਨੀ એનર્ਜੀ, ਸਾਡੇ ਅੰਦਰ ਇੰਨਾ ਉਤਸ਼ਾਹ ਹੁੰਦਾ ਹੈ ਕਿ ਅਸੀਂ ਉਹ ਸਾਰਾ ਕਾਰਜ ਕਰ ਸਕਦੇ ਹਾਂ ਜਿੰਦੀ ਤੜਫ ਸਾਡੇ ਅੰਦਰ ਜਿਉਂਦੀ ਹੁੰਦੀ ਹੈ। ਪਰ ਮੈਨੂੰ ਕਿਤੇ ਨਾ ਕਿਤੇ ਲੱਗਦਾ ਹੈ ਕਿ ਇਹ ਜਿਹੜੀਆਂ ਨੈਤਿਕ ਕਦਰਾਂ ਕੀਮਤਾਂ ਨੇ, ਜਿਹੜਾ ਸਾਡਾ ਭਾਰਤੀ ਦਰਸ਼ਨ ਹੈ ਜਿੱਤੇ ਵਿੱਚ ਲਿਖਿਆ ਸੰਤੋਖ, ਇਹ ਜਿਹੜਾ ਸੰਤੋਖ ਹੈ ਨਾ, ਪ੍ਰਭੂ ਦੀ ਰਜ਼ਾ ਦੇ ਵਿੱਚ ਰਹਿਣਾ, ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ, ਇਹ ਜਿਹੜਾ ਹੁਕਮ ਹੈ ਨਾ, ਜੇ ਇਹਦਾ ਅਸੀਂ ਅਨੁਪਾਲਨ ਕਰ ਲਈਏ ਤੇ ਮੈਨੂੰ ਲੱਗਦਾ ਫਿਰ ਸਾਡਾ ਪਰਿਵਾਰ, ਸਾਡਾ ਸਮਾਜ, ਸਾਡਾ ਦੇਸ਼ ਦੇ ਪ੍ਰਤੀ ਜਿਹੜੀ ਸਾਡਾ ਇੱਕ ਫਰਜ਼ ਹੈ ਨਾ, ਉਹ ਚੰਗੇ ਢੰਗ ਨਾਲ ਨਿਭ ਜਾਏਗਾ। ਸੋ ਇਹ ਵੀ ਇੱਕ ਬੜਾ ਇੰਪੋਰਟੈਂਟ ਮੈਸੇਜ ਆ। ਹਮੇਸ਼ਾ ਅਸੀਂ ਕਈ ਇੰਟਰਵਿਊਜ਼ ਦੇ ਵਿੱਚ ਇਹਦੀ ਗੱਲ ਕੀਤੀ ਕਿ ਜਦੋਂ ਅਸੀਂ ਬੇਦੀ ਸਰ ਦੀ ਐਗਜ਼ਾਮਪਲ ਲੈ ਲਓ ਕਿ ਪਦਮ ਸ਼੍ਰੀ ਨੇ, ਜ਼ਿੰਦਗੀ 'ਚ ਬਹੁਤ ਮੌਕੇ ਆਉਂਦੇ ਨੇ, ਜਿਹੜੇ ਪਰਫਾਰਮਿੰਗ ਲੋਕ ਆ, ਜਿਹੜੇ ਵਾਕਈ ਬਹੁਤ ਮਿਹਨਤ ਕਰ ਰਹੇ ਆ, ਉਹਨਾਂ ਦੀ ਜ਼ਿੰਦਗੀ 'ਚ ਬਹੁਤ ਮੌਕੇ ਆਉਂਦੇ, ਵਧੀਆ ਜੌਬ ਕਰ ਸਕਦੇ ਆ, ਦੂਜੇ ਕੰਟਰੀ ਵਿੱਚ ਜਾ ਸਕਦੇ ਆ, ਅੱਛਾ ਪੈਸਾ ਕਮਾ ਸਕਦੇ ਆ, ਬਟ ਫਿਰ ਵੀ ਇੰਡੀਪੈਂਡੈਂਟਲੀ ਚੱਲਣਾ, ਆਪਣਾ ਲਕਸ਼ ਤੈਅ ਕਰਨਾ, ਆਪਣਾ ਵਿਜ਼ਨ ਰੱਖਣਾ, ਤੇ ਰਸਤੇ ਵਿੱਚ ਅਸੀਂ ਕਿਤੇ ਨਾ ਭਟਕਣਾ। ਸਾਨੂੰ ਇਹ ਨਹੀਂ ਕਿ ਅਸੀਂ ਇਸ ਕੰਟਰੀ ਚਲ ਜਾਈਏ, ਅਸੀਂ ਇਹ ਨੌਕਰੀ ਕਰ ਲਈਏ ਤੇ ਅਸੀਂ ਜਿਹੜਾ ਅਸਲ ਵਿਜ਼ਨ, ਅਸਲ ਜਿਹੜਾ ਆਪਣਾ ਲਕਸ਼ ਜ਼ਿੰਦਗੀ 'ਚ ਚੁਣਿਆ ਵਾ ਉਹਦੇ ਤੋਂ ਭਟਕ ਜਾਈਏ ਤੇ ਫਿਰ ਉਹ ਜਿਹੜਾ ਰਾਹ ਹੀ ਜਿਹੜਾ ਅਸੀਂ ਵੱਖਰੇ ਜਿਹੜੇ ਅਸੀਂ ਤੁਰ ਪੈਂਦੇ ਆ। ਕੋਈ ਇਦਾਂ ਕਰ ਸਕਦਾ ਵਾ ਕਿ ਜਿਹੜਾ ਆਪਣੀ ਜ਼ਿੰਦਗੀ 'ਚ ਪੂਰੀ ਮਿਹਨਤ ਵੀ ਕਰਦਾ ਤੇ ਸਟੈਂਡ ਵੀ ਲੈਂਦਾ ਕਿ ਮੈਂ ਅੰਮ੍ਰਿਤਸਰ ਦੇ ਵਿੱਚ ਰਹਿ ਕੇ ਹੀ ਪਦਮ ਸ਼੍ਰੀ ਜਿਹੜਾ ਉਹ ਮੈਂ ਉੱਥੇ ਤੱਕ ਪਹੁੰਚ ਸਕਦਾ ਵਾਂ, ਬਣ ਸਕਦਾ ਵਾਂ। ਇਹੋ ਜਿਹੇ ਵਿਜ਼ਨ ਦੀ, ਇਹੋ ਜਿਹੀ ਸੋਚ ਦੀ ਜਿਹੜੀ ਆ ਪੰਜਾਬ ਨੂੰ ਬਹੁਤ ਜ਼ਰੂਰਤ ਆ ਕਿ ਜਿਹਦੇ ਵਿੱਚ ਟੌਪ ਸਿਵਿਲੀਅਨ ਜਿਹੜੇ ਆ ਇੰਡੀਆ ਦੇ, ਜਿਹੜੇ ਨੰਬਰ 1 ਜਿਹੜੇ ਬੱਚੇ ਆ ਜਾਂ ਨੰਬਰ 1 ਜਿਹੜੇ ਲੋਕ ਆ ਆਪਣੇ ਆਪਣੇ ਫੀਲਡ ਦੇ, ਉਹਨਾਂ ਨੂੰ ਇਹ ਸਟੈਂਡ ਲੈਣ ਦੀ ਬਹੁਤ ਲੋੜ ਆ ਕਿ ਉਹ ਆਪਣੀ ਧਰਤੀ ਤੇ ਰਹਿਣ, ਆਪਣੇ ਪਿੰਡਾਂ, ਆਪਣੇ ਸ਼ਹਿਰਾਂ ਦੇ ਵਿੱਚ ਰਹਿਣ। ਅਸੀਂ ਸੁਰਜੀਤ ਪਾਤਰ ਜੀ ਦੀ ਗੱਲ ਕਰ ਲਈਏ ਹਨਾ, ਕਿ ਉਹ ਵੀ ਕੋਈ ਵੀ ਹੋਏ ਤੇ ਉਹਨਾਂ ਨੇ ਆਪਣੇ ਜਿਹੜੇ ਪਿੰਡ ਆ, ਆਪਣੇ ਸ਼ਹਿਰ ਆ, ਉਹ ਛੱਡੇ ਨਹੀਂ, ਆਪਣੇ ਪੇਰੈਂਟਸ ਨੂੰ ਨਹੀਂ ਛੱਡਿਆ, ਆਪਣੇ ਪੇਰੈਂਟਸ ਦੇ ਨਾਲ ਰਹਿੰਦੇ ਨੇ, ਆਪਣੇ ਪਰਿਵਾਰ ਦੇ ਨਾਲ ਰਹਿੰਦੇ ਨੇ। ਸੋ ਪੰਜਾਬ ਨੂੰ ਵੀ ਇਹ ਸੋਚ ਦੀ ਬੜੀ ਲੋੜ ਹੈ ਕਿ ਜਿਹਦੇ ਵਿੱਚ ਅਸੀਂ ਪਰਿਵਾਰਾਂ ਨੂੰ ਛੱਡ ਕੇ ਇੱਧਰ ਉੱਧਰ ਭਟਕ ਰਹੇ ਆ, ਅਸਲ ਜਿਹੜੀ એનર્ਜੀ ਆ ਉਹ ਤੁਹਾਨੂੰ ਤੁਹਾਡਾ ਜਿਹੜਾ ਘਰ ਆ ਉਹਦੇ ਵਿੱਚੋਂ ਹੀ ਮਿਲਣੀ ਆ, ਤੁਹਾਡੇ ਮੰਮੀ ਤੋਂ ਮਿਲਣੀ, ਤੁਹਾਡੇ ਪਾਪਾ ਤੋਂ ਮਿਲਣੀ, ਬ੍ਰਦਰ ਤੋਂ ਮਿਲਣੀ ਆ। ਸੋ ਪਰਿਵਾਰ ਵੀ ਨਾ ਉਖੜ ਜਾਂਦੇ। ਸੋ ਪਰਿਵਾਰਾਂ ਨੂੰ ਵੀ ਇਹ ਬੜਾ ਸੋਚਣ ਦੀ ਲੋੜ ਹੈ ਕਿ ਅਸੀਂ ਇਕੱਠੇ ਰਵਾਂਗੇ ਤੇ ਵਾਕਈ ਅਸੀਂ ਕਿਤੇ ਪਹੁੰਚ ਸਕਦੇ ਹਾਂ। ਮੈਂ ਨਾ ਦਰਸ਼ਕਾਂ ਨਾਲ ਇੱਕ ਗੱਲ ਸਾਂਝੀ ਕਰਨਾ ਚਾਹੁੰਦਾ ਕਿ
ਜਿਹੜੀਆਂ ਗੱਲਾਂ ਮੈਡਮ ਜੀ ਨੇ ਕੀਤੀਆਂ ਨੇ, ਮੈਡਮ ਖੁਦ ਇਹਦੀ ਇੱਕ ਬੜੀ ਵੱਡੀ ਉਦਾਹਰਨ ਨੇ ਕਿ ਆਪਣੇ ਕਸਬੇ ਵਿੱਚ ਰਹਿ ਕੇ, ਆਪਣੇ ਲੋਕਾਂ ਨਾਲ ਰਹਿ ਕੇ ਇਹਨਾਂ ਨੇ ਕਿੱਡਾ ਵੱਡਾ ਇੱਕ ਕਾਰਜ ਕਰਕੇ ਵਿਖਾਇਆ ਹੈ ਔਰ ਕਿਸ ਤਰ੍ਹਾਂ ਆਪਣੇ ਪਿੰਡ ਦੇ ਲੋਕਾਂ ਨੂੰ, ਆਪਣੇ ਇਲਾਕੇ ਦੇ ਲੋਕਾਂ ਨੂੰ ਇੱਕ ਨਵੀਂ ਦੁਨੀਆ ਦੇ ਨਾਲ ਜੋੜਿਆ ਹੈ। ਮੈਨੂੰ ਤਾਂ ਲੱਗਦਾ ਹੈ ਕਿ ਮੈਡਮ ਜੀ ਤੁਸੀਂ ਆਪ ਜਿਹੜੀਆਂ ਗੱਲ ਕਹਿ ਰਹੇ ਸੀ ਕਿ ਪੰਜਾਬੀਆਂ ਨੂੰ ਇਹ ਕੰਮ ਕਰਨਾ ਚਾਹੀਦਾ ਹੈ, ਤੁਸੀਂ ਉਹਦੀ ਇੱਕ ਬਹੁਤ ਵੱਡੀ ਉਦਾਹਰਨ ਜੇ। ਮੈਂ ਇਸ ਲਈ ਵੀ ਤੁਹਾਨੂੰ ਵਧਾਈ ਦਿੰਦਾ। ਥੈਂਕ ਯੂ ਸੋ ਮਚ। ਤੇ ਅਖੀਰ 'ਚ ਮੈਂ ਚਾਹਾਂਗੀ ਕਿ ਆਪਣੀ ਕੋਈ ਲਾਈਫ ਲੈਸਨ ਲਾਸਟ ਵਿੱਚ ਦੇ ਕੇ ਜਾਓ ਕਿ ਇਹ ਵਾਲਾ ਲਕਸ਼, ਇਹ ਚੀਜ਼ ਮੈਂ ਹਮੇਸ਼ਾ, ਇਹ ਮੇਰੀ ਜ਼ਿੰਦਗੀ ਜੀਉਣ ਦਾ ਤਰੀਕਾ। ਦੇਖੋ, ਦੋ ਤਿੰਨ ਗੱਲਾਂ ਵੱਲ ਨੌਜਵਾਨ ਪੀੜ੍ਹੀ ਨੂੰ ਧਿਆਨ ਦੇਣ ਦੀ ਲੋੜ ਹੈ। ਇੱਕ ਤਾਂ ਜਿਵੇਂ ਹੁਣੇ ਗੱਲ ਹੋ ਰਹੀ ਸੀ ਕਿ ਆਪਣਾ ਉਦੇਸ਼, ਲਕਸ਼, ਇਹ ਸਾਨੂੰ ਤੈਅ ਕਰਨ ਦੀ ਲੋੜ ਹੈ ਕਿ ਅਸੀਂ ਜਾਣਾ ਕਿਸ ਪਾਸੇ ਹੈ ਔਰ ਉਹਦੇ ਸਾਨੂੰ ਆਪਣੇ ਅੰਦਰ ਤਲਾਸ਼ ਕਰਨਾ ਪਏਗਾ ਕਿ ਉਹ ਅੰਦਰ ਹੀ ਹੈ ਤੁਹਾਡੇ, ਉਹ ਜੋਤ, ਕਿ ਮੈਂ ਇਸ ਰਸਤੇ 'ਤੇ ਚੱਲ ਕੇ ਸਫਲ ਹੋ ਸਕਦਾ। ਜੇ ਇਸ ਲਕਸ਼ ਦੀ ਪ੍ਰਾਪਤੀ ਦਾ ਸਾਨੂੰ ਚਾਨਣ ਹੋ ਜਾਏ ਤਾਂ ਫਿਰ ਮੈਨੂੰ ਲੱਗਦਾ ਹੈ ਕਿ ਮੰਜ਼ਿਲ ਨੂੰ ਪ੍ਰਾਪਤ ਕੀਤਾ ਜਾ ਸਕਦਾ ਹੈ। ਦੂਜਾ ਜਿਹੜਾ ਮੈਂ ਸੋਚਣਾ ਕਿ ਪ੍ਰਤੀਬੱਧਤਾ, ਕਮਿਟਮੈਂਟ, ਉਸ ਤੁਹਾਡੇ ਪ੍ਰੋਫੈਸ਼ਨ ਦੇ ਪ੍ਰਤੀ ਜਾਂ ਸ਼ੌਕ ਦੇ ਪ੍ਰਤੀ ਜਾਂ ਜੋ ਕੁਝ ਤੁਸੀਂ ਕਰਨਾ ਚਾਹੁੰਦੇ ਜੇ, ਕਮਿਟਮੈਂਟ ਬਹੁਤ ਜ਼ਰੂਰੀ ਹੈ, ਪ੍ਰਤੀਬੱਧਤਾ ਬੜੀ ਜ਼ਰੂਰੀ ਹੈ। ਔਰ ਤੀਸਰਾ ਮੰਤਰ ਇਹ ਹੈ ਕਿ ਮਰਿਆਦਾ 'ਚ ਰਹਿਣਾ ਤੇ ਅਨੁਸ਼ਾਸਨ ਦਾ ਪਾਲਣ ਕਰਨਾ। ਅੱਜ ਅਸੀਂ ਇਹ ਜਿਹੜੀਆਂ ਕਦਰਾਂ ਕੀਮਤਾਂ ਨਾ, ਇਹ ਅਸੀਂ ਗਵਾ ਲਈਆਂ ਨੇ। ਇਸੇ ਕਰਕੇ ਕਈ ਵਾਰੀ ਪੰਜਾਬ ਦੀ ਤਰਾਸਦੀ ਤੋਂ ਡਰ ਲੱਗਦਾ ਹੈ। ਜੇ ਅੱਜ ਅਸੀਂ, ਗੁਰੂ ਨਾਨਕ ਦੇਵ ਜੀ ਨੇ ਬੜਾ ਸਿੱਧੀ ਗੱਲ ਕਹੀ ਸੀ, ਕਿਰਤ ਕਰੋ, ਮਿਹਨਤ, ਹੱਡ ਭੰਨਵੀਂ ਮਿਹਨਤ, ਤੇ ਫਿਰ ਉਹਦੇ ਨਾਲ ਜਿਹੜੀ ਕਮਾਈ ਕਰਨੀ ਹੈ ਉਹ ਵੰਡ ਛਕਣਾ ਹੈ। ਫਿਰ ਸਾਡਾ ਪੜੋਸੀ ਸਾਡਾ ਭਰਾ ਹੈ, ਫਿਰ ਸਮਾਜ ਦੇ ਪ੍ਰਤੀ ਸਾਡੀ ਜ਼ਿੰਮੇਵਾਰੀ ਹੈ। ਤੇ ਫਿਰ ਉਹਨਾਂ ਨੇ ਜਿਹੜਾ ਅਸਲ ਸੰਦੇਸ਼ ਦਿੱਤਾ ਸੀ ਉਹ ਸੀ ਨਾਮ ਜਪਣਾ। ਨਾਮ ਜਪਣ ਦਾ ਮਤਲਬ ਹੈ ਨੈਤਿਕ ਕਦਰਾਂ ਕੀਮਤਾਂ ਨੂੰ ਅਪਣਾਉਣਾ, ਸੇਵਾ, ਤਿਆਗ, ਭਾਈਚਾਰਾ ਦੇ ਪ੍ਰਤੀ ਜਾਗਰੂਕ ਹੋਣਾ। ਤੇ ਅੱਜ ਮੈਂ ਮੈਡਮ ਨਾਲ ਗੱਲ ਕਰ ਰਿਹਾ ਸੀ ਕਿ ਜਿਹੜੇ ਅੰਡਰ ਡਿਵੈਲਪ ਕੰਟਰੀਜ਼ ਨੇ ਨਾ, ਉਹ ਵੀ ਹੁਣ ਇਸ ਸਿੱਟੇ 'ਤੇ ਪਹੁੰਚ ਗਏ ਨੇ ਕਿ ਜੇ ਅਸੀਂ ਕਿਰਤ ਕਰਾਂਗੇ, ਜੇ ਅਸੀਂ ਇੱਕ ਅਨੁਸ਼ਾਸਨ 'ਚ ਰਵਾਂਗੇ, ਵੰਡ ਛਕਾਂਗੇ, ਤਾਂ ਫਿਰ ਦੁਨੀਆ ਦੇ ਵੱਡੇ ਵੱਡੇ ਅਰਥ ਸ਼ਾਸਤਰੀ ਕਹਿੰਦੇ ਨੇ ਤੇ ਕਿ ਵਿਕਾਸ ਕਰ ਰਹੇ ਦੇਸ਼ਾਂ ਦਾ ਭਲਾ ਇਸੇ ਗੱਲ 'ਚ ਹੈ। ਤੇ ਅੱਜ ਮੈਨੂੰ ਜਾਪਦਾ ਹੈ ਕਿ ਸਾਡਾ ਭਲਾ ਵੀ ਇਸੇ ਗੱਲ 'ਚ ਹੈ ਕਿ ਅਸੀਂ ਪੰਜਾਬ ਦੇ ਪ੍ਰਤੀ ਸੁਹਿਰਦ ਹੋਈਏ, ਕਿਰਤ ਦੇ ਪ੍ਰਤੀ ਸੁਹਿਰਦ ਹੋਈਏ, ਅਧਿਆਤਮਿਕ ਦਰਸ਼ਨ ਜਿਹੜਾ ਗੁਰੂ ਸਾਹਿਬਾਨ ਨੇ ਦਿੱਤਾ ਹੈ ਉਹਨੂੰ ਜ਼ਿੰਦਗੀ ਦੇ ਅੰਗ ਸੰਗ ਲੈ ਕੇ ਚੱਲੀਏ। ਤਾਂ ਮੈਨੂੰ ਲੱਗਦਾ ਹੈ ਕਿ ਜਿਹੜੀ ਚਿੰਤਾ ਮੈਡਮ ਜੀ ਨੇ ਸਾਡੇ ਸਾਹਮਣੇ ਰੱਖੀ ਹੈ ਉਹ ਚਿੰਤਾ ਨਹੀਂ ਰਹੇਗੀ, ਬਲਕਿ ਸਾਡੇ ਚਿੰਤਨ ਦਾ, ਸਾਡੀ ਥਾਟ ਦਾ ਹਿੱਸਾ ਬਣੇਗੀ। ਮੇਰਾ ਤਾਂ ਇਹੋ ਹੀ ਇੱਕ ਸ਼ੁਭ ਕਾਮਨਾਵਾਂ ਨੇ ਤੁਹਾਡੇ ਪ੍ਰਤੀ। Thank you so much for being on our show today. ਥੈਂਕ ਯੂ ਮੈਡਮ। ਸੋ ਸਰ ਤੋਂ ਲਾਸਟ ਜਿਹੜਾ ਸਰ ਨੇ ਕੁਐਸਚਨ ਦਾ ਆਨਸਰ ਦਿੱਤਾ ਬੜਾ ਅੱਛਾ ਕਿ ਸਾਨੂੰ ਸਾਡਾ ਲਕਸ਼ ਜਿਹੜਾ ਵਾ ਉਹ ਤੈਅ ਹੋਣਾ ਚਾਹੀਦਾ ਕਿ ਅਸੀਂ ਪਹੁੰਚਣਾ ਕਿੱਥੇ ਆ। ਕਮਿਟਮੈਂਟ ਸਾਡੀ ਉਹਦੇ ਪ੍ਰਤੀ ਹੋਣੀ ਚਾਹੀਦੀ ਆ ਤੇ ਇੱਕ ਮਰਿਆਦਾ ਵਿੱਚ ਰਹਿਣਾ, ਨੈਤਿਕ ਕਦਰਾਂ ਕੀਮਤਾਂ ਨੂੰ ਸਮਝਣਾ ਤੇ ਨਾਲ ਦੋ ਚੀਜ਼ਾਂ ਹੋਰ ਐਡ ਕਰ ਦਿੰਦੇ ਕਿ ਸਬਰ ਹੋਣਾ ਵੀ ਬਹੁਤ ਜ਼ਰੂਰੀ ਆ ਤੇ ਨੈਵਰ ਗਿਵ ਅਪ ਵੀ ਬਹੁਤ ਜ਼ਰੂਰੀ ਆ ਕਿ ਔਖੇ ਤੋਂ ਔਖਾ ਸਮਾਂ ਵੀ ਤੁਹਾਡੀ ਲਾਈਫ ਦੇ ਵਿੱਚ ਆ ਜੇ ਤੇ ਤੁਸੀਂ ਭੱਜ ਨਹੀਂ ਸਕਦੇ ਤੇ ਤੁਰੋ, ਜੇ ਤੁਰ ਨਹੀਂ ਸਕਦੇ ਤੇ ਖੜੇ ਰਹੋ, ਪਰ ਪਿੱਛੇ ਜਿਹੜਾ ਵਾ ਉਹ ਆਪਣਾ ਕਦਮ ਜਿਹੜਾ ਕਦੀ ਵੀ ਨਾ ਤੁਸੀਂ ਜਿਹੜਾ ਉਹ ਲੈ ਕੇ ਜਾਓ। ਤੇ ਮੈਨੂੰ ਬਹੁਤ ਹੀ ਅੱਛਾ ਲੱਗਾ, ਬੜਾ ਪ੍ਰਾਊਡ ਫੀਲ ਹੋ ਰਿਹਾ ਕਿ ਮੈਂ ਅੱਜ ਬੇਦੀ ਸਰ ਦੀ ਇੰਟਰਵਿਊ ਕੀਤੀ ਇੱਥੇ। ਤੇ ਮੈਨੂੰ ਇਹ ਲੱਗ ਰਿਹਾ ਇਹ ਇੰਟਰਵਿਊ ਕਰਨ ਤੋਂ ਬਾਅਦ ਕਿ ਮੈਂ ਬਾਰ-ਬਾਰ ਜੇ ਇੰਟਰਵਿਊ ਸੁਣਨਾ ਨਾ ਤੇ ਮੋਟੀਵੇਟਿਡ ਰਵਾਂਗੀ। ਸੋ ਆਪਾਂ ਇਹ ਵਾਲਾ ਐਪੀਸੋਡ ਜਿਹੜਾ ਪੱਕਾ ਆਪਣੇ ਫੋਨ ਵਿੱਚ ਡਾਊਨਲੋਡ ਕਰ ਲੈਣਾ ਹੈ ਤੇ ਇਸੇ ਐਪੀਸੋਡ ਨੂੰ ਜੇ ਮੈਨੂੰ ਲੱਗਦਾ ਕਿ ਕੋਈ ਵੀ ਇਨਸਾਨ ਬਾਰ-ਬਾਰ ਸੁਣੀ ਜਾਏ ਤੇ ਉਹ ਜਿਹੜਾ ਮੋਟੀਵੇਟਿਡ ਰਹੇਗਾ, ਆਪਣੇ ਲਕਸ਼ ਤੋਂ ਨਹੀਂ ਭਟਕੇਗਾ ਤੇ ਉਹਨੂੰ ਯਾਦ ਰਹੇਗਾ ਕਿ ਮੈਂ ਲਾਈਫ ਦੇ ਵਿੱਚ ਕਰਨਾ ਕੀ ਆ। ਸੋ ਬੜੀ ਜਿਹੀ ਸਾਦਗੀ ਨਾਲ, ਬੜੇ ਹੀ ਇੱਕ ਨਾਰਮਲ ਬੈਕਗ੍ਰਾਉਂਡ ਤੋਂ ਇੰਨਾ ਅੱਛਾ ਸਫ਼ਰ ਤੈਅ ਕਰਨਾ, ਸਰ ਨੂੰ ਬਹੁਤ-ਬਹੁਤ ਮੁਬਾਰਕਬਾਦ। ਤੇ ਸਰ ਦੇ ਬੇਦੀ ਸਰ, ਉਹਨਾਂ ਨੂੰ ਵੀ ਮੈਂ ਬੇਦੀ ਸਰ ਕਹਿੰਦੀ, ਉਹ ਲੈ ਕੇ ਆਏ, ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ। ਤੇ ਥੈਂਕ ਯੂ ਸੋ ਮਚ ਫॉर ਵਾਚਿੰਗ ਮਨਦੀਪ ਕੌਰ ਟਾਂਗਰਾ ਸ਼ੋ।